ਸੁਣੋ 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 ਇਲਾਕਾ ਨਿਵਾਸੀਓ ਭੈਣੋ ਤੇ ਭਰਾਵੋ, ਕੱਲ ਨੂੰ ਤੁਹਾਡੇ ਇਲਾਕੇ ਦੇ ਵਿੱਚ ਸਰੋਂ ਦਾ ਸਾਗ, ਤੌੜੀਆਂ, ਕੜਾਈਆਂ ਤੇ ਕੁੱਕਰ ਫ੍ਰੀ ਵੰਡੇ ਜਾਣਗੇ, ਜੋ ਕਿ ਸਰਕਾਰ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ। ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਨੀ, ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਨੀ। ਮੈਨੂੰ ਲੱਗਦਾ ਇਹ ਤਾਂ 60-65 ਡਾਲਰ ਦਾ ਮੇਰੇ ਕੋਲ ਤਾਂ ਜਿਹੜਾ ਅੱਛਾ, ਜਿਨ੍ਹਾਂ ਦੀਆਂ $1000 ਦੀਆਂ ਬਾਲੀਆਂ ਖੋ ਗਈਆਂ, ਜਿਨ੍ਹਾਂ ਨੂੰ ਤਾਂ ਬਹੁਤ ਮਹਿੰਗਾ ਪੈ ਗਿਆ ਹੋਊ। ਉਹ ਫਿਰ ਜਿੱਦਾਂ ਦੀਆਂ ਕਰਤੂਤਾਂ ਕਰਨੀਆਂ ਉਸ ਹਿਸਾਬ ਨਾਲ ਤਾਂ ਠੀਕ ਆ। ਵੇ ਵੀਰਾ ਦੇ ਦੇ, ਵੇ ਵੀਰਾ ਮੇਰੀ ਇੱਥੇ ਬਾੜੀ ਡੇਪੀ, ਵੇ ਵੀਰਾ ਆਏ, ਵੀਰਾ ਕਿੱਧਰ ਗਈ ਵੀਰਾ, ਮੇਰੀ ਬਾੜੀ ਡੇਪੀ, ਬੱਚੀਆਂ ਨੇ ਬੜਾ ਗਾਹ ਪਾਇਆ ਜੀ। ਕੀ ਚੀਜ਼ ਹੈ ਉਹ ਇੱਕ ਪ੍ਰੈਸ਼ਰ ਕੁੱਕਰ ਆ, ਇਹ ਸਾਡੀ ਆਪਣੀ ਸਿਹਤ ਨਾਲੋਂ ਤੇ ਨਹੀਂ ਨਾ ਜ਼ਰੂਰੀ। ਅਸੀਂ ਕਿੰਜ ਇੱਕ ਦੂਜੇ ਦੇ ਵਿੱਚ ਵੱਜ ਰਹੇ ਹੈਗੇ ਆ। ਬਜ਼ੁਰਗ ਮਾਤਾ ਇੱਕ ਦੀ ਚੱਪਲ ਰਹਿ ਗਈ, ਇੱਕ ਦੀ ਚੁੰਨੀ ਥੱਲੇ ਰਹਿ ਗਈ। ਇਸ ਕੁੱਕਰ ਨੇ ਤਾਂ ਪੂਰੀ ਦੁਨੀਆ 'ਚ ਮਿੱਟੀ ਪੰਜਾਬੀਆਂ ਦੀ ਪੱਟ ਕੇ ਰੱਖ ਦਿੱਤੀ। ਸੱਚੀ ਮੇਰਾ ਤਾਂ ਨਾ ਸਾਗ ਖਾਣ ਨੂੰ ਜੀ ਕਰਦਾ, ਹੁਣ ਤਾਂ ਮੇਰਾ ਕੁੱਕਰ ਵੀ ਸਿੱਟਣ ਨੂੰ ਜੀ ਕਰਦਾ ਵੀ ਇਹਨੂੰ ਬਾਹਰ ਮਾਰਾਂ ਚੁੱਕ ਕੇ। 15 ਬੰਦੇ ਨੂੰ ਚਿੰਬੜੇ ਹੋਏ ਸੀ। ਪਿਛਲੀ ਵਾਰ ਇੰਡੀਆ ਗਿਆ ਤੇ ਵਾਪਸੀ ਤੇ ਨਾ 에어ਪੋਰਟ ਦੇ ਉੱਤੇ ਇੱਕ ਬੀਬੀ ਨੇ ਆਪਣਾ ਸੂਟਕੇਸ ਖਲਾਇਆ ਹੋਇਆ, ਇੱਥੇ ਲਾਸ ਐਂਜਲਸ ਦੀ ਗੱਲ ਆ ਜੀ, ਤੇ ਵਿੱਚ ਕੁੱਕਰ, ਕੜਾਈਆਂ, ਗਲਾਸ, ਪਤਾ ਨਹੀਂ ਕੀ ਕੀ ਰੱਖਿਆ ਹੋਇਆ ਉਹਦੇ ਵਿੱਚ। ਤੇ ਉਹ ਸਕੈਨ ਦੇ ਵਿੱਚ ਆ ਗਿਆ ਵੀ ਇਹ ਬੜਾ ਮੈਟਲ ਹੈ ਵਿੱਚ, ਤੇ ਉੱਥੇ ਖਲਾਰਾ ਪਿਆ ਹੋਇਆ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ, ਸਤਿਕਾਰ, ਸਹਿਤ, ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਗੱਲਾਂ ਖਰੀਆਂ ਵਿੱਚ। ਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਨੇ ਜੀ ਸਾਂਝਾ ਟੀਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਰਫਤਾਰ ਸਿੰਘ ਗਿੱਲ ਵੱਲੋਂ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਫਤਾਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਜੀ, ਬਹੁਤ ਵਧੀਆ। ਵੀਕਐਂਡ ਕਿਵੇਂ ਰਿਹਾ ਤੁਹਾਡਾ? ਬਹੁਤ ਵਧੀਆ ਰਿਹਾ ਜੀ ਵੀਕਐਂਡ। ਬੜੇ ਖੁਸ਼ ਜਿਹਾ ਲੱਗਦੇ ਆ। ਬਸ ਇਦਾਂ ਹੀ ਆ ਜੀ। ਵੀਕਐਂਡ ਤਾਂ ਵੀਕਐਂਡ ਦਾ ਕਿਆ ਬਾਤਾਂ ਨੇ, ਬੜਾ ਕਮਾਲ ਦਾ ਵੀਕਐਂਡ ਸੀਗਾ। ਤੇ ਵੀਕਐਂਡ ਦੇ ਵਿੱਚ ਜਿਹੜਾ ਕੁਝ ਹੋਇਆ ਉਹ ਆਪਾਂ ਗੱਲਾਂ ਕਰਨੀਆਂ ਨੇ ਸਾਰੀਆਂ। ਤੇ ਮੈਂ ਮਟੀਰੀਅਲ ਲੱਗਦਾ ਅੱਜ ਰਫਤਾਰ ਕੋ, ਪਰ ਮੇਰੇ ਕੋ ਥੋੜੀ ਜਿਹੀ ਇਨਫੋਰਮੇਸ਼ਨ ਹੈ, ਜੇ ਤੁਹਾਡੀ ਇਜਾਜ਼ਤ ਹੋਵੇ ਤੇ ਕਰ ਲਈਏ ਸ਼ੇਅਰ। ਬਿਲਕੁਲ ਜੀ, ਇਰਸ਼ਾਦ। ਪਹਿਲਾਂ ਤੇ ਮੈਂ ਸਾਡੇ ਸਾਰੇ ਹੀ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ। ਸੋ ਥੈਂਕ ਯੂ ਵੈਰੀ ਮੱਚ। ਤੁਸੀਂ ਸਾਂਝਾ ਟੀਵੀ ਦਾ ਸਾਥ ਦਿੰਦੇ ਹੋ ਔਰ ਇਸ ਦੇ ਨਾਲ ਬਹੁਤ ਸਾਰੇ ਨਵੇਂ ਜਿਹੜੇ ਸਾਡੇ ਨਾਲ ਸਪਾਂਸਰ ਜੁੜੇ ਆ, ਤੁਹਾਨੂੰ ਜੀ ਆਇਆਂ ਨੂੰ ਸਾਡੇ ਵਿਹੜੇ। ਔਰ ਇਸੇ ਤਰ੍ਹਾਂ ਹੀ ਰਲ ਮਿਲ ਕੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਰਵਾਂਗੇ। ਤੇ ਹੁਣ ਅਸੀਂ ਗੱਲ ਕਰਦੇ ਹਾਂ ਗੁਰੂ ਨਾਨਕ ਫੂਡ ਬੈਂਕ ਮੋਦੀਖਾਨੇ ਦੀ, ਜਿਸ ਦੀ ਗ੍ਰੈਂਡ ਓਪਨਿੰਗ ਹੋਈ ਸੀ ਤੇ ਪੂਰੀਆਂ ਸਿੱਖ ਸੰਗਤਾਂ ਵੱਲੋਂ ਕੀ ਪੂਰੇ ਸਾਡੇ ਸ਼ਹਿਰ ਦੇ ਵਿੱਚ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸੀ। ਸੋ ਤੁਸੀਂ ਸਾਰੇ ਜਾਣਦੇ ਹੋ ਦੂਖਨਿਵਾਰਨ ਗੁਰਦੁਆਰਾ ਸਾਹਿਬ ਦੇ ਉੱਥੇ ਹੀ ਇਹ ਲੋਕੇਸ਼ਨ ਆ ਗੁਰੂ ਨਾਨਕ ਫੂਡ ਬੈਂਕ ਦੀ। ਸੋ ਥੋੜ੍ਹੀਆਂ ਜਿਹੀਆਂ ਜਿਹੜੀਆਂ ਇਹੋ ਹੁਣ ਕੋਵਿਡ ਦੇ ਚੱਲਦੇ ਆ, ਬਹੁਤ ਸਾਰੇ ਪਰਿਵਾਰ ਉੱਥੋਂ ਆ ਕੇ ਫੂਡ ਲੈ ਕੇ ਜਾਂਦੇ ਨੇ। ਸੋ ਪਹਿਲਾਂ ਅਸੀਂ ਖਾਲਸਾ ਲਾਇਬ੍ਰੇਰੀ ਤੋਂ ਆਟੇ ਦਾ ਜਿਹੜਾ ਤੁਹਾਨੂੰ ਕਿਹਾ ਸੀ, ਆਟਾ ਦਾਲਾਂ ਇੱਥੋਂ ਤੁਸੀਂ ਲਿਆ ਸਕਦੇ ਸੀ, ਪਰ ਇੱਥੋਂ ਵੀ ਸਾਰੀ ਜਿਹੜੀ ਗਰੋਸਰੀ ਉੱਥੇ ਸ਼ਿਫਟ ਕਰ ਦਿੱਤੀ ਗਈ ਸੀ। ਸੋ ਤੁਸੀਂ ਕੋਈ ਵੀ ਗਰੋਸਰੀ ਚਾਹੁੰਦੇ ਹੋ ਤੇ ਤੁਸੀਂ ਗੁਰੂ ਨਾਨਕ ਫੂਡ ਬੈਂਕ ਤੋਂ ਲੈ ਸਕਦੇ ਹੋ। ਪਰ ਕੁਝ ਇੱਕ ਚੀਜ਼ਾਂ ਆ, ਸੰਗਤ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਤੁਸੀਂ ਦਸਵੰਧ ਕੱਢਣਾ ਚਾਹੁੰਦੇ ਹੋ ਜਾਂ ਤੁਸੀਂ ਇਹ ਚੀਜ਼ਾਂ ਉੱਥੇ ਡੋਨੇਟ ਕਰਨੀਆਂ ਚਾਹੁੰਦੇ ਹੋ, ਸੋ ਕੁਝ ਇੱਕ ਚੀਜ਼ਾਂ ਦੀ ਲਿਸਟ ਸਾਡੇ ਤੱਕ ਪਹੁੰਚੀ ਹੈ, ਜਿਹਦੇ ਵਿੱਚ ਕਨੋਲਾ ਆਇਲ ਦੇ 1 ਲੀਟਰ ਦੀ ਜਿਹੜੀ ਬੋਟਲ ਹੁੰਦੀ ਆ, ਸੋ 1 ਲੀਟਰ ਵਾਲੀਆਂ ਕਨੋਲਾ ਆਇਲ ਦੀਆਂ ਜਾਂ ਕੋਈ ਵੀ ਕੁਕਿੰਗ ਆਇਲ ਹੋਵੇ, ਜੇ ਤੁਸੀਂ ਆਪਣਾ ਗਰੋਸਰੀ 'ਚ ਬਾਏ ਕਰਕੇ ਉੱਥੇ ਦੇਣਾ ਚਾਹੁੰਦੇ ਹੋ ਗੁਰੂ ਨਾਨਕ ਫੂਡ ਬੈਂਕ ਵਿੱਚ, ਇਹਨਾਂ ਨੂੰ ਜ਼ਰੂਰਤ ਸਿਰਫ ਕੁਕਿੰਗ ਆਇਲ ਦੀ ਆ। ਲੂਣ ਦੇ ਡੱਬਿਆਂ ਦੀ ਜ਼ਰੂਰਤ ਹੈਗੀ ਆ, ਰੈੱਡ ਚਿੱਲੀ ਪਾਊਡਰ ਜਿਹੜੇ 100 ਗ੍ਰਾਮ ਦੇ ਪੈਕੇਟ ਹੁੰਦੇ ਆ, ਹਲਦੀ ਦੇ ਪੈਕੇਟ, ਜੀਰਾ ਤੇ ਗਰਮ ਮਸਾਲਾ 100 ਗ੍ਰਾਮ ਵਾਲੇ ਜਿਹੜੇ ਪੈਕੇਟ ਹੁੰਦੇ ਆ ਉਹਨਾਂ ਦੀ ਜ਼ਰੂਰਤ ਆ। ਸੋ ਜੇ ਤੁਸੀਂ ਦਸਵੰਧ ਕੱਢ ਕੇ ਉੱਥੇ ਕੋਈ ਵੀ ਗਰੋਸਰੀ ਡ੍ਰੌਪ ਕਰਨੀ ਚਾਹੁੰਦੇ ਹੋ ਤੇ ਇਹ ਚੀਜ਼ਾਂ ਦੀ ਜਿਹੜੀ ਖਾਸ ਤੌਰ ਤੇ ਉੱਥੇ ਜ਼ਰੂਰਤ ਆ, ਜਿਹਦੇ ਵਿੱਚ ਕੁਕਿੰਗ ਆਇਲ, ਲੂਣ ਦੇ ਡੱਬੇ, ਰੈੱਡ ਚਿੱਲੀ ਪਾਊਡਰ, ਹਲਦੀ ਪੈਕੇਟ, ਜੀਰਾ ਤੇ ਗਰਮ ਮਸਾਲਾ। ਤੇ ਇਸ ਦੇ ਨਾਲ ਧੰਨਵਾਦ ਕਰਨਾ ਚਾਹੁੰਦੇ ਆ ਦੂਖਨਿਵਾਰਨ ਗੁਰਦੁਆਰਾ ਸਾਹਿਬ ਦੇ ਗਿਆਨੀ ਨਰਿੰਦਰ ਸਿੰਘ ਹੋਣਾ ਦਾ, ਜਿਨ੍ਹਾਂ ਨੇ ਜਸ ਸਹੋਤਾ ਬੱਚੇ ਨੂੰ ਵੀਲ ਚੇਅਰ ਪਾਵਰ ਵੀਲ ਚੇਅਰ ਚਾਹੀਦੀ ਹੈਗੀ ਆ, ਗੋਫੰਡਮੀ ਤੇ ਪੇਜ ਚੱਲਦਾ ਆ। ਸੋ ਉੱਥੇ ਵੀ ਤੁਸੀਂ ਦਸਵੰਧ ਕੱਢ ਸਕਦੇ ਹੋ। ਔਰ ਐਤਵਾਰ ਵਾਲੇ ਦਿਨ ਇਹ ਜਸ ਸਹੋਤਾ ਤੇ ਇਹਨਾਂ ਦੇ ਮਾਤਾ ਜੀ ਲਖਵੀਰ ਸਹੋਤਾ ਜਿਹੜੇ ਕਿ ਦੂਖਨਿਵਾਰਨ ਗੁਰਦੁਆਰਾ ਸਾਹਿਬ ਵਿਖੇ ਗਏ ਸੀ, ਬਹੁਤ ਸਾਰੇ ਪਰਿਵਾਰ ਇਹਨਾਂ ਨੂੰ ਉੱਥੇ ਮਿਲਣ ਆਏ ਸੀ। ਬਹੁਤ ਸਾਡੇ ਬਜ਼ੁਰਗ, ਬੱਚੇ ਸਾਰਿਆਂ ਨੇ ਹੱਲਾਸ਼ੇਰੀ ਦਿੱਤੀ ਇਸ ਨੌਜਵਾਨ ਨੂੰ, ਜਿਸ ਦਾ ਕਿ ਨਵੰਬਰ 24 ਨੂੰ ਜਨਮ ਦਿਨ ਆ। ਸੋ ਆਪਣੇ ਜਨਮ ਦਿਨ ਤੋਂ ਪਹਿਲਾਂ ਪਾਵਰ ਵੀਲ ਚੇਅਰ ਜਿਹੜੀ ਇਸ ਦੀ ਜ਼ਰੂਰਤ ਆ, ਤਾਂ ਕਿ ਇਹ ਬੱਚਾ ਚੱਲ ਫਿਰ ਸਕੇ, ਆਪਣੇ ਕੰਮ ਆਪ ਕਰ ਸਕੇ। ਸੋ ਥੋੜੀ ਜੀ ਰਾਸ਼ੀ ਆ, ਗੋਫੰਡਮੀ ਤੇ ਇਹਨਾਂ ਦਾ ਪੇਜ ਚੱਲਦਾ ਆ। ਸੋ ਸਾਂਝਾ ਟੀਵੀ ਤੇ ਵੀ ਇਹ ਲਾਈਵ ਆਈ ਸੀ, ਤੁਸੀਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ। ਸੋ ਥੈਂਕ ਯੂ ਕਰਨਾ ਚਾਹੁੰਦੇ ਆ ਉਹਨਾਂ ਸਾਰੀਆਂ ਸੰਗਤਾਂ ਦਾ
ਜਿਨ੍ਹਾਂ ਨੇ ਦਸਵੰਧ ਕੱਢਿਆ ਐਤਵਾਰ ਵਾਲੇ ਦਿਨ, ਤੇ ਐਤਵਾਰ ਇਹਨਾਂ ਦੀ ਉੱਥੇ ਕਲੈਕਸ਼ਨ ਜਿਹੜੀ ਤਕਰੀਬਨ $2920 ਹੋਈ ਸੀ। ਉਸ ਤੋਂ ਇਲਾਵਾ ਕੁਝ ਇੱਕ ਦਾਨੀ ਸੱਜਣ ਜਿਹੜੇ ਚੈੱਕ ਡ੍ਰੌਪ ਕਰਕੇ ਗਏ ਨੇ ਸਾਂਝਾ ਟੀਵੀ ਤੇ ਜਸਕਰਨ ਹੁਣਾਂ ਦੇ ਲਈ, ਉਹ $1200 ਆ। ਤੇ ਇਸ ਤੋਂ ਇਲਾਵਾ $7226 ਜਿਹੜੇ ਇਹਨਾਂ ਦੇ ਗੋ ਫੰਡ ਮੀ ਤੇ ਹੋਏ ਆ। ਸੋ ਕੁੱਲ ਮਿਲਾ ਕੇ $11,346 ਇਸ ਬੱਚੇ ਦੇ ਇਕੱਠੇ ਹੋ ਗਏ। ਇਸ ਬੱਚੇ ਦੀ ਜ਼ਰੂਰਤ ਜਿਹੜੀ $29,000 ਆ। ਪਹਿਲਾਂ ਵੀ ਫੰਡਿੰਗ ਹੋ ਚੁੱਕੀ ਹੈ। ਸੋ ਗੋ ਫੰਡ ਮੀ ਤੇ ਤੁਸੀਂ ਕੋਈ ਦਸਵੰਧ ਕੱਢਣਾ ਚਾਹੁੰਦੇ ਹੋ, ਇਸ ਬੱਚੇ ਦੇ ਨਾਂ ਦਾ ਤੁਸੀਂ ਕੱਢ ਸਕਦੇ ਹੋ। ਸੋ ਧੰਨਵਾਦ ਸਾਰੇ ਹੀ ਉਹਨਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਇਸ ਬੱਚੇ ਨੂੰ ਆਸ਼ੀਰਵਾਦ ਦਿੱਤਾ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਦਸਵੰਧ ਦੀ ਸਹੀ ਵਰਤੋਂ ਹੁੰਦੀ ਰਵੇ। ਤੇ ਹੁਣ ਸਾਰਾ ਹੀ ਸ਼ੋਅ ਤੁਹਾਡਾ ਆ ਅੱਛਾ ਜੀ, ਹੁਣ ਮੈਂ ਬੋਲ ਸਕਦਾ? ਜਮਾਂ ਹੀ ਬੋਲੋ ਜੀ, ਬਿਲਕੁਲ ਤੁਹਾਡਾ ਹੀ ਸ਼ੋਅ ਕਹਿਤਾ ਜੀ। ਵੈਸੇ ਅੱਜ ਥੋੜੀ ਜੀ ਤੁਹਾਡੀ ਬੋਲਦਿਆਂ ਦੀ ਆਵਾਜ਼ ਥੋੜੀ ਜੀ ਤਿਲਕਦੀ ਸੀ। ਮੈਂ ਵੀਕਐਂਡ ਤੇ ਮੈਂ ਬਹੁਤ ਕੰਮ ਕੀਤਾ। ਨਹੀਂ ਹੁਣ ਬੰਦੇ ਤਿਲਕੀ ਜਾਂਦੇ ਨੇ, ਆਵਾਜ਼ ਤਾਂ ਫਿਰ ਨਿੱਕੀ ਜੀ ਗੱਲ ਆ, ਆਵਾਜ਼ ਤਾਂ ਤਿਲਕੀ ਸਕਦੀ ਆ। ਇਹਦਾ ਬੰਦੇ ਕੀ ਵੀਕਐਂਡ ਤੇ ਬਹੁਤ ਤਿਲਕ ਕੇ ਡਿੱਗੇ ਨੇ। ਸੋ ਆਪਾਂ ਪਹਿਲਾਂ ਤੁਹਾਨੂੰ ਕਹਿੰਦੇ ਹੁੰਦੇ ਨੇ, ਮੈਂ ਇੱਕ ਐਡ ਸੁਣਦਾ ਹੁੰਦਾ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਿਹੜੀ ਹੁੰਦੀ ਹੈ ਨਾ। ਅੱਜ ਵਾਵਾ ਹੀ ਤਿਆਰੀ ਚਾਹੇ ਲੱਗਦੇ ਰਫਤਾਰ ਜੀ ਤੁਸੀਂ। ਤੁਹਾਨੂੰ ਆਪਾਂ ਇੱਕ ਕਲਿੱਪ ਦਿਖਾਉਂਦੇ ਆ ਛੋਟਾ ਜਿਹਾ, ਤੇ ਉਹ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਲਓ ਜੀ, ਆਪਾਂ ਤੁਹਾਨੂੰ ਕਲਿੱਪ ਦਿਖਾਉਂਦੇ ਆ, ਉਹ ਤੋਂ ਬਾਅਦ ਆਪਾਂ ਕਰਦੇ ਆ ਅੱਗੇ ਗੱਲਬਾਤ। ਲਓ ਜੀ ਦੇਖੋ। ਸੁਣੋ 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 ਇਲਾਕਾ ਨਿਵਾਸੀਓ, ਭੈਣੋ ਤੇ ਭਰਾਵੋ, ਕੱਲ ਨੂੰ ਤੁਹਾਡੇ ਇਲਾਕੇ ਦੇ ਵਿੱਚ ਸਰੋਂ ਦਾ ਸਾਗ, ਤੌੜੀਆਂ, ਕੜਾਈਆਂ ਤੇ ਕੁੱਕਰ ਫ੍ਰੀ ਵੰਡੇ ਜਾਣਗੇ, ਜੋ ਕਿ ਸਰਕਾਰ ਵੱਲੋਂ ਫ੍ਰੀ ਸੇਵਾ ਕੀਤੀ ਜਾਵੇਗੀ। ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਨੀ, ਸਵੇਰੇ ਪਹੁੰਚਣ ਦੀ ਕਿਰਪਾਲਤਾ ਕਰਨੀ। ਤੁਸੀਂ ਹੈਰਾਨ ਨਾ ਹੋਵੋ ਜੀ, ਇਹ ਕੀ ਚੀਜ਼ ਸੀ ਤੁਸੀਂ ਪੀਪੇ ਦੇ ਨਾਲ ਤੁਸੀਂ ਹੋਕਾ ਹੈਰਾਨ ਨਾ ਹੋਵੋ, ਇਹ ਕੈਨੇਡਾ ਹੀ ਆ। ਤੁਸੀਂ ਇਹ ਨਾ ਸੋਚੋ ਵੀ ਕਿਤੇ 20 ਸਾਲ ਪਿੱਛੇ ਚਲੇ ਗਏ, ਪਤਾ ਨਹੀਂ ਪੁਰਾਣਾ ਪੰਜਾਬ ਕੋਈ ਦਿਖਾਇਆ, ਜਾਂ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ ਦਿਖਾਇਆ। ਕੋਈ ਚੜ੍ਹਦਾ ਲਹਿੰਦਾ ਪੰਜਾਬ ਨਹੀਂ ਤੁਹਾਨੂੰ ਆਪਾਂ ਦਿਖਾਇਆ। ਇਹ ਤੁਹਾਨੂੰ ਆਪਾਂ ਨੇ ਕੈਲਗਰੀ ਦਿਖਾਇਆ ਜੀ, ਕੈਲਗਰੀ ਲੈ ਕੇ ਗਏ ਸੀਗੇ ਤੁਹਾਨੂੰ ਉਹਨਾਂ ਦੇ ਪਹਿਰਾਵੇ। ਅੱਛਾ, ਕੈਲਗਰੀ ਚ ਏਦਾਂ ਹੋਕਾ ਦਿੰਦੇ ਆ ਹੁਣ? ਜੀ ਬਿਲਕੁਲ। ਸੋ ਉੱਥੇ ਹੋਕਾ ਵੀ ਦਿੱਤਾ ਗਿਆ, ਤੇ ਉੱਥੇ ਜੋ ਕੁਝ ਹੋਇਆ ਸਾਰਿਆਂ ਨੂੰ ਪਤਾ, ਤੁਹਾਨੂੰ ਵੀ ਪਤਾ ਹੀ ਆ। ਮੇਰੇ ਖਿਆਲ ਤੁਸੀਂ ਵੀ, ਮੈਨੂੰ ਥੋੜੀ ਸ਼ੱਕ ਪੈਂਦੀ ਸੀ, ਵੈਸੇ ਮੈਨੂੰ ਬੜਾ ਡਰ ਸੀਗਾ ਬਈ ਕਿਤੇ ਤੁਸੀਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਹੋਕਾ ਦਿੱਤਾ ਸੀ, ਵੀ ਤੁਸੀਂ ਹੋਕਾ ਸੁਣ ਕੇ ਕਿਤੇ ਉੱਥੇ ਚਲੇ ਨਾ ਗਏ ਹੋਵੋ, ਕਿਉਂਕਿ ਉਹਨਾਂ ਨੇ ਹੋਕਾ ਵੀ ਬਹੁਤ ਵਧੀਆ ਦਿੱਤਾ। ਕਿ ਪਰਿਵਾਰਾਂ ਨੂੰ ਸੋਚਿਆ ਨਾ ਵੀ ਚਲੋ ਸਾਗ ਤਾਂ ਤੋੜਿਆ ਹੀ ਆ, ਬਈ ਹੁਣ ਉਹਨੂੰ ਬਣਾਉਣਾ ਵੀ ਆ ਕਿਸੇ ਤਰ੍ਹਾਂ, ਸੋ ਭਾਂਡੇ ਵੀ ਪੂਰੇ ਕਰੇ ਜਾਣ। ਸੋ ਮੈਨੂੰ ਡਰ ਸੀਗਾ। ਮੈਂ ਤੁਹਾਡੇ ਲਈ ਇੱਕ ਚੀਜ਼ ਲੈ ਕੇ ਆਇਆ ਵੀ ਤੁਸੀਂ ਉੱਥੇ ਚਲੇ ਨਾ ਗਏ। ਪਹਿਲੀ ਵਾਰੀ ਮੇਰੇ ਲਈ ਕੋਈ ਗਿਫਟ ਆਇਆ। ਗਿਫਟ ਵੀ ਜਾਂ ਕੋਈ ਦਿਖਾਵਾਂਗੇ। ਚੀਜ਼ ਆ? ਉਹ ਨਾ ਹੁੰਦਾ ਵੀ ਪਹਿਲੇ ਜਿਹੜੇ ਗਏ ਸੀਗੇ ਉਹਨਾਂ ਦੇ ਕਿਸੇ ਦੀਆਂ ਚੁੰਨੀਆਂ ਰਹਿ ਗਈਆਂ, ਕਿਸੇ ਦੀਆਂ ਚੱਪਲਾਂ ਰਹਿ ਗਈਆਂ, ਕਿਸੇ ਦੇ ਵਿਚਾਰੇ ਦੇ ਕੰਨਾਂ ਦੀਆਂ ਬਾਲੀਆਂ ਰਹਿ ਗਈਆਂ, ਤੇ ਪਰ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਇਆ ਮੇਰੇ ਲਈ। ਔਰ ਗਿਫਟ ਰਫਤਾਰ ਲੈ ਕੇ ਬਹੁਤ ਤੁਸੀਂ ਪਸੰਦ ਕਰੋਗੇ ਜਰੂਰ ਇਸ ਗਿਫਟ ਨੂੰ ਜੀ। ਕੀ ਬਾਤ ਹੈ, ਤੁਹਾਡੇ ਲਈ ਸਪੈਸ਼ਲ ਮੇਰੇ ਲਈ ਹੈ ਖਾਸ ਬਿਲਕੁਲ ਤੌਰ ਜੀ, ਤੇ? ਬਿਲਕੁਲ ਖਾਸ ਤੌਰ ਤੇ ਤੁਹਾਡੇ ਲਈ ਲੈ ਕੇ ਆਇਆ ਜੀ। ਇਹ ਬਹੁਤ ਮਿਹਨਤ ਨਾਲ ਲੈ ਕੇ ਆਇਆ ਮੈਂ। ਚੱਕੋ ਜੀ ਰਫਤਾਰ, ਇਹ ਤੁਸੀਂ ਕੀ ਲੈ ਕੇ ਆਏ? ਇਹ ਤੁਸੀਂ ਕੀ ਲੈ ਕੇ ਆਏ ਮੇਰੇ ਲਈ? ਇਦਾਂ ਸਜਾ ਕੇ ਰੱਖੋ। ਇਹ ਤਾਂ ਲੱਖਾਂ 'ਚ ਵੀ ਨਹੀਂ ਮਿਲਦਾ। ਇਹ ਐਂ ਕਰਕੇ ਨਾ, ਇਹ ਕਿੰਨੇ ਕਿਲੋ ਵਾਲਾ? ਇਹ ਵੀ ਦੱਸ ਦੇ। ਸਾਗ ਰਿੰਨਣ ਵਾਲਾ ਹੀ ਲੱਗਦਾ ਮੈਨੂੰ ਤਾਂ। ਨਾਲੇ 10 ਜੀਆਂ ਦਾ ਸਾਗ ਰਿੰਨ ਸਕਦਾ ਇਹ। ਸੋ ਇਹਦੇ ਪਿੱਛੇ ਤਾਂ ਲੜਾਈਆਂ ਹੋ ਪਈਆਂ। ਇਹ ਤਾਂ ਮੈਨੂੰ ਪੁਰਾਣਾ ਲੱਗਦਾ ਆ। ਪੁਰਾਣਾ, ਇਹ ਜਿਹੜਾ ਪੁਰਾਣਾ ਘਸਿਆ ਹੁੰਦਾ ਵਧੀਆ ਸਾਗ ਬਣਦਾ ਹੁੰਦਾ। ਨਵੇਂ ਵਿੱਚ ਕੜਛੀ ਫਸਦੀ ਹੁੰਦੀ ਹੈ, ਜੇ ਕੜਛੀ ਨਹੀਂ ਫਸਦੀ ਹੈਗੀ ਵਧੀਆ ਵਧੀਆ ਚਾਹੇ। ਤੇ ਫਿਰ ਤੁਸੀਂ ਮੈਨੂੰ ਪੁਰਾਣਾ ਕੁੱਕਰ ਕਿਉਂ ਲਿਆ ਕੇ ਦਿੱਤਾ? ਮੈਂ ਤਾਂ ਲਿਆ ਕੇ ਦਿੱਤਾ ਵੀ ਇਹ ਜਿਹੜੀ ਚੀਜ਼ ਚੱਲਿਆ ਹੋਇਆ ਨਾ ਵਧੀਆ ਹੁੰਦਾ। ਇਹ ਸਾਫ਼ ਹੋਇਆ, ਰਮਾ ਹੋਇਆ ਇਹ। ਜਿਵੇਂ ਕਹਿੰਦੇ ਨੇ ਵੀ ਕਈ ਜਦੋਂ ਚੱਲ ਪੈਂਦੀ ਆ ਤਿੱਖੀ ਹੋ ਜਾਂਦੀ ਆ, ਉਵੇਂ ਆ ਇਹ ਵਧੀਆ ਸਬਜ਼ੀ ਬਣਦੀ ਹੈ ਇਹਦੇ 'ਚ। ਤੇ ਬਾਕੀ ਤੁਹਾਨੂੰ ਪਤਾ ਸਾਰਾ, ਤੁਸੀਂ ਵੀ ਦੇਖਿਆ ਸੀ। ਮੈਨੂੰ ਤਾਂ ਕੱਲਾ ਮੇਨ ਇਹ ਡਰ ਸੀਗਾ ਵੀ ਤੁਸੀਂ ਕਿਤੇ ਉਹ ਨਾ ਹੋ ਗਏ ਹੋਵੋ, ਉੱਥੇ ਚਲੇ ਗਏ ਹੋਵੋ, ਤੇ ਲੋਕਾਂ ਦਾ ਤਾਂ ਅੰਗ ਪੈਰ ਜੁੜ ਜਾਂਦਾ, ਤੁਹਾਡੀ ਤਾਂ ਲੱਤ ਪੈਰ ਉੱਥੇ ਰਹਿ ਜਾਂਦਾ। ਮਿਲਣਾ ਵੀ ਹੈ ਨਹੀਂ ਮਿਲਣਾ ਵੀ ਹੈ ਨਹੀਂ, ਕਿਉਂਕਿ ਕੋਈ ਇਹ ਜਿਹੇ ਪਤਲੇ ਪਤਲੇ ਸਾਈਜ਼ ਦੀਆਂ ਚੀਜ਼ਾਂ ਤਾਂ ਬਣ ਜਾਂਦੇ ਨੇ। ਤੁਹਾਡੇ ਸਾਈਜ਼ ਦੀ ਤਾਂ ਲੱਤ ਵੀ ਨਹੀਂ ਸੀ ਬਣਨੀ ਇੱਥੋਂ, ਕਿਤੇ ਡਾਕਟਰਾਂ ਨੂੰ ਲੱਤ ਵੀ ਨਹੀਂ ਸੀ ਲੱਭਣੀ। ਮੈਂ ਹੁਣੇ ਕੁੱਕਰ ਜਾ ਕੇ ਤੁਹਾਡੇ ਸਿਰ 'ਚ ਮਾਰਾਂ। ਇਹ ਤਾਂ ਸਪੈਸ਼ਲ ਲੈ ਕੇ ਆਇਆ ਮੈਂ। ਤੁਸੀਂ ਦੇਖ ਲਓ ਵੀ ਵਰਦੀਆਂ 'ਚੋਂ ਲੈ ਕੇ ਆਇਆ ਮੈਂ ਕੁੱਕਰ। ਮੈਨੂੰ ਲੱਗਦਾ ਘਰੇ ਪੁਰਾਣਾ ਪਿਆ ਹੋਣਾ। ਤੁਸੀਂ ਸੋਚਦੇ ਹੋਣੇ ਵਰਤੋਂ 'ਚ ਤਾਂ ਆਉਣਾ ਨਹੀਂ, ਮੈਂ ਗਿਫਟ ਹੀ ਕਰ ਦਵਾਂ। ਇਹ ਤੁਹਾਨੂੰ ਦੇਖਣ ਨੂੰ ਪੁਰਾਣਾ ਲੱਗਦਾ, ਪਰ ਇਹ ਹੈ ਨਵਾਂ ਹੀ ਆ। ਕਿਉਂਕਿ ਉਹ ਜਦੋਂ ਚੱਕਿਆ ਨਾ ਉੱਥੋਂ, ਜਿਹੜਾ ਬੰਦਾ ਭੇਜਿਆ ਸਪੈਸ਼ਲ ਵੀ ਭਾਈ ਕੁੱਕਰ ਲਿਆਉਣਾ ਉੱਥੋਂ, ਉਹਨੇ ਘੜੂਸਿਆ ਥੱਲੇ ਵਿਚਾਰਾ ਰਗੜ ਪੈ ਗਈ ਇਹਦੇ ਤੇ। ਤਾਂ ਇਹਦੇ ਲੈ ਕੇ ਫੰਗ ਜੇ ਉਹਨਾਂ ਨੇ ਤਾਂ ਕੋਈ ਉਧਰੋਂ ਖਿੱਚਦਾ ਸੀ, ਕੋਈ ਉਧਰੋਂ ਖਿੱਚਦਾ ਸੀ। ਤਾਂ ਮੈਂ ਤਾਂ ਜਿੰਨੇ ਵੇਲੇ ਲਿਆਂਦਾ ਵੀ ਬਚਾ ਕੇ ਆ ਗਿਆ। ਤੁਸੀਂ ਸ਼ੁਕਰ ਕਰੋ ਵੀ ਆ ਗਿਆ, ਇੱਥੇ ਪਹੁੰਚ ਗਿਆ। ਤਾਂ ਸਕ੍ਰੈਚ ਪੈ ਗਏ ਇਹਦੇ ਤੇ, ਕਿਉਂਕਿ ਇਹਨੂੰ 15 ਚਿੰਬੜੇ ਹੋਏ ਸੀ। ਇਸ ਕੁੱਕਰ ਨੇ ਤਾਂ ਪੂਰੀ ਦੁਨੀਆ 'ਚ ਮਿੱਟੀ ਪੰਜਾਬੀਆਂ ਦੀ ਪੱਟ ਕੇ ਰੱਖ ਦਿੱਤੀ। ਸੱਚੀ 15 ਮੇਰਾ ਤਾਂ ਨਾ ਸਾਗ ਖਾਣ ਨੂੰ ਜੀ ਕਰਦਾ, ਹੁਣ ਤਾਂ ਮੇਰਾ ਕੁੱਕਰ ਵੀ ਸਿੱਟਣ ਨੂੰ ਜੀ ਕਰਦਾ ਵੀ ਇਹਨੂੰ ਬਾਹਰ ਮਾਰਾਂ ਚੁੱਕ ਕੇ। 15 ਬੰਦੇ ਨੂੰ ਚਿੰਬੜੇ ਹੋਏ ਸੀ। ਤੁਸੀਂ ਦੇਖ ਲਓ ਵੀ ਇਹਦਾ ਬਚਣਾ ਕੀ, ਸਕ੍ਰੈਚ ਕਿੰਨੇ ਪੈ ਗਏ।
ਕੋਈ ਉਧਰੋਂ ਖਿੱਚਦਾ ਸੀ, ਕੋਈ ਉਧਰੋਂ ਖਿੱਚ, ਹਾਏ ਵੇ ਭਾਈ ਮੇਰੀ ਬਾਲੀ ਰਹਿ ਗਈ, ਹਾਏ ਵੇ ਭਾਈ ਵੇ ਤੇਰੀ ਮਿਹਨਤ ਕਰਦਾ, ਮੇਰੀ ਚੁੰਨੀ ਰਹਿ ਗਈ, ਵੇ ਵੀਰਾ ਮੇਰੀ ਚੁੰਨੀ ਰਹਿ ਗਈ, ਮਿਹਨਤ ਕਰਦਾ। ਬੜਾ ਕੁਝ ਹੋਇਆ ਜੀ ਉੱਥੇ ਤਾਂ, ਕਿਆ ਬਾਤਾਂ ਨੇ। ਰਫਤਾਰ ਜੀ ਮੈਨੂੰ ਅੱਜ ਬੜੀ ਹੈਰਾਨੀ ਹੋਈ, ਅੱਜ ਮੈਨੂੰ ਰਫਤਾਰ ਜੀ ਦਾ ਸਵੇਰੇ ਫੋਨ ਆਇਆ, ਮੈਨੂੰ ਕਹਿੰਦੇ ਕਿ ਤੁਸੀਂ ਅੱਜ ਸ਼ੋਅ ਲਈ ਕੋਈ ਹੋਮਵਰਕ ਨਹੀਂ ਕਰਨਾ, ਕੋਈ ਖਬਰ ਨਹੀਂ ਲਿਆਉਣੀ, ਅੱਜ ਮੈਂ ਬੜਾ ਘੈਂਟ ਸ਼ੋਅ ਤਿਆਰ ਕੀਤਾ ਸੀ। ਆਹ ਤਿਆਰ ਕੀਤਾ ਸੀ, ਇਹ ਤਿਆਰ ਕੀਤਾ, ਇਹ ਮਿਹਨਤ ਆ। ਇੱਕ ਤਾਂ ਆਪਾਂ ਹੁੰਦੇ ਆ ਨਾ ਵੀ ਕੋਈ ਚੀਜ਼ ਪੈਸੇ ਨਾਲ ਖਰੀਦੀ ਜਾਂਦੀ ਹੁੰਦੀ ਹੈ, ਇਹ ਚੀਜ਼ ਜਿਹੜੀ ਆ ਇਹ ਮਿਹਨਤ ਨਾਲ ਖਰੀਦੀ ਗਈ ਆ। ਮਿਹਨਤ ਨਾਲ ਕਿਵੇਂ ਖਰੀਦੀ ਗਈ? ਹੁਣ ਮਿਹਨਤ ਨਾਲ ਇਹ ਆ ਵੀ ਇਹ ਵਰਦੀਆਂ 'ਚ ਗਿਆ ਮੈਂ, ਜਿੱਥੇ ਡਾਂਗਾ ਵੀ ਪੈਂਦੀਆਂ, ਜਿੱਥੇ ਧੱਕੇ ਵੀ ਵੱਜਦੇ ਸੀ, ਕਰੋਨਾ ਹੋ ਸਕਦਾ ਸੀ, ਧੱਕੇ ਮਾਰਦੇ ਸੀ, ਚੈਨੀਆਂ ਵੀ ਹੋ ਸਕਦੀਆਂ ਸੀਗੀਆਂ। ਮੈਂ ਤਾਂ ਪੁਰਾਣੇ ਕੱਪੜੇ ਪਾ ਕੇ ਗਿਆ ਵੀ ਐ ਪਾਟ ਜਾਣ, ਕੁਝ ਨਹੀਂ ਹੁੰਦਾ, ਵੀ ਆ ਲੈ ਕੇ ਹੀ ਆਉਣਾ ਕੁੱਕਰ, ਚਾਹੇ ਜੋ ਮਰਜ਼ੀ ਹੋ ਜੇ। ਯਾਨੀ ਮੇਰੇ ਲਈ ਗਿਫਟ ਲਿਆਂਦਾ, ਉਹ ਵੀ ਫ੍ਰੀ ਦਾ ਲਿਆਂਦਾ। ਜੀ ਜੀ ਜੀ, ਇਹ ਫ੍ਰੀ ਦਾ ਨਾ ਕਹੋ, ਇਹ ਜੇ ਇਹ $40 ਦਾ ਨਾ ਤਾਂ ਇਹਨੂੰ ਤੁਸੀਂ ਮੰਨੋ ਵੀ ਇਹ 500 ਚ ਪਿਆ। ਜਿਹੜੇ ਹਿਸਾਬ ਨਾਲ ਉਹਨਾਂ ਦੀ ਮੈਂ ਸ਼ਰਮਿੰਦਗੀ ਦਾ ਸਾਹਮਣਾ ਕੀਤਾ ਨਾ, ਉਹ ਮੈਨੂੰ ਹੀ ਪਤਾ ਜੀ। ਉੱਥੇ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਹੋਇਆ ਸੀਗਾ ਵੀਕਐਂਡ ਤੇ ਕੈਲਗਰੀ ਦੇ ਵਿੱਚ। ਸੋ ਉੱਥੋਂ ਇਹ ਕੁੱਕਰ ਹੈ ਸਪੈਸ਼ਲ ਤੁਹਾਡੇ ਵਾਸਤੇ ਗਿਫਟ ਆ। ਇਹਨੂੰ ਤੁਸੀਂ ਨਾ ਰੱਖੋਗੇ, ਜਦੋਂ ਅੱਜ ਤੋਂ 20 ਸਾਲਾਂ ਨੂੰ ਕਹੋਗੇ ਬੱਚਿਆਂ ਨੂੰ ਵੀ ਭਾਈ ਜਦੋਂ ਕੈਲਗਰੀ ਦੇ ਵਿੱਚ ਆਏ ਹੋਇਆ ਸੀ ਵੀ ਉੱਥੋਂ ਕੁੱਕਰ ਲਿਆਂਦਾ ਸੀ, ਇਹਨੂੰ ਤੁਸੀਂ ਮਹਿੰਗਾ ਵੇਚ ਸਕਦੇ। ਹਾਂ ਵੀ ਇਹ ਕਾ ਮੈਂ ਨਾ ਆਪਣੇ ਮੁੰਡੇ ਦੇ ਵਿਆਹ 'ਚ ਉਹ ਮੈਂ ਇਹਨੂੰ ਰੱਖੂੰਗੀ ਵੀ ਆ ਮਾਮੇ ਵਾਲੋਂ ਨਾਨਕੀ ਸ਼ਾਕੇ 'ਚ ਕੁੱਕਰ ਆਇਆ, ਬੜਾ ਕੀਮਤੀ ਕੁੱਕਰ ਆ, ਇਹ ਪੀੜੀ ਦਰ ਪੀੜੀ ਚੱਲੂਗਾ। ਤੁਸੀਂ ਨਮਾਜ਼ ਵੀ ਲਾਵੋਗੇ ਨਾ, ਜਿਹਨੂੰ ਨਮਾਜ਼ 'ਚ ਵੀ ਪਤਾ ਨਹੀਂ ਕਿੰਨਾ ਕੁ ਮਹਿੰਗਾ ਵਿਕੂਗਾ ਇਹ, ਐਂਟੀਕ ਆ ਜੀ ਇਹ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪਤੀਲਾ ਭੈਣ ਜੀ ਪੁਰਾਣਾ ਆਇਆ, ਜੇ ਦੇਣਾ ਹੁੰਦਾ ਤਾਂ ਨਵਾਂ ਦਿੰਦਾ। ਇਹ ਹੈਗਾ ਨਵਾਂ ਹੀ ਆ ਜੀ। ਜਦੋਂ ਉੱਥੇ ਮੈਂ ਖਿੱਚ ਤੂ ਕਰੀ, ਉਹ ਤਾਂ ਰਗੜ ਥੱਲੇ ਵਿਚਾਰਾ ਰਗੜਿਆਗਾ, ਕਿਤੇ ਡਿੱਗ ਪਿਆ, ਮਸਾਂ ਚੱਕਿਆ। ਹੈਗਾ ਹੀ ਪੁਰਾਣਾ, ਨਵਾਂ ਦਾ ਇਹਨੂੰ ਕਿਹੜਾ ਕਹਿ ਦਊਗਾ ਪੁਰਾਣਾ ਆ। ਮੈਂ ਤਾਂ ਨਵਾਂ ਲਿਆ, ਨਵਾਂ ਲੈ ਕੇ ਦਿੰਦਾ ਸਟੋਰ ਤੋਂ। ਮੇਰੇ ਨਾਲ ਫਿਰ ਸਟੋਰ ਵਾਲੇ ਧੋਖਾ ਕਰ ਗਏ ਜੀ, ਮੈਨੂੰ ਲੱਗਦਾ। ਮੈਨੂੰ ਦੁਬਾਰਾ ਜਾਣਾ ਪਊ ਉੱਥੇ ਜਦੋਂ ਦੁਬਾਰਾ ਸੇਲ ਲੱਗੂਗੀ ਜੀ। ਹੈ ਥੈਂਕ ਯੂ ਜੀ ਫੋਨ ਪੁਰਾਣਾ। ਤੁਸੀਂ ਕਦੇ ਸੇਲ 'ਚ ਗਏ ਹੋ ਜੀ? ਤੁਸੀਂ ਸੇਲ 'ਚ ਗਏ ਹੋ ਕਦੇ? ਨਹੀਂ, ਅਸੀਂ ਤਾਂ ਕਦੇ ਗਏ ਨਹੀਂ ਸੇਲ ਵਿੱਚ। ਉਹ ਚਲੋ ਵਧੀਆ ਜੀ, ਜਾਣਾ ਵੀ ਨਹੀਂ ਚਾਹੀਦਾ। ਹਾਂ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ, ਬਾਏ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਵਤਾਰ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਭਾਜੀ ਭੈਣ ਜੀ ਉਹਨਾਂ ਨੂੰ ਦੱਸ ਦਿਓ ਵੀ ਉੱਥੇ ਇੰਡੀਆ ਵੀ ਬੁੜੀਆਂ ਤੌੜੀ ਜਦੋਂ ਲਾਉਂਦੀਆਂ ਸੀ, ਪਹਿਲਾਂ ਸਿੱਧਾ ਹੀ ਨਹੀਂ ਧਰਦੀਆਂ ਸੀਗੀਆਂ, ਉਹਦੇ 'ਚ ਵੀ ਤੇਲ ਦਾ ਤੜਕਾ ਲਾ ਕੇ ਪਹਿਲਾਂ ਤਿਆਰ ਕਰਦੀਆਂ ਸੀ ਤੌੜੀ ਨੂੰ ਉਹਨੂੰ। ਹਾਂ, ਆ ਕੀਤਾ ਤੁਸੀਂ ਗੱਲ, ਲੱਖ ਰੁਪਏ ਦੀ ਤਿਆਰ ਕਰਿਆ ਹੋਇਆ। ਬਿਲਕੁਲ ਸਹੀ ਕਿਹਾ ਜੀ ਤੁਸੀਂ। ਹਾਂ ਬਈ ਇਹ ਲੱਗਿਆ ਹੋਇਆ ਵਾ ਭਾਂਡਾ। ਮੈਂ ਟੋਰਾਂਟੋ ਤੋਂ ਬੋਲਦਾ ਸੀਗਾ, ਮੈਂ ਵੀ ਦੇਖ ਲਿਆ, ਸੁਣ ਲਿਆ, ਕਈ ਦਿਨ ਹੋ ਗਏ ਰੌਲਾ ਪੈਂਦੇ ਨੂੰ ਇੱਥੋਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਸੇਲ 'ਚ ਜਾਂਦੇ ਹੁੰਦੇ ਜੀ? ਤੁਸੀਂ ਗਏ ਹੋ ਕਦੇ ਸੇਲ 'ਚ? ਜੇਲ੍ਹ 'ਚ ਜੀ? ਨਹੀਂ ਨਾ, ਸੇਲ ਕਿਤੇ ਲੱਗੀ ਹੋਵੇ? ਸੇਲ ਤੇ ਭਾਜੀ ਨਹੀਂ ਇਹੋ ਜੀ ਸੇਲ ਨਹੀਂ ਦੇਖੀ। ਚਲੋ ਯਾਦ ਰਹੂਗੀ ਜੀ, ਇਹ ਯਾਦ ਰਹੂਗੀ। ਜੀ 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 ਬਿਲਕੁਲ। ਥੈਂਕ ਯੂ ਭਾਜੀ, ਥੈਂਕ ਯੂ ਜੀ। ਓਕੇ ਭਾਜੀ, ਓਕੇ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ। ਹਾਈ, ਹਾਊ ਆਰ ਯੂ? I'm fine. I love you. I love you too, ਪੁੱਤ। I miss you. I miss you. Okay, I'll see you later. Say hi to Raftar Chacha. Hello, Butter. ਹੈਲੋ ਪੁੱਤ, ਬਤਾਰ ਬਤਾਰ ਚਾਚੇ ਨੂੰ ਹੈਲੋ ਕਰੋ ਪੁੱਤ। Hi. ਹਾਈ ਪੁੱਤ, ਹੈਲੋ। Butter. Love you. See you later. Bye. 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 ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਟੀਵੀ ਤੋਂ ਆਪਣੇ ਸਾਈਡ ਤੇ ਹੋ ਕੇ ਗੱਲ ਕਰੋਗੇ ਜੀ? ਟੀਵੀ ਤੋਂ ਥੋੜੇ ਜਿਹਾ ਸਾਈਡ ਤੇ ਹੋ ਜਾਓ ਜੀ, ਬੈਕ ਆਵਾਜ਼ ਆ ਰਹੀ ਹੈ ਸਾਨੂੰ। ਹਾਂਜੀ 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 ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਉੱਚੀ ਬੋਲੋ ਮਾੜਾ ਜਿਹਾ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਕੁੱਕਰ ਤਾਂ ਬਹੁਤ ਵਧੀਆ, ਮੇਰੇ ਕੋ ਵੀ ਹੈਗਾ ਇੱਕ, ਉਹ ਵੀ ਲੈ ਜਾਂਦਾ ਹੈ। ਅੱਛਾ, ਹੈਗਾ ਜੀ ਤੁਹਾਡੇ ਕੋਲੇ? ਹਾਂਜੀ ਹੈਗਾ ਪੁੱਤ, ਮੇਰੇ ਕੋ 20 ਸਾਲ ਪੁਰਾਣਾ। ਕੀ ਬਾਤ ਹੈ ਜੀ। ਮੈਨੂੰ ਐਡਰੈਸ ਸੈਂਡ ਕਰ ਦਿਓ, ਆਪਾਂ ਜ਼ਰੂਰ ਲੈ ਕੇ ਜਾਵਾਂਗੇ ਜੀ। ਨਹੀਂ ਤਾਂ ਬਹੁਤ ਡਿਮਾਂਡ ਇਹਨਾਂ ਪਿੱਛੇ ਤਾਂ ਲੋਕ ਆਪਦੀਆਂ ਬਾਲੀਆਂ ਖੋਇਆ ਹੈ ਜੀ। ਹਲੇ ਤਾਂ ਮੈਨੂੰ ਉਹਦੀ ਬਹੁਤ ਲੋੜ ਆ, ਬਹੁਤ ਸਾਂਭ ਕੇ ਰੱਖਿਆ ਆ। ਲੋਕਾਂ ਨੇ ਆਪਦੀਆਂ, ਤੁਸੀਂ $1000 ਦੀਆਂ ਬਾਲੀਆਂ ਸੱਟੀਆਂ ਹੁੰਦੀਆਂ ਉੱਥੇ। ਅੱਛਾ ਅੱਛਾ। ਇਹਦੇ ਪਿੱਛੇ ਕੁੱਕਰ ਪਿੱਛੇ ਜੀ ਇੰਨਾ ਕੀਮਤੀ ਹੈ। ਮੈਂ ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਤਾਂ, ਦੇਖਦੀ ਆ ਬੈਠੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਭੈਣੇ। ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਮੇਰਾ ਵੀਰਾ ਇੰਨਾ ਵਧੀਆ ਕੁੱਕਰ ਲੈ ਗਿਆ ਖਿੱਚ ਧੂ ਕੇ, ਇਹਦਾ ਤੁਹਾਨੂੰ ਸਵਾਗਤ ਕਰਨਾ ਚਾਹੀਦਾ। ਕੀ ਬਾਤ ਹੈ। ਮੈਂ ਜੀ ਸਾਗ ਰਿੰਨ ਕੇ ਲਿਆਉਣਾ, ਹੁਣ ਕੋਈ ਸਾਗ ਵੀ ਫੜਾ ਜੋ ਆ ਕੇ। ਸਾਗ ਸੂਗ ਨਹੀਂ, ਉਹ ਤਾਂ ਕਰੋਨਾ ਵਾਸਤੇ ਲੈ ਜੇ, ਕਰੋਨਾ ਤੇ ਇਹ ਖਿੱਚ ਧੂ ਕੇ ਵਿਚਾਰਾ ਲੈ ਆ, ਉਹਦਾ ਤੁਹਾਨੂੰ ਧੰਨਵਾਦ ਕਰਨਾ ਚਾਹੀਦਾ। ਜੀ ਜੀ ਹਾਂ। ਐਡੀ ਬਹਾਦਰ ਕੌਮ ਸਿੱਖ ਜਿਹੜੀ ਹੇਠ ਉੱਤੇ ਹੋਈ ਫਿਰਦੀ ਉੱਥੇ, ਤੇ ਮੈਨੂੰ ਤਾਂ ਸ਼ਰਮ ਵੀ ਨਹੀਂ ਆਉਂਦੀ ਸੀ, ਹਾਸਾ ਵੀ ਆਈ ਜਾਂਦਾ ਸੀ। ਪਰ ਐਡੀ ਬਹਾਦਰ ਕੌਮ ਆ ਜਿਹੜੀ 20 ਕੁੱਕਰਾਂ ਵਾਸਤੇ ਲੜੀ ਜਾਂਦੀ ਸੀ ਉੱਥੇ। ਬਿਲਕੁਲ ਜੀ। ਇਹ ਤਾਂ ਬਹਾਦਰ ਮੁੰਡਾ ਜਿਹੜਾ ਖਿੱਚ ਧੂ ਕੇ ਤੁਹਾਨੂੰ ਕੁੱਕਰ ਦੇ ਗਿਆ। ਬਿਲਕੁਲ ਜੀ, ਜਿਗਰਾ ਆ ਇਸ ਮੁੰਡੇ ਦਾ। ਦੇਖੋ ਖਿੱਚ ਧੂ ਕੇ ਕੁੱਕਰ ਤਾਂ ਲੈ ਆ, ਕੁੱਕਰ ਚਾਹੇ ਸਕ੍ਰੈਚ, ਕਈ ਚੋਰੀ ਕਰਕੇ ਭੱਜ ਗਏ, ਉੱਥੇ ਵੀਡੀਓ ਬਣੀਆਂ ਹੋਈਆਂ। ਚਾਹੇ ਸਕ੍ਰੈਚ ਪੈ ਗਏ ਜੀ, ਮੈਂ ਕੁੱਕਰ ਛੱਡਿਆ ਨਹੀਂ। ਸਕ੍ਰੈਚ ਨਹੀਂ ਵੀਰੇ, ਤੂੰ ਤਾਂ ਬਹਾਦਰ ਆ ਸਾਡਾ, ਜਿਹੜਾ ਭੈਣ ਵਾਸਤੇ ਲੈ ਕੇ ਆਇਆ ਕੁੱਕਰ। ਚੜ੍ਹਦੀ ਕਲਾ ਚ ਰਹਿ, ਆਈ ਖਿੱਚ ਧੂ ਕੇ ਲਿਆਇਆ ਕਰ। ਥੈਂਕ ਯੂ ਜੀ, ਇਹ ਬਹਾਦਰ ਕੌਮ ਸਿੱਖਾਂ ਦੀ ਜਿਹੜੇ 20 ਕੁੱਕਰ ਡਾਲਰ ਵਿੱਚ ਕੁੱਕਰਾਂ ਦੀ ਖਿੱਚ ਧੂ ਕਰਦੇ, ਕਰੋਨਾ ਦੀ ਕੋਈ ਕੇਅਰ ਨਹੀਂ। ਬਿਲਕੁਲ ਜੀ, ਬਿਲਕੁਲ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਲੱਗਦਾ ਹੁਣ ਕੈਨੇਡਾ ਦੀਆਂ ਮਸ਼ਹੂਰੀਆਂ ਸੁਣ ਕੇ ਸਰੋਂ ਦਾ ਸਾਗ ਕੁੱਕਰ ਵਿੱਚ ਪਾ ਕੇ ਖਾਣ ਨੂੰ ਮੈਨੂੰ ਲੱਗਦਾ ਜੀ ਇਹ ਕੁੱਕਰ ਦੀ ਵਿਚਾਰੇ ਦੀ ਪੁੱਛਗਿੱਛ ਹੈ ਨਹੀਂ ਸੀ, ਹੁਣ ਬੀਬੀਆਂ ਨੇ ਕਿਤੇ ਖੂੰਜਿਆਂ ਚ ਲਾਏ ਸੀ ਇੰਡੀਆ ਤੋਂ ਲਿਆ ਕੇ, ਤੇ ਹੁਣ ਵਿਚਾਰਿਆਂ ਦੀ ਫੇਰ ਪੁੱਛਗਿੱਛ ਹੋ ਗਈ। ਹਾਂਜੀ ਹਾਂਜੀ, ਮੈਨੂੰ ਯਾਦ ਆ ਗਿਆ ਦੇਖ ਕੇ ਸੋਸ਼ਲ ਮੀਡੀਆ ਤੇ। ਮੇਰਾ ਬੇਟਾ ਛੋਟਾ ਜਿਹਾ ਸੀ ਜੀ, ਅਸੀਂ ਸਿਰਫ ਇੱਕੋ ਵਾਰੀ ਬਲੈਕ ਫਰਾਈਡੇ ਦੀ ਮੈਸੇਜ ਤੇ ਸੇਲ ਦੇਖਣ ਗਏ ਜੀ। ਮਾਈ ਗॉड, ਅਸੀਂ ਤਾਂ ਪਹਿਲੀ ਵਾਰੀ ਗਏ, ਸਾਨੂੰ ਤਾਂ ਕੁਝ ਪਤਾ ਨਾ ਲੱਗੇ, ਤੇ ਪਿੱਛੇ ਖੜੋ ਗਿਆ ਦੁਨੀਆ, ਭੱਜ ਭੱਜ ਕੇ ਸਾਡੇ ਜਾਂਦਿਆਂ ਤੇ ਲੋਕਾਂ ਨੇ ਰੇੜੀਆਂ ਭਰ ਲਈਆਂ ਅੰਦਰ। ਨਹੀਂ ਮੁੜ ਕੇ ਬਿਲਕੁਲ ਜੀ, ਬਹੁਤ ਮਾੜਾ ਹਾਲ ਹੁੰਦਾ ਹੈ। ਬਿਲਕੁਲ ਜੀ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅੱਛਾ ਰਫਤਾਰ ਜੀ, ਤੁਸੀਂ ਮੈਨੂੰ ਦੱਸੋ, ਤੁਸੀਂ ਸੇਲ 'ਚ ਗਏ, ਇੰਨਾ ਰਿਸਕ ਲਿਆ, ਕਰੋਨਾ ਚੱਲਦਾ ਸੀ ਇੰਨਾ, ਤੇ ਵੀ ਇੱਕ ਕੁੱਕਰ ਲਈ ਤੁਸੀਂ ਕੈਲਗਰੀ ਚਲੇ ਗਏ? ਆਹ ਕੁੱਕਰ ਲਈ ਨਹੀਂ ਗਿਆ, ਮੈਂ ਤਾਂ ਤੁਹਾਡੇ ਫਿਕਰ ਲਈ ਗਿਆ। ਮੈਨੂੰ ਆਏ ਸੀ ਵੀ ਤੁਸੀਂ ਨਾ ਚਲੇ ਜਾਵੋ, ਤੁਹਾਡੇ ਨਾਲ ਪਹਿਲਾਂ ਮੈਂ ਲਿਆ ਕੇ ਰੱਖ ਦੇਵਾਂ, ਕਿਤੇ ਨਾ ਹੋਵੇ ਤੁਸੀਂ ਮੇਰਾ ਤਾਂ ਅੰਗ ਪੈਰ ਮਿਲ ਵੀ ਜਾਓ, ਤੁਹਾਡਾ ਅੰਗ ਪੈਰ ਮਿਲਣਾ ਨਹੀਂ। ਉਹ ਜਿਹੜਾ ਕਹਿੰਦੇ ਕਿੱਥੋਂ ਮਿਲਣਾ, ਨਾਲ ਜਿਹੜੇ ਐਕਸਟਰਾ ਜਿਹੜੀ ਲੱਤ ਹੁੰਦੀ ਆ ਉਹ ਨਹੀਂ ਟੁੱਟ ਕੇ ਦੁਬਾਰਾ ਜੁੜਦੀ ਹੈ। ਨਾ ਕਿਸੇ ਦੀ ਟੁੱਟੇ ਨਾ ਉਹ ਮੈਨੂੰ ਲੱਤ ਲਾਉਣ ਹੋਰ, ਕਿਉਂਕਿ ਜੋ ਹੱਡ ਐ ਕਰਕੇ ਮੜਕ ਕੇ ਟੁੱਟ ਵੀ ਜਾਂਦਾ, ਪਹਿਲੀ ਗੱਲ ਤਾਂ ਟੁੱਟਣਾ ਨਹੀਂ ਸੀ, ਜੇ ਟੁੱਟ ਜਾਂਦਾ ਤਾਂ ਉਹ ਜੁੜਨਾ ਨਹੀਂ ਸੀ ਫਿਰ, ਕਿਉਂਕਿ ਨਿੱਕੀਆਂ ਹੱਡੀਆਂ ਜੁੜ ਜਾਂਦੀਆਂ ਨੇ, ਵੱਡਾ ਐਡਾ ਭੈਣ ਭਰਾ ਦਾ ਪਿਆਰ ਇੱਥੋਂ ਪਛਾਣ ਹੁੰਦਾ ਵੀ ਦੇਖ ਲਾ ਭਾਈ ਕਿੱਦਾਂ ਵਰਦੀਆਂ 'ਚ ਚਲੇ ਗਿਆ ਕਰੋਨਾ 'ਚ, ਭੈਣ ਦੀ ਸੇਫਟੀ ਨੂੰ ਦੇਖਦੇ। ਆਹ ਕਾਲ ਚੱਕੋ ਜੀ, ਆਹ ਕਾਲ ਤਾਂ ਜ਼ਰੂਰ ਚੱਕਣੀ ਹੈ। ਹਾਂਜੀ ਨੱਤ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੌਣ ਬੋਲਦਾ ਜੀ? ਨੱਤ ਬੋਲਦਾ ਸਰਦਾਰ। ਤੁਹਾਡੀ ਆਵਾਜ਼ ਨਹੀਂ ਆਉਂਦੀ ਜੀ, ਕੌਣ ਬੋਲਦੇ ਹੋ? ਉਹ ਨੱਤ ਬੋਲਦਾ। ਅੱਛਾ ਜੀ, ਹਾਂਜੀ ਨੱਤ ਸਾਹਿਬ, ਕੀ ਹਾਲ ਨੇ ਜੀ? ਬਹੁਤ ਵਧੀਆ। ਤੇ ਮੈਂ ਕੁੱਕਰ ਨੂੰ ਦੇਖ ਕੇ ਸਾਰੇ ਕਹਿੰਦੇ ਨੇ ਪੁਰਾਣਾ ਪੁਰਾਣਾ, ਪੁਰਾਣਾ ਨਹੀਂ ਹੈਗਾ, ਇਹ 'ਚ ਗੁਣ ਬਹੁਤ ਨੇ ਗਏ। ਬਿਲਕੁਲ ਬਿਲਕੁਲ ਜੀ, ਇਹ ਗੁਣ ਬਹੁਤ ਨੇ, ਬਹੁਤ ਗੁਣਕਾਰੀ ਹੈ ਜੀ ਇਹ। ਇਹਨੂੰ ਪਤਾ ਵੀ ਦਾਲ ਧਰਨੀ ਦਾ ਕਿੰਨੀਆਂ ਛਿਟੀਆਂ ਮਾਰਨੀਆਂ ਨੇ, ਗੋਭੀ ਬਣਾਉਣੇ ਦਾ ਕਿੰਨੀਆਂ ਮਾਰਨੀਆਂ ਨੇ, ਇਹਦਾ ਦਿਮਾਗ ਬੰਦੇ ਨਾਲ ਵੀ ਜ਼ਿਆਦਾ ਆ। ਇਹ ਸਾਰਾ ਕੁਝ ਜਾਣਕਾਰ ਹੈ ਕੁੱਕਰ ਦਾ ਜਿਹੜਾ। ਜੀ 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 ਜੀ, ਕੀ ਬਾਤ ਆ, ਤੁਸੀਂ ਕਰੀਏ ਕਮਾਲ ਦੀ ਗੱਲ ਹੁਣ। ਹੋਰ ਹੋਰ, ਥੈਂਕ ਯੂ ਜੀ। ਥੈਂਕ ਯੂ ਨੱਤ ਸਾਹਿਬ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਰਫਤਾਰ ਜੀ, ਤੁਸੀਂ ਸੇਲ 'ਚ ਚਲੋ, ਉਹਨਾਂ ਨੇ ਵੈਸੇ ਗੱਲ ਉਹਨਾਂ ਨੇ ਸਹੀ ਕਰੀ ਬਈ ਇਹਦਾ ਦਿਮਾਗ ਬਹੁਤ ਆ। ਬੁੜੀਆਂ ਸਬਜ਼ੀ ਬਣਾਉਣਗੇ ਆਲੂ ਗੋਭੀ ਦੀ, ਉਹਦੇ ਨਾਲ ਕੜਛੀ ਦੇ ਨਾਲ ਉਹਨੂੰ ਕੱਟ ਕੇ ਦੇਖਣੀਆਂ ਵੀ ਆਲੂ ਬਣ ਗਏ ਕਿ ਨਹੀਂ, ਦੇਖਦੇ ਨੇ ਤਾਂ ਨੱਪ ਕੇ ਜੀ ਦੇਖ ਦਿੰਦੇ ਆ, ਪਰ ਇਹਦੇ 'ਚ 3 ਸੀਟੀਆਂ ਵੱਜੀਆਂ ਸਮਝੋ ਬਣ ਗਈ ਸਬਜ਼ੀ। ਇਹਦਾ ਦਿਮਾਗ ਆ। ਤੁਹਾਨੂੰ ਕਿੱਦਾਂ ਪਤਾ ਵੀ 3 ਸੀਟੀਆਂ ਦੀ ਗੋਭੀ ਬਣ ਜਾਂਦੀ? ਪਤਾ ਹੀ ਹੈ ਮੈਨੂੰ, ਬਣਾਉਂਦੇ ਰਿਹਾ ਮੈਂ। ਪੁਆਇੰਟ ਟੂ ਬੀ ਨੋਟਡ। ਕਿਉਂਕਿ ਬੰਦੇ ਬੁੜੀਆਂ ਤਾਂ ਕੜਾਹੀ 'ਚ ਬਣਾ ਸਕਦੇ ਨੇ, ਬੰਦਿਆਂ ਨੂੰ ਤਾਂ ਆਹੀ ਆ ਬਸ ਵਿਚਾਰਾ, ਪਤਾ ਵੀ ਜੇ ਇਕੱਠਾ ਮੁੱਠਾ ਕਰਕੇ ਜੋ ਵੀ ਆ ਸੱਟ ਦੋ, ਜਦੋਂ ਸੀਟੀਆਂ ਵੱਜ ਗਈਆਂ ਬਣ ਗਿਆ ਜੀ। ਬਿਲਕੁਲ ਜੀ। ਤੇ ਅੱਛਾ ਫਿਰ ਥੋੜਾ ਜਿਹਾ ਹੋਰ ਦੱਸੋ, ਕਿਵੇਂ ਰਹੀ ਸੇਲ? ਕੁੱਕਰ ਹੀ ਲਿਆਂਦਾ, ਉਹਨਾਂ ਨੇ ਤਾਂ ਕੜਾਈਆਂ ਵੀ ਲਾਈਆਂ ਸੀ, ਪਤੀਲੇ ਵੀ ਲਾਏ ਸੀ। ਕੜਾਈਆਂ ਤੱਕ ਜਾਣ ਹੀ ਨਹੀਂ ਦਿੱਤਾ ਉਹਨਾਂ ਨੇ ਲੋਕਾਂ ਉਹਦਾ ਪਹਿਲਾਂ ਹੀ ਕਿਸਮਾਨ ਪੈ ਗਿਆ, ਇੰਨੀ ਜਨਤਾ, 100 ਕੜਾਈਆਂ। ਉਹਨਾਂ ਨੇ 100 ਫ੍ਰੀ ਪ੍ਰੈਸ਼ਰ ਕੁੱਕਰ ਲਾਏ ਸੀ, 100 ਕੜਾਈਆਂ ਸੀ, ਤੇ 100 ਮਿਲਕ ਪੈਨ ਸੀ। ਮਿਲਕ ਪੈਨ ਮਤਲਬ ਵੀ ਚਾਹ ਜਾਂ ਦੁੱਧ ਗਰਮ ਕਰਨ ਵਾਲਾ ਪਤੀਲਾ ਜੀ। ਉਹਨਾਂ ਦੀ ਸਕੀਮ ਵੈਸੇ ਗੁੱਡ ਸੀ, ਸਟੋਰ ਵਾਲਿਆਂ ਨੇ ਤੇ ਚੰਗਾ ਸੋਚਿਆ ਸੀ ਵੀ 300 ਪਰਿਵਾਰ 300 ਚੀਜ਼ ਫ੍ਰੀ ਦਵਾਂਗੇ, ਜਿਹਨੂੰ ਕੁੱਕਰ ਦੀ ਲੋੜ ਆ ਕੁੱਕਰ ਲੈ ਜੂ, ਜਿਹਨੇ ਕੜਾਈ 'ਚ ਸਬਜ਼ੀ ਬਣਾਉਣੀ ਕੜਾਈ ਲੈ ਜੂ, ਜਿਹੜਾ ਵਿਚਾਰਾ ਚਾਹ ਦਾ ਕੱਪ ਦੁੱਧ ਦਾ ਕੱਪ ਪੀਣ ਵਾਲਾ ਆ ਤੇ ਉਹ ਪਤੀਲਾ ਲੈ ਜੂਗਾ। ਉਹਨਾਂ ਨੇ ਤਾਂ ਸਹੀ ਸੋਚਿਆ ਸੀ, ਫ੍ਰੀ ਚੀਜ਼ ਦੇਣੀ ਬੜੀ ਔਖੀ ਆ। ਪਰ ਉਹਨਾਂ ਨੇ ਸੋਚਿਆ ਸੀ ਵੀ ਜਿਹੜਾ ਕੋਈ ਕੁੱਕਰ ਲੈਣਾ ਉਹ ਫ੍ਰੀ, ਉਹ 20-50 ਦੀ ਗਰੋਸਰੀ ਵੀ ਨਾਲ ਲੈ ਕੇ ਜਾਓ। ਪਰ ਆਪਣੇ ਬਾਹਲਾ ਕੱਬਾ ਸੁਭਾਅ ਚੱਕੀ ਫਿਰਦੇ ਨੇ ਵੀ ਜਿਹੜਾ ਕੁੱਕਰ ਲੈਣਾ ਉਹ ਸਾਗ ਤਾਂ ਲੈ ਕੇ ਜਾਊ। ਆਪਣੇ ਸਾਗ ਦਾ ਪਹਿਲਾਂ ਹੀ ਹੀਲਾ ਕਰੀ ਬੈਠੇ ਸੀ, ਉਹ ਤਾਂ ਪਹਿਲਾਂ ਹੀ ਤੋੜ ਕੇ ਉਹਨਾਂ ਨੇ ਫ੍ਰੀਜ ਕਰਕੇ ਰੱਖਿਆ ਸੀਗਾ। ਸਾਗ ਵੀ ਤਾਂ ਉੱਥੇ ਹੀ ਤੋੜਿਆ ਸੀ ਨਾ, ਤੇ ਉਹਨਾਂ ਨੇ ਪਹਿਲਾਂ ਹੀ ਹੀਲਾ ਕਰਕੇ ਰੱਖਿਆ ਹੋਇਆ ਸੀ। ਉਹਨਾਂ ਨੇ ਘਰਦਿਆਂ ਨੇ ਕਿਹਾ ਵੀ ਬੀਬੀ ਜਿਹੜਾ ਉੱਥੋਂ ਸਾਗ ਲਿਆਂਦਾ ਸੀ ਤੁਸੀਂ ਤੋੜ ਕੇ, ਜਿਹੜਾ ਚੋਰੀ ਲਿਆਂਦਾ ਸੀ ਵੀ ਉਹ ਖਰਾਬ ਹੋਈ ਜਾਂਦਾ, ਕੁੱਕਰ ਵੀ ਲਿਆਓ। ਉਹ ਬੀਬੀਆਂ ਕੁੱਕਰ ਲੈਣ ਗਈਆਂ ਸੀ ਉੱਥੇ। ਰਫਤਾਰ ਜੀ ਮੈਂ ਤਾਂ ਹੈਰਾਨ ਆ ਕਿ ਸ਼ੁਕਰ ਆ 2003 ਚ ਮੈਂ ਵਾਪਸ ਸਰੀ ਚ ਫੇਰ ਸ਼ਿਫਟ ਕਰ ਗਈ। ਜੇ ਮੈਂ ਉੱਥੇ ਰਹਿੰਦੀ ਹੁੰਦੀ ਤੁਸੀਂ ਤਾਂ ਮੇਰਾ ਜੀਣਾ ਹਰਾਮ ਕਰ ਦੇਣਾ ਸੀ। ਨਹੀਂ ਹੁਣ ਫੋਨ ਕਰਕੇ ਪਤਾ ਲੋਕ ਇੰਡੀਆ ਵਾਲੇ ਕਹਿੰਦੇ ਨੇ
ਕਿੱਦਾਂ ਫਿਰ ਕੁੱਕਰ ਵਾਲਿਓ, ਬੜੀ ਬੇਸ਼ਰਮੀ ਹੈ ਇਹਦੇ ਚ। ਕਾਲ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਵੀਰੇ? ਠੀਕ ਆ, ਬਹੁਤ ਵਧੀਆ ਜੀ। ਯਾਰ ਸਾਰਿਆਂ ਨੂੰ ਕੱਲ ਬਦਨਾਮ ਨਾ ਕਰੋ। ਨਹੀਂ, ਕੁਕਰਾ ਵਾਲਿਆਂ ਨੂੰ ਕਹਿੰਦੇ ਆ ਅਸੀਂ। ਮੈਂ ਤਾਂ ਖੁਦ ਕੈਲਗਰੀ ਚ ਰਹਿ ਕੇ ਆਈ ਆ ਜੀ। ਅਸੀਂ ਕੈਲਗਰੀ ਜਾਂਦੇ ਆ। ਮੇਰਾ ਵੀ ਕੈਲਗਰੀ ਹੋਮ ਟਾਊਨ ਸੀ ਜੀ, ਮੈਂ ਵੀ ਉੱਥੇ ਰਹੀ ਆ। ਪਰ ਸਾਨੂੰ ਇੰਡੀਆ ਤੋਂ ਜਿੰਨੇ ਵੀ ਫੋਨ ਆਉਂਦੇ ਨੇ ਉਹ ਫੋਨ ਕਰਕੇ ਕਹਿੰਦੇ ਤੁਸੀਂ ਕੈਲਗਰੀ ਚ ਰਹਿੰਦੇ ਹੋ। ਨਹੀਂ ਜੀ, ਅਸੀਂ ਸਰੀ ਚ ਰਹਿੰਦੇ ਹਾਂ। ਅੱਛਾ ਜੀ, ਕੈਲਗਰੀ ਕਿੰਨੀ ਕੁ ਦੂਰ ਆ ਤੁਹਾਡੇ ਤੋਂ? ਅਸੀਂ ਕਹਿੰਦੇ 10 ਕੁ ਘੰਟੇ ਲੱਗਦੇ ਆ। ਕਹਿੰਦੇ ਉੱਥੇ ਕੁੱਕਰ ਚ ਇਦਾਂ ਹੋਇਆ। ਉਹ ਬੜੇ ਫੋਨ ਆਉਂਦੇ ਆ ਜੀ ਇੰਡੀਆ ਤੋਂ। ਹਾਂਜੀ, ਇੰਡੀਆ ਤੋਂ ਵੀ ਮੈਨੂੰ ਬਹੁਤ ਆਏ ਨੇ, ਕਹਿੰਦੇ ਵੀ ਏਕਣ ਹੋਏ। ਕਹਿੰਦੇ ਕਿ ਤੁਸੀਂ ਗਏ ਸੀ? ਮੈਂ ਕਿਹਾ ਵੀ ਅਸੀਂ ਤਾਂ ਨਹੀਂ ਗਏ ਹੈਗੇ, ਅਸੀਂ ਤਾਂ ਰਹਿੰਦੇ ਸਾਊਥ ਈਸਟ। ਅੱਛਾ ਜੀ, ਅੱਛਾ। ਮੈਂ ਨਾਰਥ ਈਸਟ ਵਾਲੇ ਗਏ ਹੋਣੇ ਆ। ਜੀ ਜੀ ਬਿਲਕੁਲ ਜੀ, ਅਸੀਂ ਵੀ ਸਾਊਥ ਈਸਟ ਹੀ, ਮੈਂ ਵੀ ਰਹਿੰਦੀ ਰਹੀ ਆ, ਸੋ ਨਾਰਥ ਈਸਟ ਵਾਲੇ ਗਏ ਹੋਣੇ। ਆਹੋ ਵੀ ਜਿੱਧਰ ਜਿਹੜਾ ਕੁਝ ਹੋਵੇ। ਨਹੀਂ, ਅਸੀਂ ਤਾਂ ਗਏ ਹੀ ਨਹੀਂ ਉਧਰ, ਤਾਂ ਉਹ ਏਰੀਆ ਹੀ ਨਹੀਂ ਦੇਖਿਆ। ਨਾਲੇ ਅਸੀਂ ਜੀ ਚੈਸਟਮੇਰ ਵੱਲ ਨੂੰ ਰਹਿੰਦੇ ਸੀ। ਅਸੀਂ ਨਾਰਥ ਈਸਟ ਇੱਧਰ ਵੀ ਨਹੀਂ, ਸਾਊਥ ਈਸਟ ਵੀ ਨਹੀਂ ਰਹਿੰਦੇ ਸੀ। ਠੀਕ ਹੈ। ਹਾਂਜੀ, ਅਸੀਂ ਮੈਂ ਤਾਂ ਕੈਲਗਰੀ ਦਾ ਨਾਂ ਹੀ ਪਹਿਲੀ ਵਾਰੀ ਸੁਣਿਆ ਜੀ। ਚਲੋ ਓਕੇ, ਥੈਂਕ ਯੂ ਜੀ, ਥੈਂਕ ਯੂ। ਅੱਛਾ ਰਫਤਾਰ ਜੀ, ਇੱਕ ਕਵਿਤਾ ਆ ਜਿਹੜੀ ਬੜੀ ਦੂਰੋਂ ਆਈ ਆ, ਮੈਂ ਪੜ੍ਹ ਕੇ ਸੁਣਾਉਣਾ ਚਾਹੂੰਗੀ ਜੀ। ਕਹਿੰਦੇ ਬੜੇ ਕੈਲਗਰੀ ਯੂਕੇ ਤੋਂ ਆਈ ਆ। ਸੋ ਇੰਗਲੈਂਡੀਆਂ ਨੇ ਕਵਿਤਾ ਲਿਖੀ ਹੈਗੀ ਹੈ। ਕਹਿੰਦੇ ਬੜੇ ਫਸੇ। ਕਹਿੰਦੇ ਹੋਇਆ ਨਹੀਂ ਅਜੇ ਸਾਗ ਵਾਲਾ ਮਸਲਾ ਠੰਡਾ, ਸਸਤੇ ਕੁੱਕਰ ਕੜਾਈਆਂ ਲਈ ਨਾਲੇ ਗੰਢਾ। ਹੋਇਆ ਨਹੀਂ ਅਜੇ ਸਾਗ ਵਾਲਾ ਮਸਲਾ ਠੰਡਾ, ਸਸਤੇ ਕੁੱਕਰ ਕੜਾਈਆਂ ਲਈਏ ਨਾਲੇ ਗੰਢਾ, ਕਿਉਂਕਿ ਤੜਕਾ ਤਾਂ ਗੰਢੇ ਦਾ ਹੀ ਲੱਗਣਾ। ਕਹਿੰਦੇ ਸਟੋਰ ਖੁੱਲਿਆ ਨਵਾਂ, ਮੁਫਤ ਰੱਖੇ ਸਨ ਪਕੌੜੇ, ਲੈ ਕੇ ਗੱਡੀਆਂ ਟਰੱਕ ਪੰਜਾਬੀ ਦੂਰੋਂ ਦੂਰੋਂ ਦੌੜੇ। ਕਰੋਨੇ ਨੇ ਡਰਾਇਆ ਨਾ ਮੌਤ ਨੇ ਹਰਾਇਆ, ਪੁਲਿਸ ਨੇ ਬੰਦ ਕਰ ਸਟੋਰ ਇਹਨਾਂ ਨੂੰ ਭਜਾਇਆ। ਕਰ ਲੈ ਡੋਡੇ ਚੋਰੀ ਵੱਢ ਲਿਆ ਸਾਗ ਭਾਈ, ਰੱਜੀਆਂ ਰੂਹਾਂ ਕੈਨੇਡਾ ਅਮਰੀਕੇ ਬੇਇੱਜ਼ਤੀ ਕਰਾਈ। 10 ਸੈਂਟ ਸਸਤਾ ਹੋਵੇ ਦੁੱਧ, ਮੀਲਾਂ ਤੇਲ ਫੂਕ ਭੱਜਦੇ, 7 ਦਿਨ ਕੰਮ ਕਰਨ ਰੱਜੇ ਮੁਲਕਾਂ ਚ ਨਾ ਰੱਜਦੇ। ਸਹੀ ਗੱਲ। ਆਦਤਾਂ ਨਾ ਬਦਲਣ ਜਿੱਥੇ ਮਰਜੀ ਕਰਨ ਪ੍ਰਵਾਸ, ਵਾਰਸ ਸ਼ਾਹ ਪੈਜੂ ਝੂਠਾ ਸੁਣ ਲੋ ਭਾਈ ਆਮ ਤੇ ਖਾਸ। ਕੀ ਬਾਤ ਹੈ, ਕੀ ਬਾਤ। ਹਰ ਫੋੜ ਹੱਥ ਆਏ ਡੋਡੇ, ਸਾਗ ਕੂਕਰ ਕੜਾਈਆਂ, ਸਾਗ ਘੋਟਿਆ ਬਥੇਰਾ, ਸੀਟੀਆਂ ਕੂਕਰਾਂ ਵਜਾਈਆਂ। ਰੱਜੀ ਨਾ ਜੇ ਰੂਹ ਜਿੰਦਰ, ਆਕਰ ਅਮਰੀਕਾ ਕੈਨੇਡਾ, ਭੁੱਖ ਵਾਲਾ ਤੁਹਾਡਾ ਅੰਦਰੋਂ ਨਹੀਂ ਨਿਕਲਣਾ ਸਲੇਡਾ। ਕੀ ਬਾਤ ਹੈ, ਕੀ ਬਾਤ ਹੈ। ਇਹ ਜਿੰਦਰ ਸੰਘਾ ਹੁਣਾਂ ਨੇ ਲਿਖੀ ਆ ਤੇ ਬੜੀਆਂ ਫਨੀ ਕਵਿਤਾ ਲਿਆਦੇ। ਸਾਨੂੰ ਇੱਕ ਕਾਲਰ ਹੈ ਜੀ। ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਇਹ ਜਿਹੜਾ ਕੁੱਕਰ ਤੁਸੀਂ ਰੱਖਿਆ, ਇਹਨੂੰ ਹੁਣ ਤੁਸੀਂ ਮੜਾ ਕੇ ਰੱਖੋ ਇਹਨੂੰ ਚੰਗੀ ਤਰ੍ਹਾਂ। ਇਤਿਹਾਸਕ ਕੁੱਕਰ ਬਣ ਗਿਆ ਇਹ ਤਾਂ ਜੀ। ਜਦੋਂ ਗਾਂ ਬੱਚਿਆਂ ਦੇ ਬੱਚੇ ਗਾਂ ਸਾਰਿਆਂ ਨੂੰ ਅਸੀਂ ਸਹੁੰ ਪਾ ਕੇ ਜਾਵਾਂਗੇ, ਤੁਸੀਂ ਕਿਸੇ ਨੇ ਵੇਚਣਾ ਨਹੀਂ, ਇਹ ਬਸ ਇਹਨੂੰ ਨਮਾਇਸ਼ ਚ ਹੀ ਰੱਖਣਾ ਬਸ। ਤੁਹਾਡੀ ਸਾਗ ਵਾਲੀ ਪੰਡ ਕਿੱਥੇ? ਸਾਗ ਉਹ ਕੱਟ ਕੇ ਫ੍ਰੀਜ ਕਰਕੇ ਰੱਖਿਆ ਜੀ। ਅੱਛਾ ਹਾਂਜੀ, ਉਹਦੇ ਵਾਸਤੇ ਕੁੱਕਰ ਦੀ ਲੋੜ ਸੀ, ਤਾਂ ਹੀ ਲਿਆਂਦਾ ਜੀ। ਕਵਿਤਾ ਜਿਹੜੀ ਤੁਸੀਂ ਸੁਣਾਈ ਹਰਜਿੰਦਰ ਸੰਘਾ ਟੋਰਾਂਟੋ ਤੋਂ ਆ, ਟਰੱਕ ਡਰਾਈਵਰ। ਅੱਛਾ ਜੀ, ਪਰ ਮੈਨੂੰ ਇਹੋ ਜੀ ਘੁੰਮ ਘਮਾ ਕੇ ਯੂਕੇ ਤੋਂ ਪਹੁੰਚੀ ਸੀਗੀ। ਹਾਂਜੀ ਪਰ ਥੈਂਕ ਯੂ ਹਰਜਿੰਦਰ ਸੰਘਾ ਹੁਣਾਂ ਨੇ ਟੋਰਾਂਟੋ ਤੋਂ ਲਿਖੀ ਆ। ਮੈਂ ਕਿਹਾ ਕਿਤੇ ਕੈਲਗਰੀ ਤੋਂ ਨਾ ਲਿਖੀ। ਤੁਹਾਡੇ ਕੁੱਕਰ ਹੈਗਾ ਜੀ? ਸਾਡੇ ਕੋਲ ਹੈਗੇ, ਪਰ ਅਸੀਂ ਕਦੀ ਵਰਤਿਆ ਨਹੀਂ। ਨਹੀਂ, ਤੁਸੀਂ ਸੇਲ ਚੋਂ ਲਿਆਂਦਾ ਸੀਗਾ ਜੀ ਕਿ ਇੰਡੀਆ ਤੋਂ ਲਿਆਂਦਾ ਸੀ? ਨਹੀਂ ਜੀ, ਅਸੀਂ ਫੁੱਲ ਪ੍ਰਾਈਸ ਪੇ ਕਰਕੇ ਲਿਆਂਦਾ ਸੀ। ਚਲੋ ਬਹੁਤ ਵਧੀਆ। ਵਧੀਆ। ਕਿੰਨੇ ਕ ਦਾ ਹੁੰਦਾ ਵੈਸੇ ਜੀ ਇਹ ਕੁੱਕਰ? ਕਿੰਨੇ ਕ ਦਾ ਆਉਂਦਾ ਉਦਾਂ? ਮੈਂ ਕਦੇ ਖਰੀਦਿਆ ਨਹੀਂ। ਮੈਨੂੰ ਲੱਗਦਾ ਇਹ 60-65 ਡਾਲਰ ਦਾ ਮੇਰੇ ਕੋਲ ਤਾਂ ਜਿਹੜਾ। ਅੱਛਾ, ਜਿਨ੍ਹਾਂ ਦੀਆਂ $1000 ਦੀਆਂ ਬਾਲੀਆਂ ਖੋ ਗਈਆਂ ਜੀ, ਉਹਨਾਂ ਨੂੰ ਤਾਂ ਬਹੁਤ ਮਹਿੰਗਾ ਪੈ ਗਿਆ ਹੋਊ। ਉਹ ਫਿਰ ਜਿੱਦਾਂ ਦੀਆਂ ਕਰਤੂਤਾਂ ਕਰਨੀਆਂ ਉਸ ਹਿਸਾਬ ਨਾਲ ਤਾਂ ਠੀਕ ਆ। ਵੇ ਵੀਰਾ ਦੇ ਦੇ, ਵੇ ਵੀਰਾ ਮੇਰੀ ਇੱਥੇ ਬਾਲੀ ਡੇਪੀ, ਵੇ ਵੀਰਾ ਆਏ, ਵੀਰਾ ਕਿੱਧਰ ਗਈ ਵੀਰਾ, ਮੇਰੀ ਬਾਲੀ ਡੇਪੀ। ਬਿਜਲੀਆਂ ਨੇ ਬੜਾ ਗਾਹ ਪਾਇਆ ਜੀ। ਵੀ ਹੁਣ ਬੀਬੀਆਂ ਨੂੰ ਅਕਲ ਆ ਜਾਊ ਵੀ ਅੱਗੇ ਤੋਂ ਇਦਾਂ ਜਾਣਾ ਨਹੀਂ ਕਿਤੇ ਸੇਲ ਤੇ। ਜੀ ਬਿਲਕੁਲ ਜੀ। ਹਨਾ, ਇੱਕ ਤਾਂ ਅਸੀਂ ਇੱਕ ਪਾਸੇ ਅਸੀਂ ਜੀ ਬੜੀ ਸਾਡੀ ਕੌਮ ਆ, ਅਸੀਂ ਦਾਨ ਪੁੰਨ ਕਰਦੇ ਆ ਕਿਤੇ ਅਸੀਂ, ਹਨਾ। ਤੇ ਜਦੋਂ ਇਦਾਂ ਦਾ ਫ੍ਰੀ ਦਾ ਸਮਾਨ ਆ ਜਾਂਦਾ ਫੇਰ ਕੀ ਕਹਿੰਦੇ ਹੁੰਦੇ ਆ, ਅਸੀਂ ਸਾਰਾ ਕੁਝ ਭੁੱਲ ਜਾਂਦੇ ਆ। ਜੀ 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 ਬਿਲਕੁਲ ਜੀ। ਕਰੋਨਾ ਦਾ ਵੀ ਕਿਸੇ ਨੇ ਨਹੀਂ ਦੇਖਿਆ ਕਿ ਕੋਈ ਸੋਸ਼ਲ ਡਿਸਟੈਂਸ ਨਹੀਂ ਸੀ। ਕਿੱਦਾਂ ਧੱਕੇ ਸਟੋਰ ਵਾਲਿਆਂ ਤੇ ਮੈਨੂੰ ਤਾਂ ਤਰਸ ਆਉਂਦਾ ਸੀ। ਉਹ ਸੈਨੀਟਾਈਜ਼ਰ ਲੈ ਕੇ ਖੜੇ ਸੀ ਵੀ ਦੇਣਾ ਕਿਹਨੂੰ ਸੀ, ਉਹ ਤਾਂ ਬੰਦੇ ਨੂੰ ਮਿੱਧ ਕੇ ਲੰਘਣ ਨੂੰ ਤਿਆਰ ਸੀ। ਮੈਨੂੰ ਲੱਗਦਾ ਉੱਥੇ ਚੋਰੀ ਵਗੈਰਾ ਵੀ ਹੋਈ ਹੈ ਲੋਕਾਂ ਨੇ। ਬਿਲਕੁਲ ਜੀ, ਇਹਦੀ ਵੀ ਗੱਲ ਕਰਾਂਗੇ। ਕਹਿੰਦੇ ਸਟੋਰ ਤੋਂ ਸਮਾਨ ਚੁੱਕ ਕੇ ਵੀ ਲੈ ਗਏ ਆ। ਪਰ ਇੱਕ ਮੈਂ ਬੀਬੀ ਦੇਖੀ ਕੁੱਕਰ ਲੈ ਕੇ ਭੱਜੀ ਜਾਂਦੀ। ਮੈਂ ਕਿਹਾ ਲਓ ਜੀ, ਇਹਨੂੰ ਤਾਂ ਲੱਭਿਆ ਜੀ।
ਹਾਂਜੀ ਉਹਨਾਂ ਨੇ ਉਹਨਾਂ ਦਾ ਮਤਲਬ ਤਵੇ ਵਗੈਰਾ ਜਿਹੜੇ ਸੀ ਮਹਿੰਗੇ ਉਹ ਵੀ ਚੱਕੇ ਆ। ਮੈਂ ਕਿਤੇ ਟਿਕਟੌਕ ਸੁਣੀ ਸੀ, ਆਈ ਥਿੰਕ ਰੈਡ ਐਫਐਮ ਦਾ ਕੋਈ ਹੋਸਟ ਸੀ, ਉਹ ਗੱਲ ਕਰ ਰਿਹਾ ਸੀ ਇਹਦੇ ਬਾਰੇ। ਜੀ ਅੱਛਾ ਜੀ ਕਾਫੀ ਕੁਝ ਹੈ ਜੀ। ਮੇਰੇ ਖਿਆਲ ਉੱਥੇ ਕਿਸੇ ਮੀਡੀਆ ਨੇ ਵੀ ਲਾਈਵ ਔਨ 에ਅਰ ਕੀਤਾ ਹੋਇਆ ਸੀਗਾ। ਹਾਂਜੀ 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 ਜੀ ਤਾਂ ਕਰਕੇ ਫਿਰ ਉਹ ਕਾਫੀ ਉਹ ਵੀਡੀਓ। ਹਾਂਜੀ ਜੀ ਜੇ ਦੇਖਿਆ ਜਾਵੇ ਤਾਂ ਕਿੰਨੀ ਸ਼ਰਮ ਵਾਲੀ ਗੱਲ ਆ। ਬਿਲਕੁਲ ਜੀ ਬਿਲਕੁਲ। ਥੈਂਕ ਯੂ ਜੀ ਸਾਨੂੰ ਫੋਨ ਕਰਨ ਲਈ, ਥੈਂਕ ਯੂ ਜੀ। ਜੀ ਵੈਸੇ ਟਾਂਡੀ ਮੰਗ ਤਾਂ ਠੀਕ ਹੀ ਕਹਿੰਦੇ। ਬਿਲਕੁਲ ਜੀ, ਜਦੋਂ ਇਦਾਂ ਦਾ ਕੁਝ ਹੁੰਦਾ ਫਿਰ ਜਦੀ ਟਾਂਡੀ ਮੰਗਦਾ ਆਪਾਂ ਨੂੰ, ਮੈਨੂੰ ਵੀ ਯਾਦ ਆਇਆ ਸੀ, ਮੈਂ ਕਿਹਾ ਵੀ ਬਾਕੀ ਸੱਚੀ ਗੱਲ ਕਰਦਾ ਹੁੰਦਾ। ਵਾਕਈ ਇਹਨਾਂ ਨੂੰ ਪੱਲ ਨਹੀਂ ਵੱਜਦੀ। ਜੀ ਸਹੀ ਗੱਲ ਹੈ। ਇਹ ਕਿਤੇ ਕੈਨੇਡਾ ਰਹਿਣ ਵਾਲੇ ਲੋਕ ਆ, ਟਾਂਡੀ ਮੰਗਦੇ ਦਾ ਡਾਇਲੌਗ ਆ। ਹਾਂਜੀ ਹਾਂਜੀ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਓਕੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਚਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ, ਰਫਤਾਰ ਨੱਤ ਬੋਲਦਾ। ਹਾਂਜੀ ਹਾਂਜੀ, ਕੀ ਹਾਲ ਚਾਲ? ਇਹ ਤੇਰਾ ਵੀਰ ਦੇਖ ਲਾ, ਮੈਂ ਕਿਹਾ ਰਫਤਾਰ ਹੱਸਿਆ ਨਹੀਂ, ਮੈਂ ਕਿਹਾ ਯਾਰ ਦੇਖੀ ਜਾਂਦਾ ਵੀ ਚਲੋ ਇਹਨੂੰ ਨੱਪਦਾ ਕਹਿ ਕਿ ਹਸਾ ਦਈਏ। ਜੀ ਜੀ ਜੀ, ਵਧੀਆ ਲੱਗਦਾ ਜੀ, ਉਹ ਬਹੁਤ ਵਧੀਆ ਅੰਦਾਜ਼ ਦੇ ਵਿੱਚ ਕਹਿੰਦੇ ਆ। ਚਲੋ ਥੈਂਕ ਯੂ ਭਾਜੀ। ਤੇ ਵੀਰੇ ਆ ਜਿਹੜਾ ਤੇ ਕੁੱਕਰ ਰੱਖਿਆ ਤੇਰੇ ਮੂਹਰੇ, ਇਹ ਸੀਟੀ ਵੱਜਦੀ ਹੈ ਕਿ ਨਹੀਂ? ਨਹੀਂ ਵੱਜਦੀ ਆ ਜੀ। ਹੈ ਇਹ ਹੁਣ ਤਵਾ ਹੈ ਨਹੀਂ ਤਾਂ ਤੁਹਾਨੂੰ ਆਪਾਂ ਦਿਖਾਉਂਦੇ ਹੁਣੀ ਤਜਰਬਾ ਕਰਕੇ। ਮੈਂ ਕਿਹਾ ਵੀ ਸੀਟੀ ਵੀ ਵੱਜਦੀ ਆ ਕਿਤੇ, ਉਦਾਂ ਤਾਂ ਨਹੀਂ ਡੁਪਲੀਕੇਟ ਤਾਂ ਨਹੀਂ ਇਹ? ਨਾ ਨਾ ਵੱਜਦੀ ਆ ਜੀ, ਸੀਟੀ ਪੂਰੀ ਵੱਜਦੀ ਆ। ਜਾਨ ਤੇ ਖੇਡ ਕੇ ਕੁੱਕਰ ਲੈ ਕੇ ਆਇਆ, ਨਕਲੀ ਕਿਵੇਂ ਹੋ ਸਕਦਾ ਜੀ? ਨਹੀਂ ਸਹੀ ਠੀਕ ਆ ਫਿਰ ਤਾਂ, ਸ਼ਾਬਾਸ਼ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਤੁਹਾਡਾ। ਓਕੇ ਬੜੀ ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹਾਦਰ ਵੀਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਜੀ। ਅਕਾਲ ਜੀ। ਬਸ ਪ੍ਰਾਊਡ ਟੂ ਬੀ ਕੈਨੇਡੀਅਨ ਜੀ, ਮਾਣਿਆ ਤੁਹਾਡੇ ਤੇ ਭਰਾਵੋ, ਚੜ੍ਹਦੀ ਕਲਾ ਰਵੋ, ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ, ਇਸੇ ਤਰ੍ਹਾਂ ਧੂਮ ਧੜਕਾ ਕਰਦੇ ਰਹੋ ਜੀ, ਸਾਡੀ ਸ਼ਾਨ ਉੱਚੀ ਕਰੋ, ਕੁੱਕਰ ਕੜਾਈਆਂ ਚੱਕਦੇ ਰਹੋ। ਵਾਸ਼ਾਂ ਖਿੜ ਜਾਂਦੀਆਂ ਆ ਜਦੋਂ ਤੁਹਾਡੇ ਕਾਰਨਾਮੇ ਸੁਣੀਦੇ ਆ, ਸੀਨਾ ਚੌੜਾ ਹੋ ਜਾਂਦਾ ਜੀ ਸਾਡਾ, ਬਾਗੋ ਬਾਗ ਹੋ ਜਾਈਦਾ ਜੀ। ਤੇ ਕਿਆ ਬਾਤ ਆ ਜੀ। ਜੀ ਤੇ ਅਸੀਂ ਚਾਹੁੰਦੇ ਹਾਂ ਅਸੀਂ ਵੀ ਅਮਰੀਕਾ ਵਾਲੇ ਵੀ ਤੁਹਾਡੇ ਨਕਸ਼ੇ ਕਦਮ ਤੁਰੀਏ, ਪਰ ਅਸੀਂ ਪਹੁੰਚਦੇ ਜਦੋਂ ਕੋਈ ਤਿਆਰੀ ਕਰਦੇ ਆ ਤੁਸੀਂ ਕੁੱਕਰ ਚੱਕ ਲਿਆਉਂਦੇ ਆ, ਕਦੇ ਤੁਸੀਂ ਸਾਗ ਤੋੜ ਲਏ, ਸਾਨੂੰ ਤਾਂ ਪਤਾ ਨਹੀਂ ਲੱਗਦਾ ਅਗਲਾ। ਬਸ ਤੁਹਾਡਾ ਵੀ ਨਹੀਂ ਅਮਰੀਕਾ ਵਾਲਿਆਂ ਦਾ ਚੱਲਿਆ ਵੀਰ ਮੇਰੇ, ਜੇ ਕਿਤੇ ਬਾਰਡਰ ਖੁੱਲੇ ਹੁੰਦੇ ਢਿੱਲ ਤੁਸੀਂ ਵੀ ਨਹੀਂ ਕਰਨੀ ਸੀ, ਤੁਸੀਂ ਵੀ ਰਿਸ਼ਤੇਦਾਰਾਂ ਨੂੰ ਕਹਿਣਾ ਇੱਕ ਅੱਧਾ ਹੋਰ ਚੱਕ ਲਿਓ। ਨਾ 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 ਜੀ, ਤੁਸੀਂ ਸਾਨੂੰ ਪਹੁੰਚਣ ਨਹੀਂ ਦੇਣਾ ਸੀ ਉੱਥੇ ਤੱਕ, ਤੁਸੀਂ ਤਾਂ ਸੈਟਲ ਕੋ ਤੁਹਾਡੇ ਜੋਗੇ ਛੱਡਣੇ ਹੀ ਕਹਿੰਦੇ ਸੀਗੇ। ਤੇ ਸ਼ੁਕਰ ਕਰੋ ਤੁਹਾਡੇ ਸਰਪੰਚ ਨੇ ਬਾਰਡਰ ਬੰਦ ਕੀਤੇ, ਸਾਡੇ ਵਾਲਿਆਂ ਦੇ ਪੂਰੇ ਪੈ ਗਏ। ਉਦਾਂ ਭੈਣ ਜੀ ਮਾਣ ਬਹੁਤ ਆ ਤੁਹਾਡੇ ਤੇ ਵੀ, ਤੁਸੀਂ ਬਹੁਤ ਵੱਡੇ ਵੱਡੇ ਮਾਰ ਕੇ ਮਾਰਦੇ ਹੋ। ਰੁਸਤਮੇ ਅਵਾਰਡ ਦੇਣਾ ਚਾਹੀਦਾ ਵੈਸੇ ਤੁਹਾਨੂੰ ਜੀ, ਕੈਨੇਡਾ ਵਾਲੇ। ਮੈਂ ਕਿਹਾ ਜੀ ਅਸੀਂ ਤਾਂ ਘੱਟ ਨਹੀਂ, ਅਸੀਂ ਦੇਖੋ ਕਿੱਡੇ ਕਿੱਡੇ ਕੰਮ ਕੀਤੇ, ਕਿੱਡੇ ਕਿੱਡੇ ਕਾਂਡ ਕਰੀਦੇ ਆ ਕੁੱਕਰਾਂ ਲਈ। ਅਸੀਂ ਤਾਂ ਉੱਥੇ ਕਰੋਨਾ ਤੱਕ ਤੋਂ ਨਹੀਂ ਡਰੇ। ਬਿਲਕੁਲ, ਦੇਖੋ ਜੀ ਮੇਰੀ ਮਾਤਾ ਨੇ ਬਾਰੀਆਂ ਆਪਣੀਆਂ ਗਵਾ ਲਈਆਂ $20 ਦੇ ਕੁੱਕਰ ਪਿੱਛੇ। ਉਸ ਮਾਤਾ ਦੇ ਸਿਦਕ ਨੂੰ ਸਲੂਟ ਆ ਜੀ, ਵਾਰੇ ਵਾਰੇ ਜਾਵਾਂ। ਉਹ ਮਾਂ ਜੇ ਸੁਣਦੀ ਆ ਜਾਂ ਮੇਰੀ ਭੈਣ ਸੁਣਦੀ ਆ, ਭੈਣ ਮੇਰੀ ਆ, ਜਦੋਂ ਅਗਲੀ ਵਾਰੀ ਆਣਾ ਤੇ 2-4 ਬੀਬੀਆਂ ਹੋਰ ਲੈ ਕੇ ਜਾਏ, ਤਾਂ ਕਿ ਉਹਨਾਂ ਦੀ ਵੀ ਇਸ ਕੁਰਬਾਨੀ ਜਿਹੜੀ ਉਹ ਦਰਜ ਹੋ ਜਾਏ, ਇਤਿਹਾਸਕ ਇੱਕ ਜਿੱਤ ਬਣੇ ਸਾਡੀ ਜੀ। ਬਿਲਕੁਲ ਜੀ, ਥੈਂਕ ਯੂ ਤੁਹਾਡਾ, ਔਰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਜਿਹੜੇ ਕੁੱਕਰ ਲੈ ਕੇ ਆਂਦਾ ਤੁਸੀਂ, ਇੱਕ ਸਾਗ ਪਾਉਣਾ, ਕੁਝ ਹੋਰ ਨਾ ਪਾ ਲਿਓ। ਨਹੀਂ ਸਾਗ ਹੀ ਪਾਉਣਾ ਜੀ ਇਹਦੇ ਵਿੱਚ, ਉਹ ਪਹਿਲਾਂ ਦਾ ਫ੍ਰੀਜ਼ ਕਰਕੇ ਰੱਖਿਆ ਆ ਜਿਹੜਾ ਅਸੀਂ ਚੋਰੀ ਤੋੜ ਕੇ ਲਿਆਏ ਸੀ। ਨਹੀਂ ਬਲਜਿੰਦਰ ਭੈਣ ਜੀ ਖਿਆਲ ਰੱਖਿਓ ਕਿਤੇ ਰਫਤਾਰ ਕਰੋਨਾ ਦਾ ਪ੍ਰੈਸ਼ਰ ਨਾ ਚਲਾ ਦੇਵੇ। ਇਹ ਵੀ ਹੋ ਨਹੀਂ, ਅਸੀਂ ਚੰਗੀ ਤਰ੍ਹਾਂ ਸੈਨੀਟਾਈਜ਼ਰ ਕਰ ਲਿਆ ਸੀ। ਉਹ ਦੇ ਰਿਹਾ ਸੀ ਸੈਨੀਟਾਈਜ਼, ਉੱਥੇ ਹੀ ਕਰ ਲਿਆਂਦਾ ਸੀ ਜਿਹਨੂੰ ਸੈਨੀਟਾਈਜ਼ ਤਾਂ। ਹਾਂਜੀ ਠੀਕ ਹੈ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਰਫਤਾਰ, ਜਦੋਂ ਅਸੀਂ ਗੱਲ ਕਰਦੇ ਆ ਨਾ ਸੇਲ ਦੀ, ਜੇ ਮੈਂ ਅੱਜ ਤੋਂ ਤਕਰੀਬਨ, ਮੇਰਾ ਬੇਟਾ 8 ਸਾਲ ਦਾ ਸੀ, ਸੋ ਮੈਂ ਅੱਜ ਤੋਂ ਕਾਫੀ ਛੋਟਾ ਸੀ, ਤੇ ਇੱਥੇ ਇੱਕ ਸਟੋਰ ਹੁੰਦਾ ਸੀ ਕੇ ਮਾਰਟ, ਉਹ ਬੰਦ ਹੋਣਾ ਸੀ ਤੇ ਉਹਨਾਂ ਨੇ 80% ਆਫ ਸੇਲ ਲਾਤੀ ਸੀ। ਅੱਛਾ, ਤੇ ਤੁਸੀਂ ਗਏ? ਮੈਂ ਇਹ ਨਹੀਂ ਕਹਿੰਦੀ ਅਸੀਂ ਨਹੀਂ ਜਾਂਦੇ, ਸਾਰੇ ਜਾਂਦੇ ਆ ਕਿਤੇ ਨਾ ਕਿਤੇ। ਜਦੋਂ ਸੇਲ, ਜਦੋਂ ਆਪਾਂ ਕਿਸੇ ਮਾਲ 'ਚ ਵੀ ਜਾਂਦੇ, ਕਿਤੇ ਨਾ ਕਿਤੇ ਆਫਰ ਲੱਗੀ ਹੁੰਦੀ ਆ ਤੇ ਅਸੀਂ ਨਿਗਾਹ ਮਾਰਨ ਜਾਂਦੇ ਆ। ਚੀਜ਼ ਦੀ ਹਰ ਇੱਕ ਨੂੰ ਜ਼ਰੂਰਤ ਆ ਭਾਈ, ਏਦਾਂ ਨਹੀਂ ਨਾ ਜਾਣਾ ਚਾਹੀਦਾ। ਖਿੱਚ ਤੂੰ ਨਾਲ ਨਹੀਂ ਨਾ ਵੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਅਸੀਂ ਕੁੱਕਰ ਤੋਂ ਇਲਾਵਾ ਵੀ ਕੋਈ ਹੋਰ ਗੱਲ ਕਰ ਸਕਦੇ ਇੱਥੇ? ਲਾਈਕ ਮੇਰੇ ਕੋਲ ਇੱਕ ਡਰਾਈਵਿੰਗ ਸਕੂਲ ਵਾਲਿਆਂ ਨੇ ਬਰੈਂਪਟਨ 'ਚ ਨਾ ਐਡਵਾਂਸ ਫੀ ਲਈ ਸੀਗੀ ਜੀ, ਐਂਡ ਥੋੜੇ ਦਿਨ ਉਹਨਾਂ ਨੇ ਮੈਨੂੰ ਲੈਸਨ ਦਿੱਤੇ, ਤੇ ਉਸ ਤੋਂ ਬਾਅਦ ਉਹ ਬੜੇ ਬਹਾਨੇ ਜਿਹੇ ਮਾਰਨ ਲੱਗ ਗਏ। ਮਤਲਬ ਸ਼ੀ ਵਾਜ਼ ਵੈਰੀ ਅਨਪ੍ਰੋਫੈਸ਼ਨਲ ਪਰਸਨ, ਤੇ ਉਹ ਬੜੇ ਰਿਲਾਇਬਲ ਵੀ ਨਹੀਂ ਲੱਗੇ ਮੈਨੂੰ।
ਮਤਲਬ ਲੈਸਨ ਪਲਾਨ ਕਰਦੇ ਸੀ ਟਾਈਮਿੰਗ ਤੇ, ਉਸ ਤੋਂ ਬਾਅਦ ਆਉਂਦੇ ਨਹੀਂ ਸੀਗੇ, ਦੱਸਦੇ ਨਹੀਂ ਸੀ ਹਨਾ। ਤੇ ਥੋੜੇ ਦਿਨ ਹੋ ਗਏ ਉਹਨਾਂ ਨੇ ਫੋਨ ਚੱਕਣਾ ਵੀ ਬੰਦ ਕਰ ਦਿੱਤਾ, ਮੈਸੇਜ ਦਾ ਰਿਪਲਾਈ ਵੀ ਬਹੁਤ ਡਿਲੇਟ ਦਿੰਦੇ ਸੀਗੇ। ਐਂਡ ਜਦੋਂ ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਜੀ ਏਦਾਂ ਕਰਦੇ ਆ, ਫਿਰ ਟੈਸਟ ਤਾਂ ਇੱਥੇ ਮੈਂ ਦੇਣਾ ਨਹੀਂ ਕਿਉਂਕਿ ਮੈਂ ਤੇ ਮੂਵ ਕਰ ਜਾਣਾ, ਤੇ ਤੁਸੀਂ ਪੈਸੇ ਰਿਟਰਨ ਕਰ ਦਿਓ, ਠੀਕ ਹੈ। ਆਪੇ ਅੱਗੇ ਫਿਰ ਕਹਿੰਦੇ ਹਾਂਜੀ ਪੈਸੇ ਰਿਟਰਨ ਕਰ ਦਿੰਦੇ ਆ। ਤੇ ਪੈਸੇ ਭਾਜੀ ਹੁਣ ਵੀ ਨਹੀਂ ਆਉਂਦੇ, 2 ਦਿਨ ਹੋ ਗਏ ਪੁੱਛਦੇ ਆ ਕਿ ਆ ਕੇ ਲੈ ਜਾਈਏ, ਕਿੱਥੇ ਲੈ ਕੇ ਜਾਈਏ, ਦੱਸੋ ਸਾਨੂੰ ਕਿੱਥੇ ਆਈਏ। ਤੇ ਇਹੋ ਜਿਹੇ ਜਦੋਂ ਐਕਸਪੀਰੀਅੰਸਿਸ ਹੁੰਦੇ ਆ ਨਾ, ਨਵੇਂ ਬੰਦੇ ਨੂੰ ਆਏ ਨੂੰ ਐਂ ਲੱਗਦਾ ਹੈ ਕਿ ਕੈਨੇਡਾ 'ਚ ਵੀ ਅਸੀਂ ਆਹ ਚੀਜ਼ਾਂ ਐਕਸਪੈਕਟ ਕਰਨੀਆਂ ਨੇ, ਮਤਲਬ ਧੋਖਾ ਕਰਨਾ, ਠਲਾਏ ਬੋਲਣਾ, ਹੈ ਨਾ। ਤੁਸੀਂ ਸਾਰੇ ਪੈਸੇ ਜੀ ਉਹਨਾਂ ਨੂੰ ਐਡਵਾਂਸ ਦੇ ਵਿੱਚ ਦਿੱਤੇ ਸੀ ਕਲਾਸ 5 ਦਾ ਲਾਇਸੈਂਸ ਲੈਣ ਲਈ? ਮੈਂ ਜੀ ਜੀ ਲਾਇਸੈਂਸ ਦੇਣ ਤੋਂ ਬਾਅਦ ਜਿਹੜਾ G1 ਟੈਸਟ ਬੁੱਕ ਕਰਨਾ, ਰੋਡ ਟੈਸਟ ਬੁੱਕ ਕਰਨਾ ਹੁੰਦਾ ਨਾ, ਉਸ ਤੋਂ ਬਾਅਦ ਸ਼ਾਇਦ ਇੱਕ ਜੀ ਤੇ ਉਹਦੇ ਲਈ ਦਿੱਤੇ ਸੀਗੇ ਮੈਨੂੰ। ਇੱਧਰ ਮੈਂ ਨਾ ਇੰਡੀਆ ਵਾਲੇ ਹਿਸਾਬ ਨਾਲ ਸੋਚਿਆ, ਮੈਂ ਕਿਹਾ ਜੀ ਮੈਨੂੰ ਨਾ ਐਕਚੁਅਲੀ ਸਮਝ ਨਹੀਂ ਸੀਗੀ ਕੈਨੇਡੀਅਨ ਡਾਲਰ ਦੀ ਸ਼ੁਰੂ 'ਚ, ਇਸ ਕਰਕੇ ਮੈਨੂੰ ਐਂ ਲੱਗਣਾ ਕਿ ਆਪਣੇ ਤੋਂ ਵੱਡੇ ਨੂੰ 30 ਰੁਪਏ ਫੜਾਵਾਂ ਰੋਜ਼ ਦੇ ਨਾ। ਮੈਂ ਉਹਨਾਂ ਨੂੰ Day 1 ਵੀ $60 ਦਿੱਤੇ, 2 ਦਿਨਾਂ ਦੀ ਫੀਸ, Day 2 ਵੀ $60 ਦਿੱਤੇ। ਮੈਂ ਉਹਨਾਂ ਨਾਲ 7 ਲੈਸਨ ਲਾਏ ਵੀ ਆ। ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਮੈਂ ਕਿਸੇ ਹੋਰ ਸਿਟੀ 'ਚ ਹੁਣ ਮੂਵ ਕਰ ਜਾਣਾ ਜੌਬ ਕਰਕੇ ਨਾ, ਤੇ ਉਹਨਾਂ ਨੇ ਮੈਨੂੰ ਏਦਾਂ ਖਰਾਬ ਕਰਨਾ ਸ਼ੁਰੂ ਕਰ ਦਿੱਤਾ। ਕਿੰਨੇ ਤੁਹਾਡੇ ਪੈਸੇ ਉਹਨਾਂ ਵਾਲਾ ਰਹਿੰਦੇ ਆ ਜੀ? $60। ਸੋ $60 ਆ, ਵੈਸੇ ਬਹੁਤ ਮਾੜੀ ਗੱਲ ਆ। ਵੈਲ ਅਸੀਂ ਜੇ ਅੱਜ ਅਸੀਂ ਉਸ ਡਰਾਈਵਿੰਗ ਸਕੂਲ ਦਾ ਨਾਂ ਲਵਾਂਗੇ ਤਾਂ ਕਮਿਊਨਿਟੀ 'ਚ ਬਹੁਤ ਵੱਡੀ ਬਦਨਾਮੀ ਆ। ਹਾਂਜੀ, ਇਸੇ ਕਰਕੇ ਮੈਂ ਨਾਂ ਨਹੀਂ ਲਿਆ ਉਹਨਾਂ ਦਾ। ਬਿਲਕੁਲ ਜੀ, ਬੜੇ ਸਿਆਣੇ ਹੋ ਤੁਸੀਂ, ਬੜੇ ਸਿਆਣੇ ਆ ਤੁਸੀਂ ਬੱਚੇ, ਤੁਸੀਂ ਨਾਂ ਨਹੀਂ ਲਿਆ। ਪਰ ਮੈਨੂੰ ਇੱਕ ਗੱਲ ਦੀ ਜ਼ਰੂਰ ਮਹਿਸੂਸ ਹੁੰਦਾ ਕਿ ਅਸੀਂ ਥੋੜੇ ਪੈਸਿਆਂ ਬਦਲੇ ਕਿਸੇ ਨੂੰ ਕਿੰਨਾ ਹਰਾਸ ਕਰਦੇ ਆ। ਨਵੇਂ ਆਏ ਸੀਰੀਅਸਲੀ ਮੈਮ, ਮੈਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਸੀਗਾ, ਠੀਕ ਹੈ, ਬਟ ਮੈਨੂੰ ਨਾ ਐ ਚੀਜ਼ ਜਦੋਂ ਅਸੀਂ ਆਪ ਕੰਮ ਕਰਦੇ ਆ, ਫਿਰ ਡਾਲਰ ਦੀ ਜਦੋਂ ਵੈਲਿਊ ਸਮਝ ਆਣੀ ਸ਼ੁਰੂ ਹੋਈ ਨਾ ਹੁਣ 40 ਦਿਨ ਬਾਅਦ, ਠੀਕ ਹੈ, ਫਿਰ ਮੈਨੂੰ ਲੱਗਿਆ। ਦੂਸਰਾ ਮੈਨੂੰ ਸਭ ਤੋਂ ਵੱਡੀ ਚੀਜ਼ ਜਿਹੜੀ ਹਰਟ ਕੀਤੀ ਨਾ, ਉਹ ਇਹ ਕੀਤੀ ਅਸੀਂ ਕਿੰਨੇ ਅਨਪ੍ਰੋਫੈਸ਼ਨਲ ਤਰੀਕੇ ਨਾਲ ਪੈਸਾ ਕਮਾਉਣ ਦੀਆਂ ਮਤਲਬ ਜੁਗਤਾਂ ਬਣਾਉਂਦੇ ਆ, ਠੀਕ ਹੈ, ਲੋਕਾਂ ਨੂੰ ਪਰੇਸ਼ਾਨ ਕਰਕੇ। ਇਹ ਚੰਗੀ ਚੀਜ਼ ਨਹੀਂ ਹੈਗੀ। ਜੇ ਤੁਸੀਂ ਆਪਣੇ ਦੇਸ਼ ਤੋਂ ਬਾਹਰ ਆ ਕੇ ਵੀ ਏਦਾਂ ਕਰਦੇ, ਕੀ ਐਗਜ਼ਾਮਪਲ ਸੈੱਟ ਕਰਦੇ ਪਏ ਸਾਡੇ ਲਈ ਨਵੇਂ ਲੋਕਾਂ ਲਈ। ਬਹੁਤ ਵਧੀਆ ਮੈਸੇਜ ਹੈ ਜੀ। ਮੈਨੂੰ ਉਮੀਦ ਹੈ ਸ਼ਾਇਦ ਉਹਨਾਂ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਜਾਊਗੀ ਤੇ ਤੁਹਾਡੇ ਪੈਸੇ ਵਾਪਸ ਕਰਨਗੇ। ਪਤਾ ਨਹੀਂ ਜੀ, 8 ਫੋਨ ਕਾਲਸ ਦਾ ਤਾਂ ਜਵਾਬ ਨਹੀਂ ਦਿੱਤਾ, ਤੇ ਮੈਸੇਜ ਦੁਪਹਿਰ ਦਾ ਕੀਤਾ ਹੋਇਆ ਆ, ਉਹਦਾ ਵੀ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ। ਸੀਨ ਕਰ ਲਿਆ ਉਹਨਾਂ ਨੇ। ਤੁਸੀਂ ਜੀ ਸਾਡੇ ਈਮੇਲ ਤੇ info@fyimedia.group.com ਤੇ ਤੁਸੀਂ ਸਾਨੂੰ ਸਕੂਲ ਦਾ ਨਾਂ ਜ਼ਰੂਰ ਟੈਕਸਟ ਕਰਿਓ। ਜੀ ਮੈਂ ਉਹਨਾਂ ਦਾ ਨੰਬਰ ਵੀ ਸੈਂਡ ਕਰ ਦੂੰ ਲੇਡੀ ਦਾ। ਬਿਲਕੁਲ ਜੀ, ਤੁਸੀਂ ਜ਼ਰੂਰ, ਜਾਂ ਤੁਸੀਂ ਮੇਰੇ ਪੇਜ ਬਲਜਿੰਦਰ ਕੌਰ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ। ਹਾਂਜੀ, ਮੈਂ ਤੁਹਾਨੂੰ ਇਨਬਾਕਸ ਕਰ ਦੂੰ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਕਾਲੋਂ ਬੋਲਦਾ ਭੈਣ ਜੀ। ਹਾਂਜੀ ਰਵਿੰਦਰ ਵੀਰ ਜੀ, ਜੀ ਆਇਆਂ ਨੂੰ ਜੀ। ਮੈਂ ਤਾਂ ਨਾ ਪਹਿਲਾਂ ਰੋਜ਼ ਹੀ ਕਹਿੰਦਾ ਸੀ ਵੀ ਉਹ ਕੈਨੇਡਾ ਵਾਲਿਓ ਬਾਰਡਰ ਖੋਲ ਦਿਓ, ਮੇਰੇ ਭਤੀਜੇ ਦਾ ਵਿਆਹ ਆ ਕੈਲਗਰੀ, ਉਹ ਇਹ ਬਾਰਡਰ ਖੋਲ ਦਿਓ, ਮੈਂ ਵਿਆਹ ਜਾਣਾ ਕੈਲਗਰੀ। ਉਹ ਵਿਆਹ ਵੀ ਉਸੇ ਵੀਕਐਂਡ ਹੀ ਸੀਗਾ। ਅੱਛਾ ਜੀ, ਫੇਰ ਤਾਂ ਤੁਹਾਡਾ ਠੀਕ ਆਣਾ ਸੀ ਕੰਮ ਨਾਲ, ਕੁੱਕਰ ਵੀ ਮਿਲ ਜਾਣਾ। ਮੈਂ ਤਾਂ ਹੁਣ ਹੱਥ ਜੋੜਦਾ ਵੀ ਚੰਗਾ ਜਿਹੜਾ ਬਾਰਡਰ ਬੰਦ ਆ, ਨਹੀਂ ਤਾਂ ਨਾ ਤੁਸੀਂ ਤੇ ਚਟਕਾਰੇ ਲੈ ਕੇ ਮੇਰੇ ਵੀ ਨਾਲ ਲੈਣਾ ਸੀ। ਇਹ ਕੈਲੀਫੋਰਨੀਆ ਤੋਂ ਗਿਆ ਕਾਲੂ। ਅਸੀਂ ਤਾਂ ਬਿਲਕੁਲ ਕਹਿਣਾ ਸੀ, ਦੇਖੋ ਜੀ ਮਿਸਟਰ ਕਾਲੂ ਅਮਰੀਕਾ ਤੋਂ, ਕੈਲੀਫੋਰਨੀਆ ਤੋਂ ਕੈਲਗਰੀ ਸਪੈਸ਼ਲ ਕੁੱਕਰ ਲੈਣ ਪਹੁੰਚੇ ਸੀ। ਮੈਂ ਤੁਹਾਨੂੰ ਨਾ ਹੁਣ ਕੁੱਕਰ ਦੀ ਇੱਕ ਹੋਰ ਗੱਲ ਸੁਣਾਉਣਾ। ਹਾਂਜੀ। ਮੈਂ ਜਦੋਂ ਇੰਡੀਆ ਤੋਂ ਆਇਆ ਤਾਂ ਮਾਤਾ ਸਾਡੇ ਕਹਿੰਦੇ ਵੀ ਚੱਲ ਆ ਕੁੱਕਰ ਵੀ ਲੈ ਕੇ ਜਾਂਦੇ ਆ ਇੱਥੋਂ, ਵੀ ਤੂੰ ਵੀ ਲੈ ਜਾ। ਉਹਦਾ ਨੌ ਰਾਣੀ ਨੇ ਕਿਹਾ ਤਾਂ ਹੈ ਨਹੀਂ ਵੀ ਚੱਲ ਤੂੰ ਵੀ ਲੈ ਜਾ ਕੁੱਕਰ। ਤੇ ਮੈਨੂੰ ਜਲੰਧਰੋਂ ਰੈਣਕ ਬਾਜ਼ਾਰ ਚੋਂ ਕੁੱਕਰ ਲੈ ਕੇ ਤੇ ਮੇਰੇ ਉਹ ਟੈਚੀ 'ਚ ਰੱਖਤਾ ਜੀ। ਤੁਸੀਂ ਬਿਲੀਵ ਕਰਨਾ, ਹੁਣ ਤੁਸੀਂ ਨਾ ਜਦੋਂ ਕਦੇ ਇੱਥੇ ਆਏ ਤੁਹਾਨੂੰ ਮੈਂ ਦਿਖਾ ਲਊਂਗਾ ਵੀ ਉਹ ਉਦਾਂ ਹੀ ਬਾਕਸ ਦੇ ਵਿੱਚ ਉਦਾਂ ਹੀ ਸੀਲ ਲੱਗਾ ਪਿਆ ਆ। ਇਹ ਰੁਪਿੰਦਰ ਕੌਰ ਨੂੰ ਕਿਸੇ ਨੇ ਕਿਹਾ ਤਾਂ ਵੀ ਇਹ ਫਟ ਜਾਂਦਾ ਹੁੰਦਾ ਜੀ। ਇਹਨੇ ਕਦੀ ਨਹੀਂ ਉਹਨੂੰ ਖੋਲ ਕੇ ਵਰਤਿਆ, ਕਦੀ ਉਹਨੂੰ ਯੂਜ਼ ਨਹੀਂ ਕੀਤਾ, ਉੱਤੇ ਬਾਕਸ 'ਚ ਰੱਖਿਆ। ਇਹਨੂੰ ਕਿਸੇ ਨੇ ਕਿਹਾ ਤਾਂ ਇਹ ਫਟ ਜਾਂਦਾ ਹੁੰਦਾ। ਮੈਂ ਕਿਹਾ ਮੈਂ ਤਾਂ ਦੇਖਿਆ ਨਹੀਂ ਫਟਿਆ, ਸਾਡੀ ਮਾਤਾ ਵਰਤਦੀ ਰਹੀ ਇੰਡੀਆ। ਇਹ ਚੀਜ਼ਾਂ ਹੁਣ ਮਿਲਣੋਂ ਹਟ ਜਾਣੀਆਂ ਤੇ ਬਹੁਤ ਕੀਮਤੀ ਚੀਜ਼ਾਂ ਆ। ਹੁਣ ਤਾਂ ਜੇ 20 ਸਾਲ ਸਾਂਭਿਆ ਨਾ ਤੇ ਆਉਣ ਵਾਲੇ 30 ਸਾਲ ਵੀ ਕਿਤੇ ਨਾ ਜਾਣ ਦੋ, 50 ਸਾਲ ਪੁਰਾਣੀ ਚੀਜ਼ ਐਂਟੀਕ ਹੋ ਜਾਂਦੀ ਆ ਤੇ ਬੜਾ ਮਹਿੰਗਾ ਵਿਕੂਗਾ ਇਹੋ। ਮੈਂ ਕਿਹਾ ਮੈਨੂੰ 28 ਸਾਲ ਤਾਂ ਹੋ ਗਏ ਉਹ, ਉੱਤੇ ਜੇ ਡੇਟ ਦੇਖੀਏ ਤਾਂ ਇੰਨੀ ਕਿਤੇ ਬਣਿਆ ਹੀ ਹੋਣਾ, 30 ਸਾਲ ਪੁਰਾਣਾ ਬਣਿਆ ਹੋਣਾ ਉਹ ਬਕਸੇ 'ਚ ਬੰਦ ਪਿਆ। ਇਤਿਹਾਸਿਕ ਕੁੱਕਰ ਜਾਣੀ ਕਿ ਕੈਲੀਫੋਰਨੀਆ ਦੀ ਧਰਤੀ ਤੇ ਆ। ਹੁਣ ਅਗਲੀ ਵਾਰੀ ਅਸੀਂ ਕੈਮਰਾ ਲੈ ਕੇ ਕਵਰ ਕਰਨ ਆਵਾਂਗੇ ਨਾ ਖਾਸ। ਨਾ ਮੈਂ ਤਾਂ ਕਹਿਣਾ ਵੀ ਉਹ ਜਿੱਦਾਂ ਨਾ ਬਾਕੀ ਆਪਣੀਆਂ ਚੀਜ਼ਾਂ ਨੌ ਰਾਣੀ ਨੂੰ ਦਿੱਤੀਆਂ ਜਾਂ ਬੇਟੀਆਂ ਨੂੰ ਦਿੱਤੀਆਂ ਆ, ਵੀ ਇਹ ਹੁਣ ਗਾਂ ਆਪਾਂ ਦੋਤੀ ਨੂੰ ਦੇ ਦੇਈਏ। ਬਿਲਕੁਲ ਜੀ, ਵੀ ਸਾਂਭ ਕੇ ਰੱਖਣਾ।
ਬਿਲਕੁਲ ਥੈਂਕ ਯੂ ਤੁਹਾਡਾ ਰਵਿੰਦਰ ਜੀ ਥੈਂਕ ਯੂ Thank you ਭੈਣ ਜੀ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਰਫਤਾਰ। ਥੈਂਕ ਯੂ ਵੀ ਜੀ। ਰਫਤਾਰ ਜੀ ਮੈਨੂੰ ਇੱਕ ਗੱਲ ਚੇਤੇ ਆ ਗਈ ਉਹ ਮੈਨੂੰ ਐਡ ਦਾ ਚੇਤਾ ਆ ਗਿਆ ਆਪਣੇ ਨਹੀਂ ਇੱਕ ਐਡ ਚੱਲਦੀ ਹੀਰੋ ਆਟਾ ਉਹ ਕੁੜੀ ਨੂੰ ਡੋਲੀ ਤੋਰਨ ਲੱਗੇ ਆਟੇ ਦਾ ਬੈਗ ਦਿੰਦੇ ਆ ਮੈਨੂੰ ਲੱਗਦਾ ਆਟੇ ਹੀਰੋ ਵਾਲਿਆਂ ਨੂੰ ਕਹੋ ਇੱਕ ਨਾਲ ਕੁੱਕਰ ਵੀ ਦੇ ਦਿਆ ਕਰੋ ਵੀ ਭਾਈ ਗੁੱਡੀ ਤੂੰ ਕਿਤੇ ਹੀਰੋ ਸੇਲ ਚ ਆਟੇ ਨਾ ਦੀਆਂ ਜਾ। ਰੋਟੀਆਂ ਖਾ ਤੇ ਐਸ ਕੁੱਕਰ 'ਚ ਦਾਲ ਬਣਾ। ਅਸੀਂ ਆਉਂਦੇ ਆ ਜੀ ਵਾਪਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਪਰ ਤੁਸੀਂ ਕਿਤੇ ਨਹੀਂ ਜਾਣਾ ਦੇਖਦੇ ਰਹੋ ਸਾਂਝਾ ਟੀਵੀ। ਇੱਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਸਾਂਝਾ ਟੀਵੀ ਤੇ। ਮੇਰਾ ਤੇ ਰਫਤਾਰ ਦਾ ਤੁਹਾਡੇ ਨਾਲ ਸਾਥ ਹੁੰਦਾ ਹਰ ਮੰਗਲਵਾਰ ਗੱਲਾਂ ਖਰੀਆਂ 'ਚ। ਸ਼ਾਇਦ ਅੱਜ ਗੱਲਾਂ ਥੋੜੀਆਂ ਜੀਆਂ ਲੱਗੀਆਂ ਹੋਣਗੀਆਂ ਕਿ ਅਸੀਂ ਇੰਨੀ ਸੀਰੀਅਸ ਗੱਲ ਨੂੰ ਹਾਸੇ ਮਜ਼ਾਕ 'ਚ ਲੈ ਲਿਆ ਪਰ ਵਾਕਿਆ ਹੀ ਸਾਰੀ ਦੁਨੀਆ ਸਾਡੇ ਤੇ ਹੱਸਣ ਡਈ ਆ ਰਫਤਾਰ ਜੀ। ਇਹ ਤੇ ਹੋ ਗਿਆ ਕਿ ਚਲੋ ਇੱਕ ਹਾਸਾ ਸੀ ਇੱਕ ਮੈਸੇਜ ਸੀ ਇਸ ਹਾਸੇ ਵਿੱਚੋਂ ਕਿ ਕੀ ਚੀਜ਼ ਹੈ ਇਹੋ ਇੱਕ ਪ੍ਰੈਸ਼ਰ ਕੁੱਕਰ ਆ ਇਹ ਸਾਡੀ ਆਪਣੀ ਸਿਹਤ ਨਾਲੋਂ ਤੇ ਨਹੀਂ ਨਾ ਜ਼ਰੂਰੀ। ਅਸੀਂ ਕੋਈ ਸੋਸ਼ਲ ਡਿਸਟੈਂਸ ਨਹੀਂ ਅਸੀਂ ਕੋਈ ਉੱਥੇ ਕਰੋਨਾ ਕਿੰਨਾ ਚੱਲ ਰਿਹਾ ਹੈਗਾ ਬਾਰ-ਬਾਰ ਗਾਈਡਲਾਈਨਸ ਆ ਰਹੀਆਂ ਹੈਗੀਆਂ ਕਿ ਤੁਸੀਂ ਗੈਦਰਿੰਗ ਨਾ ਕਰੋ। ਅਸੀਂ ਕਿੰਜ ਇੱਕ ਦੂਜੇ ਦੇ ਵਿੱਚ ਵੱਜ ਰਹੇ ਹੈਗੇ ਆ। ਬਜ਼ੁਰਗ ਮਾਤਾ ਇੱਕ ਦੀ ਚੱਪਲ ਰਹਿ ਗਈ ਇੱਕ ਦੀ ਚੁੰਨੀ ਥੱਲੇ ਰਹਿ ਗਈ ਉਹ ਚੁੰਨੀ ਖਿੱਚਣ ਦੀ ਕੋਸ਼ਿਸ਼ ਕਰ ਰਹੀ ਆ ਉਹ ਪੈਰਾਂ ਥੱਲੇ ਚੁੰਨੀ ਆਈ ਆ ਤੇ ਜੇ ਦੇਖਿਆ ਜਾਵੇ ਤੇ ਇਹਨਾਂ ਚੁੰਨੀਆਂ ਲਈ ਤਾਂ ਸਾਡੇ ਕਹਿ ਲਓ ਕਿ ਗੁਰੂਆਂ ਨੇ ਸੀਸ ਤੱਕ ਆਪਣੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਵਾਰੇ ਆ ਤੇ ਉਹ ਚੁੰਨੀ ਪੈਰਾਂ 'ਚ ਆ ਕਿਸੇ ਨੇ ਚੁੱਕ ਕੇ ਫੜਾਈ ਤੇ ਦੂਜੀ ਜਿਹੜੀ ਮਾਤਾ ਵਿੱਚੋਂ ਔਖੀ ਹੋ ਕੇ ਨਿਕਲੀ ਤੇ ਉਹ ਇਦਾਂ ਮੱਥੇ ਤੇ ਹੱਥ ਮਾਰੇ ਵੀ ਮੈਂ ਰਸ਼ 'ਚ ਫਸ ਗਈ ਤੇ ਮੈਂ ਮੱਥੇ ਤੇ ਹੱਥ ਮਾਰਾਂ ਵੀ ਕਾਰਨ ਕੀ ਆਈ ਸੀ ਜੀ। ਸੋ ਜੇ ਆਪਾਂ ਗੱਲ ਕਰਦੇ ਹਾਂ ਕੁੱਕਰ ਦੀ ਪਹਿਲੀ ਤਾਂ ਗੱਲ ਕੁੱਕਰ ਦੇ ਵਿੱਚ ਜਦੋਂ ਆਪਾਂ ਇੰਡੀਆ ਹੁੰਦੇ ਸੀ ਨਾ ਉੱਥੇ ਥੋੜੇ ਬਣਾਉਂਦੇ ਪਰਿਵਾਰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਕੁੱਕਰ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਸੀ। ਪਿੰਡਾਂ ਦੇ ਕੁੱਕਰ ਨਾ ਵਜੋਂ ਹੀ ਸੀਗਾ ਸ਼ਹਿਰਾਂ 'ਚ ਵਰਤਦੇ ਹੁੰਦੇ ਸੀ ਕਿਉਂਕਿ ਉੱਥੇ ਉਹ ਘੱਟ ਉਹਨਾਂ ਨੇ ਸਿਲੰਡਰ ਹੁੰਦਾ ਸੀ ਆਪਣੇ ਗੈਸ ਵਾਲੇ ਹੁੰਦੇ ਸੀ ਉਹਨਾਂ ਨੂੰ ਹੁੰਦਾ ਸੀ ਵੀ ਬਚਤ ਹੁੰਦੀ ਸੀਗੀ ਆਪਣੇ ਦੇ ਪਾਥੀਆਂ ਹੁੰਦੀਆਂ ਲੱਕੜਾਂ ਹੁੰਦੀਆਂ ਸੀ ਜਿੰਨਾ ਮਰਜ਼ੀ ਵਰਤੀ ਜਾਓ। ਪਰ ਇਹਦੇ 'ਚ ਜੇ ਕਹੀਏ ਵੀ ਮੈਂ ਨਹੀਂ ਪਸੰਦ ਕਰਦਾ ਕੁੱਕਰ ਦੇ ਵਿੱਚ ਬਣੀ ਹੋਈ ਦਾਲ ਸਬਜ਼ੀ। ਅੱਜ ਤੋਂ 32 ਸਾਲ ਪਹਿਲਾਂ ਜਦੋਂ ਮੈਂ ਬਾਹਰ ਆਈ ਸੀ। ਅੱਛਾ 32 ਸਾਲ ਪਹਿਲਾਂ ਤੁਸੀਂ ਜਾਣੇ ਬਾਹਰ 32 ਸਾਲ ਪਹਿਲਾਂ ਜਦੋਂ ਮੈਂ ਆਈ ਸੀ ਜਿਹੜੇ ਪੰਜਾਬੀ ਪੰਜਾਬ ਤੋਂ ਪਹਿਲੀ ਵਾਰ ਕੈਨੇਡਾ ਆਏ ਸੀ ਮੇਰੀ ਜਿਹੜੀ ਗੱਲ ਕਰਦੀ ਨਾ ਉਹ ਮੈਂ ਠੀਕ ਆ ਵੀ ਕਿੰਨੇ ਸਾਲ ਦੇ ਸੀ ਤੁਸੀਂ ਉਦੋਂ? ਮੈਂ ਬਹੁਤ ਛੋਟੀ ਜੀ ਸੀ ਜਦੋਂ ਮੈਂ ਬਾਹਰ ਆਈ ਸੀ। ਜਿਹੜੇ ਵੀ ਪੰਜਾਬੀ ਪੰਜਾਬ ਤੋਂ ਪਹਿਲੀ ਵਾਰੀ ਆਉਂਦੇ ਆ ਉਹਨਾਂ 'ਚ ਅਸੀਂ ਵੀ ਆ। ਜਦੋਂ ਮੇਰੇ ਮਾਂ-ਬਾਪ ਪਹਿਲੀ ਵਾਰੀ ਅਸੀਂ ਪਰਿਵਾਰ ਪਹਿਲੀ ਵਾਰੀ ਆਇਆ ਸੀ ਸਾਡਾ ਇੱਕ ਟੇਚੀ ਸਿਰਫ ਭਾਂਡਿਆਂ ਦਾ ਸੀ ਬਿਲਕੁਲ ਜਿਹਦੇ ਵਿੱਚ ਸਟੀਲ ਦੇ ਗਲਾਸ ਪਲੇਟਾਂ ਕੌਲੀਆਂ ਤੇ ਨਾਲ ਜਿਹੜੇ ਖਾਣੇ ਵਾਲੇ ਥਾਲ ਹੁੰਦੇ ਜਿਹੜੇ ਗੁਰਦੁਆਰਾ ਦੇ ਵਿੱਚ ਸਾਨੂੰ ਲੰਗਰ ਛਕੀ ਦਾ ਜਿਨ੍ਹਾਂ 'ਚ ਜੀ ਜੀ ਹਰ ਕੋਈ ਲੈ ਕੇ ਆਉਂਦਾ। ਅਸੀਂ ਕੋਈ ਵੱਖਰੇ ਪਲੈਨਟ ਤੋਂ ਨਹੀਂ ਆਏ ਹੋਏ ਵੀ ਜਾਂ ਅਸੀਂ ਬਹੁਤ ਗੋਰੇ ਆ ਜਾਂ ਅਸੀਂ ਬਹੁਤ ਕੈਨੇਡੀਅਨ ਆ ਅਸੀਂ ਵੀ ਪੰਜਾਬੀ ਆ। ਹਰ ਇੱਕ ਦੇ ਘਰ 'ਚ ਸਟੀਲ ਦੇ ਭਾਂਡੇ ਹੈ ਔਰ ਮੈਨੂੰ ਸਟੀਲ ਦੇ ਕੱਪ 'ਚ ਚਾਹ ਪੀਣੀ ਚੰਗੀ ਲੱਗਦੀ ਆ। ਘਰ ਹਮੇਸ਼ਾ ਮੈਂ ਸਟੀਲ ਦੇ ਕੱਪ 'ਚ ਚਾਹ ਪੀਂਦੀ ਆ। ਪਾਣੀ ਵੀ ਸਟੀਲ ਦੇ ਗਲਾਸ 'ਚ ਪੀਂਦੀ ਆ। ਮਿੱਟੀ ਦਾ ਵੀ ਲਿਆ ਕੇ ਰੱਖਿਆ ਹਰ ਇੱਕ ਨੂੰ ਸ਼ੌਂਕ ਆ ਕਿਉਂਕਿ ਉਹ ਸਾਡੀਆਂ ਪੁਰਾਣੀਆਂ ਯਾਦਾਂ ਆ ਪੁਰਾਣਾ ਸਾਡਾ ਉਹ ਕਲਚਰ ਆ। ਇਹ ਅਸੀਂ ਨਹੀਂ ਕੈਨੇਡੀਅਨ ਜਿੰਨੇ ਵੀ ਮਰਜ਼ੀ ਬਣ ਜਾਈਏ ਕਿਸੇ ਤੁਸੀਂ ਕਿੰਨਾ ਵੀ ਕੋਈ ਕੈਨੇਡੀਅਨ ਹੋਵੇ ਤੁਸੀਂ ਉਹਨਾਂ ਦੇ ਘਰ ਚਲ ਜਾਓ ਤੁਹਾਨੂੰ ਇੱਕ ਅੱਧਾ ਸਟੀਲ ਦਾ ਭਾਂਡਾ ਕੋਈ ਕਹੇ ਦਾ ਕੋਈ ਪਿੱਤਲ ਦਾ ਕੋਈ ਭਾਰਤ ਦਾ ਭਾਂਡਾ ਮਿਲ ਹੀ ਜਾਊਗਾ ਤੁਹਾਨੂੰ। ਸੋ ਇਹ ਹਰ ਪੰਜਾਬੀ ਪੰਜਾਬ ਤੋਂ ਲੈ ਕੇ ਆਉਂਦਾ ਸੀ। ਹੁਣ ਸਾਡੇ ਬੱਚੇ ਆਉਂਦੇ ਇੰਟਰਨੈਸ਼ਨਲ ਸਟੂਡੈਂਟ ਉਹ ਆਪਣੇ ਕੜਾਈਆਂ ਪਤੀਲੇ ਤਵਾ ਲੈ ਕੇ ਆਉਂਦੇ ਕਿਉਂਕਿ ਇੱਥੇ ਮਹਿੰਗੇ ਮਿਲਦੇ ਆ। ਕਿ ਪਹਿਲੀ ਵਾਰ ਆਉਣਾ ਹੁੰਦਾ ਵੱਖਰੇ ਮੁਲਕ 'ਚ ਆਉਣਾ ਹੁੰਦਾ ਅਸੀਂ ਸਾਰੇ ਇੱਕ ਟੇਚੀ ਭਾਂਡਿਆਂ ਦਾ ਲਿਆਉਂਦੇ ਆ। ਮੈਂ ਹੁਣ ਗਈ ਸੀ 2 ਸਾਲ 1.5 ਸਾਲ ਹੋ ਗਿਆ ਤੇ ਮੈਂ ਹੁਣ ਵੀ ਕੜਾਈ ਉੱਥੋਂ ਲੈ ਕੇ ਆਈ ਸੀ। ਮੈਂ ਜਿਹੜੀ ਗੱਲ ਕਰਦੀ ਆ ਮੈਂ ਦੱਸਦੀ ਹੁੰਦੀ ਆ ਖਰੀ ਕਰਦੀ ਆ। ਸੋ ਬੇਸ਼ੱਕ ਮੇਰੇ ਕੋਲ ਕੜਾਈ ਸੀ ਥੋੜੀ ਛੋਟੀ ਸੀ ਮੈਂ ਇੱਥੋਂ ਕੜਾਈ ਦੀ ਮੈਂ ਪ੍ਰਾਈਸ ਦੇਖੀ ਸੀ ਮੈਂ ਇਦਾਂ ਨਹੀਂ ਕੜਾਈ ਸੀ ਤੇ ਛੋਟੀ ਸੀ ਨਹੀਂ ਲਾਈਕ ਜਿਹੜੀ ਛੋਟੀ ਥੋੜੀ ਸਬਜ਼ੀ ਬਣਾਉਣ ਨੂੰ ਮੈਨੂੰ ਕੜਾਈ ਚਾਹੀਦੀ ਸੀ। ਸਬਜ਼ੀ ਬਣਾਉਣ ਨੂੰ ਵੀ ਟੇਸਟ ਦੇਖਣ ਲਈ ਐਡੀ ਕੜਾਹੀ ਐਡੀ ਹੋਵੇ ਵੀ ਬਸ ਉਹਨੇ ਕਿ ਤੁਹਾਡੇ ਲਈ ਤਾਂ ਫਿਰ ਐਡੀ ਕੜਾਹਾ ਚਾਹੀਦਾ ਕੜਾਹਾ ਦੇਖ ਲਿਆਂਦੀ ਸੀ। ਸੋ ਮੈਨੂੰ ਕੜਾਈ ਚਾਹੀਦੀ ਸੀ ਤੇ ਵਾਕਿਆ ਹੀ ਅਸੀਂ ਹਰ ਕੋਈ ਚਾਹੁੰਦਾ ਆ ਆਪਣੀ ਹੱਡ ਮਿਹਨਤ ਦੀ ਕਮਾਈ ਜਿਹੜੀ ਅਸੀਂ ਨਾ ਕਰਦੇ ਆ 8-8 ਘੰਟੇ ਬਾਹਰ ਖੜ ਕੇ ਭੈਣਾਂ ਕੰਮ ਕਰਦੀਆਂ ਆ ਸਾਰਾ ਦਿਨ ਸਾਡੇ ਭਰਾ ਟਰੱਕਾਂ 'ਚ ਬਹਿੰਦੇ ਆ ਕਿੰਨੀ ਦੂਰ ਪਰਿਵਾਰ ਛੱਡ ਕੇ ਜਾਂਦੇ ਹਰ ਕੋਈ ਪੈਸੇ ਦੀ ਬਚਤ ਕਰਨਾ ਚਾਹੁੰਦਾ ਆ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਨਸਲ ਆ ਸਾਡੇ ਬੱਚੇ ਆ ਪਰਿਵਾਰ ਆ ਉਹਨਾਂ ਦੀ ਪਰਵਰਿਸ਼ ਉਹਨਾਂ ਦੀ ਪੜ੍ਹਾਈ ਐਜੂਕੇਸ਼ਨ ਸਾਰਾ ਕੁਝ ਅਸੀਂ ਵਧੀਆ ਕਰ ਸਕੀਏ। ਹਰ ਕੋਈ ਇਨਸਾਨ $1-2 ਬਚਾਉਣ ਲਈ ਜਾਂਦਾ ਆ ਅਸੀਂ ਵੀ ਉਹਨਾਂ 'ਚੋਂ ਹੀ ਆ। ਅੱਜ ਜੇ ਅਸੀਂ ਆ ਕੁੱਕਰ ਰੱਖਿਆ ਆ ਇਹ ਇਦਾਂ ਨਹੀਂ ਕਿ ਅਸੀਂ ਮਜ਼ਾਕ ਕਿਸੇ ਦਾ ਬਣਾ ਰਹੇ ਹੈਗੇ ਆ। ਇਹ ਆ ਕਿ ਅਸੀਂ ਚੀਜ਼ਾਂ ਲਿਆਉਂਦੇ ਆ ਪਰ ਬਹੁਤੀ ਵਾਰ ਇਹੋ ਜਿਹੀਆਂ ਚੀਜ਼ਾਂ ਅਸੀਂ ਵਰਤਦੇ ਨਹੀਂ। ਸਿਰਫ ਸਾਡੇ ਮਨ ਦੇ ਵਿੱਚ ਇੱਕ ਲਾਲਚ ਹੁੰਦਾ
ਇੱਕ ਸਾਡੇ ਮਨ ਦੇ ਵਿੱਚ ਫ੍ਰੀ ਦੀ ਚੀਜ਼ ਦੇਖ ਕੇ ਲਾਲਚ ਆ ਜਾਂਦਾ, ਔਰ ਜ਼ਰੂਰੀ ਨਹੀਂ ਕਿ ਉਹ ਸਾਡੀ ਵਰਤੋਂ ਵਾਲੀ ਚੀਜ਼ ਹੋਵੇ। ਸੇਲ ਚੋਂ ਲਿਆਂਦੀਆਂ 50% ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਕਦੀ ਲਿਫਾਫੇ ਚੋਂ ਨਹੀਂ ਕੱਢੀਆਂ ਹੁੰਦੀਆਂ, ਜਿਨ੍ਹਾਂ ਨੇ ਕਦੀ ਉਹਨਾਂ ਦਾ ਟੈਗ ਨਹੀਂ ਲਾਇਆ ਹੁੰਦਾ। ਜੀ ਬਿਲਕੁਲ। ਅੱਧੀਆਂ ਜ਼ਿਆਦਾ ਉਹ ਅਸੀਂ ਚੁੱਕ ਲੈਂਦੇ ਆ, ਸਸਤੀ ਲੱਗੀ ਆ, ਫਲਾਨੇ ਨੂੰ ਦੇ ਦਾਂਗੇ, ਧਮਕੜੇ ਨੂੰ ਦੇ ਦਾਂਗੇ, ਪਰ ਉਹ ਸਾਡੇ ਕੰਮ ਨਹੀਂ ਆਉਂਦੀਆਂ, ਉਹ ਅਸੀਂ ਪੈਸਾ ਬਰਬਾਦ ਕਰਦੇ ਆ। ਕਾਲ ਲੈ ਲਈ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ, ਮੈਂ ਦੁਬਾਰੇ ਆਇਆ ਸੀਗਾ। ਹਾਂਜੀ ਜੀ। ਮੈਂ ਕਿਹਾ ਜਿਹੜੀਆਂ ਸੇਲਾਂ ਲੋੜਵੰਦ ਬੰਦਿਆਂ ਵਾਸਤੇ ਹੁੰਦੀਆਂ, ਨਾ ਕਿ ਰੱਜਿਆ ਪੁੰਜਿਆਂ ਵਾਸਤੇ। ਜੀ ਬਿਲਕੁਲ। ਉਹ ਤਾਂ ਵੱਡੇ ਵੱਡੇ ਕਿਰਪਾਨਾਂ ਵਾਲੇ ਸਿੰਘੜੀਆਂ ਸਿੰਘ ਆਏ ਹੇਠ ਉੱਤੇ ਹੋਈ ਫਿਰਨ, ਹਨਾ। ਜੀ ਜੀ ਜੀ। ਪਰ ਇਹ ਮਾੜੀ ਗੱਲ ਆ ਜੀ। ਪਰ ਜਿਹੜਾ ਇੱਥੇ ਵੀ ਸਾਡੇ ਟੋਰਾਂਟੋ 'ਚ ਬਹੁਤ ਕੁਛ ਹੋਇਆ, ਜਿਵੇਂ ਕੁੜੀ ਕਹਿੰਦੀ ਮੈਨੂੰ ਦੂਜਾ ਉਹ ਡਰਾਈਵਿੰਗ ਸਕੂਲ ਵਾਲਾ ਲੁੱਟ ਗਿਆ। ਹਾਂਜੀ। ਇੱਥੇ ਬਹੁਤ ਕੁਛ ਲੁੱਟ ਹੋਇਆ ਟੋਰਾਂਟੋ 'ਚ ਵੀ। ਜੀ ਬਿਲਕੁਲ, ਬਹੁਤ ਕੁਛ ਹੋਇਆ ਕਿਉਂਕਿ ਮੈਂ ਛੱਤ ਚੇਂਜ ਕਰਾਈ ਸੀ। ਅੱਛਾ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ। ਉਹ ਵੀ ਬੰਦਾ ਕਿਰਪਾਨ ਧਾਰੀ ਅਮਰਧਾਰੀ ਸੀ। ਜੀ ਜੀ। ਉਹਨੂੰ ਪਹਿਲੇ ਇੱਕ ਨੂੰ ਛੱਡ ਕੇ ਉਹ ਸਸਤਾ, ਮੈਂ ਕਿਹਾ ਚੱਲ ਇਹ ਵਿਚਾਰਾ ਅਮਰਧਾਰੀ ਆਪਣੇ ਸਿੰਘ, ਇਹ ਤੋਂ ਛੱਤ ਚੇਂਜ ਕਰਾਉਣੇ ਆ ਜੀ। ਉਹ ਨਾ ਛੱਤ ਚੇਂਜ ਕਰ ਗਿਆ। ਪਹਿਲਾਂ ਤਾਂ 2:30 ਵਜੇ ਆਇਆ ਦਿਨੇ, ਫਿਰ 9 ਵਜੇ ਚੇਂਜ ਕਰਦੇ ਨੂੰ, ਦੂਜੇ ਦਿਨ ਆ ਕੇ ਗਰੂ ਕੀਤੀ ਜੀ। ਹੁਣ ਹਰ ਸਾਲ ਮੇਰੀ ਛੱਤ ਉਹ ਲੀਕ ਹੁੰਦੀ ਰਹਿੰਦੀ ਹੈ ਨਾ। ਹਾਂਜੀ। ਤੇ ਹੁਣ ਉਹ ਫੋਨ ਚੱਕਣੋਂ ਹੀ ਹਟ ਗਿਆ ਜੀ। ਮੈਂ ਉਹਨੂੰ ਦੂਜਾ ਜਿੱਥੇ ਐਡ ਚੱਲਦੀ ਸੀ, ਮੈਂ ਕਿਹਾ ਭਾਈ ਤੂੰ ਤਾਂ ਕਹਿੰਦੇ ਇੰਡੀਆ ਜਾ ਕੇ ਦਾਨ ਪੁੰਨ ਕਰਦਾ, ਤੇ ਦੂਜਾ ਇਹ ਬਈ ਉਹ ਕਹਿੰਦਾ ਵੀਰ ਜੀ ਸਾਡਾ ਤਾਂ ਕੰਮ ਐਡ ਲੈਣ ਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਬਿਲਕੁਲ। ਅੱਗੇ ਇਦਾਂ ਹੀ ਉਹ ਕਹਿੰਦਾ, ਮੈਂ ਕਿਹਾ ਹੈਰਾਨ ਆ, ਮੈਂ ਤਾਂ ਸਿੱਖ ਨੂੰ ਬਈ ਆਪਣਾ ਸਿੱਖ ਭਾਈ ਆ, ਉਹਨੂੰ ਬਈ ਐਡ ਦੇਈਏ, ਉਹ ਇੰਡੀਆ ਦਾ ਦਾਨ ਪੁੰਨ ਕਰਦਾ। ਜੀ। ਫਿਰ ਇਹ ਲੱਖ ਲਾਹਣ ਦਾ ਜਿਹੜਾ ਬੰਦਾ ਸਿੰਘ ਹੋ ਕੇ ਫੋਨ ਨਾ ਚੱਕੇ, ਮੇਰੇ ਨਾਲ ਗੱਲ ਨਾ ਕਰੇ, ਫਿਰ ਇਹ ਕੀ ਆਪਾਂ ਕਰ ਸਕਦੇ ਵਿਸ਼ਵਾਸ। ਬਿਲਕੁਲ। ਬਹੁਤ ਹੈ ਜੀ, ਬਹੁਤ ਹਾਲਾਤ ਆ ਆਪਣੇ ਤੇ ਟੋਰਾਂਟੋ 'ਚ ਵੀ ਬਹੁਤ ਕੁਝ ਲੁੱਟੀ ਜਾਂਦੇ ਆ। ਸਾਡੇ ਸਰੀ 'ਚ ਤੁਸੀਂ ਦੇਖਿਆ ਦੇਖਿਆ ਕਿਦਾਂ ਲੋਕ ਸੱਚੇ ਆ, ਜਿਹੜੇ ਕਿਰਪਾਨਾਂ ਪਾ ਕੇ ਬਣੇ ਫਿਰਦੇ ਵੱਡੇ ਵੱਡੇ, ਤੇ ਬਹੁਤ ਝੂਠ ਮਾਰਦੇ ਆ। ਥੈਂਕ ਯੂ ਭੈਣੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਤੁਸੀਂ ਗੱਲ ਕੀਤੀ ਹੈ ਜੀ ਸਿੰਘ ਦੀ, ਸਰਦਾਰ ਦੀ, ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸਾਡੀ ਕਮਿਊਨਿਟੀ ਦੇ ਬੜੇ ਮੰਨੇ ਪਰ ਮੰਨੇ ਲੋਕ ਇਨਸਾਨ ਜਿਹੜੇ ਕਿ ਜਿਨ੍ਹਾਂ ਨੇ ਖਾਲਸਾ ਸਕੂਲ ਬਣਾਇਆ, ਖਾਲਸਾ ਬੈਂਕ ਆ, ਕਿੰਨੇ ਕਮਿਊਨਿਟੀ 'ਚ ਲੋਕੀ ਕਹਿੰਦੇ ਸੀ, ਪਰ ਹੁਣ ਤੁਸੀਂ ਦੇਖਿਆ ਕਹਿੰਦੇ ਸੀ ਕਿ ਕਮਿਊਨਿਟੀ ਦੇ ਕੰਮਾਂ 'ਚ ਆ। ਤੇ ਹੁਣ ਕੱਲ ਜੋ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੋ ਵੀ ਹੋਇਆ, ਤੁਸੀਂ ਸਾਰਿਆਂ ਨੇ ਸਾਂਝਾ ਟੀਵੀ ਤੋਂ ਲਾਈਵ ਦੇਖਿਆ, ਅੱਜ ਸਵੇਰੇ ਵੀ ਸ਼ੋਅ 'ਚ ਦੇਖਿਆ ਕੀ ਹੋਇਆ। ਇਨਸਾਨ ਦੇ ਕਿਸੇ ਦੇ ਚਿਹਰੇ ਤੇ ਨਹੀਂ ਲਿਖਿਆ ਹੁੰਦਾ ਇਹਦੇ ਦਿਲ 'ਚ ਕੀ ਚੱਲ ਰਿਹਾ ਹੈਗਾ। ਚਿਹਰੇ ਤੋਂ ਸਾਰੇ ਕਹਿੰਦੇ ਹੁੰਦੇ ਆ, ਇਨਸਾਨ ਦੀ ਸੂਰਤ ਤੋਂ ਨਹੀਂ ਤੁਸੀਂ ਦੇਖ ਸਕਦੇ। ਜਦੋਂ ਇਨਸਾਨ ਦਾ ਤੁਸੀਂ ਕਰੈਕਟਰ ਦੇਖਦੇ ਆ, ਸੀਰਤ ਤੋਂ ਇਨਸਾਨ ਪਹਿਚਾਣ ਹੁੰਦਾ। ਸੂਰਤ ਤਾਂ ਰੱਬ ਨੇ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਬਣਾਈਆਂ, ਪਰ ਸੀਰਤ ਇਨਸਾਨ ਨੂੰ ਆਪ ਘੜਨੀ ਪੈਂਦੀ ਆ। ਸੋ ਰਫਤਾਰ ਜੀ, ਮੇਰੇ ਕੋਲ ਵੀ ਲਿਆਂਦਾ ਹੈ ਕੁੱਕਰ। ਅੱਛਾ। ਛੋਟੇ ਸਾਈਜ਼ ਦੇ ਵਿੱਚ ਆ, ਪਤਾ ਨਹੀਂ ਕਿੰਨੇ ਲੀਟਰ। ਨਹੀਂ, ਇਹ ਤਾਂ ਇੰਨੀ ਮਹਿੰਗੀ ਚੀਜ਼ ਥੋੜਾ ਮੈਂ ਛੱਡਣ ਲੱਗੀ ਹੁਣ। ਸੋ ਉਹ ਮੈਂ ਸਿਰਫ ਮੇਰੇ ਖਿਆਲ 'ਚ 2 ਜਾਂ 3 ਵਾਰ ਵਰਤਿਆ ਹੋਣਾ। ਇੱਕ ਤਾਂ ਮੈਨੂੰ ਉਹਨੂੰ ਵਰਤਣ ਲੱਗੀ ਨੂੰ ਵਾਕਿਆ ਜਿਵੇਂ ਰਵਿੰਦਰ ਕਾਲੋ ਹੋਣਾ ਨੇ ਕਿਹਾ ਸੀ ਕਿ ਉਹ ਸੁਣਿਆ ਸੀ ਵੀ ਫਟ ਜਾਂਦਾ, ਤੇ ਉਹ ਜਦੋਂ ਇਹ ਸਟੀਮ ਛੱਡਦਾ ਹੈਗਾ ਤੇ ਮੈਨੂੰ ਇਹ ਹੋ ਜਾਂਦਾ ਵੀ ਡਰ ਤਾਂ ਖੈਰ ਨਹੀਂ ਲੱਗਦਾ, ਪਰ ਮੈਨੂੰ ਲੱਗਦਾ ਕਿ ਆਲੇ ਦੁਆਲੇ ਕਿਚਨ 'ਚ ਖਲਾਰਾ ਜ਼ਿਆਦਾ ਪੈਂਦਾ ਆ, ਤੇ ਕੁਕਿੰਗ ਦਾ ਤਾਂ ਟਾਈਮ ਓਨਾ ਕੀ ਸੇਵ ਹੁੰਦਾ ਆ ਨਾ। ਸੋ ਇਹ ਵੀ ਦੇਖ ਲਈਦਾ, ਪਰ ਜਿੰਨਾ ਕਿ ਸਾਨੂੰ ਲੋੜ ਨਹੀਂ ਹੁੰਦੀ ਬਾਲੀ, ਅਸੀਂ ਲਿਆ ਕੇ ਅੱਧਿਓਂ ਜ਼ਿਆਦਾ ਚੀਜ਼ਾਂ ਰੱਖ ਲੈਂਦੇ ਆ ਘਰ 'ਚ, ਅਸੀਂ ਵਰਤਦੇ ਨਹੀਂਗੇ। ਸੋ ਜਿਹੜੇ ਇਹਨੂੰ ਲੈਣ ਲਈ ਇੰਨੀ ਬਦਨਾਮੀ ਵੀ ਖੱਟੀ ਸਾਰੀ, ਅਸੀਂ ਮੇਨ ਸਟ੍ਰੀਮ ਮੀਡੀਆ 'ਚ ਸਾਡੀਆਂ ਵੀਡੀਓ ਆ ਰਹੀਆਂ ਜੀ, ਔਰ ਪੁਲਿਸ ਨੇ ਆ ਕੇ ਉਹ ਸਟੋਰ ਓਨਰ ਨੇ ਵਿਚਾਰੇ ਨੇ ਡਰਦੇ ਨੇ ਪੁਲਿਸ ਨੂੰ ਫੋਨ ਕਰਕੇ ਸਟੋਰੀ ਬੰਦ ਕਰਵਾ ਦਿੱਤੀ। ਇਹਦਾ ਢੱਕਣ ਹੀ ਨਹੀਂ ਨਿਕਲਦਾ ਜੀ। ਤੁਸੀਂ ਆਹ ਪਹਿਲਾਂ ਕਾਲ ਚੱਕੋ। ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਇਹਦੇ ਪਿੱਛੇ ਸਟੋਰੀ ਹੈ ਇੱਕ। ਹਾਂਜੀ। ਪਹਿਲਾਂ ਸਾਗ ਤੋੜਿਆ ਜੀ, ਮੁੜ ਕੇ ਸਾਗ ਬਣਾਉਣਾ ਸੀ ਤਾਂ ਕੁੱਕਰ ਲੈਣ ਚੱਲ ਗਏ ਜੀ। ਇਹ ਤਾਂ ਗਾਂ ਦਾ ਵੀ ਪ੍ਰੋਸੈਸ ਹੈਗਾ ਆ। ਇਹ ਸਾਗ ਬਣਾਉਣ ਦੀ ਰੈਸਿਪੀ ਦੱਸ ਦੇਵੇ ਆਪਾਂ ਨੂੰ ਕੈਲਗਰੀ ਵਾਲੇ ਜੀ, ਹੋਰ ਕੁਝ ਨਹੀਂ ਹੈ ਜੀ। ਸਹੀ ਗੱਲ ਕੀਤੀ। ਥੈਂਕ ਯੂ ਜੀ, ਥੈਂਕ ਯੂ। ਸੋ ਅੱਧਿਓਂ ਜ਼ਿਆਦਾ ਭਾਂਡੇ ਜਿਹੜੇ ਸਾਡੇ ਕੋਲ ਲਿਆਂਦੇ ਹੁੰਦੇ ਪੰਜਾਬ ਤੋਂ, ਅਸੀਂ ਵਰਤਦੇ ਨਹੀਂ। ਸਾਡੇ ਉਹੀ ਅਲਮਾਰੀਆਂ 'ਚ ਜਾਂ ਕਲੋਜ਼ਟ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਪਿੱਛੇ ਧੱਕ ਕੇ ਰੱਖੇ ਹੁੰਦੇ ਆ ਜੀ, ਜਿਹੜੇ ਸਾਡੀ ਵਰਤੋਂ 'ਚ ਨੇ। ਇਹ ਦਿਮਾਗੀ ਕੰਮ ਆ, ਤੇਰੇ ਤੋਂ ਹੋਣਾ ਨਹੀਂ ਵੀਰੇ, ਇਹ ਰਹਿਣ ਦੋ ਤੁਸੀਂ। ਨਹੀਂ ਕੱਢੇ ਹੋਏ ਇਹ ਢੱਕਣ ਦਿਮਾਗ ਨਾਲ, ਇਹ ਕੈਲਗਰੀ ਫੋਨ ਕਰਨਾ ਪੈਣਾ, ਕਿਸੇ ਨੂੰ ਦਿਖਾ ਲੈਣਾ ਪੈਣਾ। ਨਹੀਂ ਸੱਚੀ ਤੁਹਾਨੂੰ ਕੱਢਣਾ ਆਉਂਦਾ ਢੱਕਣ? ਨਹੀਂ ਮੜਾ ਦੇਖਿਓ ਢੱਕਣ ਕੱਢ ਕੇ ਵੀ ਨਿਕਲਦਾ। ਇਹ ਕਿਚਨ ਦੇ ਵਿੱਚ ਨਾ ਬੀਬੀਆਂ ਹੀ ਕੰਮ ਕਰ ਸਕਦੀਆਂ। ਇਹ ਇਦਾਂ ਢੱਕਣ ਨਿਕਲਦਾ। ਕਿੱਦਾਂ ਨਿਕਲਿਆ ਸੀ? ਆ ਲੋ ਜੀ। ਅੱਛਾ ਜੀ, ਕੀ ਬਾਤ ਹੈ। ਮੈਨੂੰ ਲੱਗਦਾ ਕੈਲਗਰੀ 10 ਘੰਟੇ ਦੀ ਡਰਾਈਵ, ਇਹਦੇ ਤੇ ਨਟ ਨੂਟ ਹਿੱਲ ਗਏ ਆਉਂਦੇ ਦੇ ਸਾਰੇ। ਨਾ ਪੂਰਾ ਵਧੀਆ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭੈਣ ਜੀ, ਉਹ ਮੈਂ ਤਾਂ ਦੱਸਣ ਲੱਗੀ ਫੋਨ ਦੁਬਾਰਾ ਕੀਤਾ ਸੀ ਕਿ ਜਿਹੜੇ ਕੁੱਕਰ ਮੋਸਟਲੀ ਕਹਿੰਦੇ ਫਟਦੇ ਆ ਨਾ, ਉਹ ਮੋਸਟਲੀ ਜੋ ਸਾਗ ਬਣਾਉਂਦੇ ਲੋਕੀ, ਕਈ ਵਾਰ ਸਾਗ ਜਿਹੜਾ ਸਾਗ ਦਾ ਵਿੱਚੋਂ ਹੁੰਦਾ ਕੁਝ ਫਸ ਜਾਂਦਾ, ਪੱਤੇ 'ਚ ਫਸ ਜਾਂਦਾ। ਦਾਲ ਲਈ ਤਾਂ ਬਹੁਤ ਘੱਟ ਫਟਦੇ, ਮੋਸਟਲੀ ਸਾਗ ਲਈ ਜ਼ਿਆਦਾ ਫਟਦੇ। ਜਾਨੀ ਫਿਰ ਮਿਹਨਤ ਬੇਕਾਰ ਗਈ, ਸਾਗ ਤਾਂ ਬਣਨਾ ਨਹੀਂ ਇਹਦੇ 'ਚ। ਹਾਂਜੀ ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਵਰਿੰਦਰ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ ਕੀ ਹਾਲ ਚਾਲ ਨੇ? ਬਸ ਵਧੀਆ ਜੀ, ਚੜ੍ਹਦੀ ਕਲਾ। ਤੁਸੀਂ ਖਬਰ ਦੀ ਭੈਣ ਜੀ ਜਿਹੜੀ ਖਬਰ ਦੀ ਗੱਲ ਕਰ ਰਹੇ ਨਾ, ਹਾਂਜੀ ਇਹ ਵਾਕਈ ਤੁਹਾਡੀ ਗੱਲ ਸਹੀ ਆ। ਮੈਂ ਪਿਛਲੀ ਵਾਰ ਇੰਡੀਆ ਗਿਆ ਤੇ ਵਾਪਸੀ ਤੇ ਨਾ 에어ਪੋਰਟ ਦੇ ਉੱਤੇ ਇੱਕ ਬੀਬੀ ਨੇ ਆਪਣਾ ਸੂਟਕੇਸ ਖਲਾਇਆ ਹੋਇਆ, ਇੱਥੇ ਲਾਸ ਐਂਜਲਸ ਦੀ ਗੱਲ ਆ ਜੀ, ਤੇ ਵਿੱਚ ਕੁੱਕਰ, ਕੜਾਹੀਆਂ, ਗਲਾਸ, ਪਤਾ ਨਹੀਂ ਕੀ ਕੀ ਰੱਖਿਆ ਹੋਇਆ ਉਹਦੇ ਵਿੱਚ। ਤੇ ਉਹ ਸਕੈਨ ਦੇ ਵਿੱਚ ਆ ਗਿਆ ਵੀ ਇਹ ਬੜਾ ਮੈਟਲ ਹੈ ਵਿੱਚ, ਤੇ ਉੱਥੇ ਖਲਾਰਾ ਪਿਆ ਹੋਇਆ। ਤੇ ਮੈਂ ਵੈਸੇ ਹੀ ਗੱਲ ਕਰਨ ਲੱਗ ਪਿਆ, ਮੈਂ ਕਿਹਾ ਭੈਣ ਜੀ ਵੀ ਕੁੱਕਰ ਇੱਥੇ ਇੰਨੇ ਵਧੀਆ ਇਲੈਕਟ੍ਰਿਕ ਮਿਲ ਜਾਂਦੇ ਆ, ਤੁਹਾਨੂੰ ਕੀ ਲੋੜ ਆ ਇਹ? ਨਹੀਂ ਕਹਿੰਦੀ ਸਵਾਦ ਨਹੀਂ ਆਉਂਦਾ ਇੱਥੋਂ ਵਾਲੇ ਕੁੱਕਰਾਂ ਦੇ ਵਿੱਚ ਜੀ। ਤੇ ਉਹ ਜਿਹੜਾ ਵਾਕਈ ਜਿਹੜਾ ਇਹਨਾਂ ਨੇ ਜਲੂਸ ਕਢਾਇਆ ਨਾ, ਬਹੁਤ ਦੂਰ ਤੱਕ ਗਈ ਉਹ ਵੀਡੀਓ। ਤੇ ਦੂਜਾ ਮੇਰਾ ਗਿੱਲ ਸਾਹਿਬ ਵਾਸਤੇ ਮੈਨੂੰ ਲੱਗਦਾ ਇਹਨਾਂ ਨੇ ਕਦੀ ਕੁਕਿੰਗ ਨਹੀਂ ਕੀਤੀ, ਇਹਨਾਂ ਨੂੰ ਢੱਕਣ ਹੀ ਨਹੀਂ ਕੱਢਣਾ ਹੁੰਦਾ ਕੁੱਕਰ ਚੋਂ। ਸਹੀ ਗੱਲ ਹੈ, ਸਹੀ ਗੱਲ ਹੈ, ਮੈਨੂੰ ਬਾਕੀ ਨਹੀਂ ਢੱਕਣ ਖੋਲਣ ਆਇਆ। ਇਹਨਾਂ ਨੂੰ ਫੇਰ ਕੈਲਗਰੀ ਜਾਣਾ ਪੈਣਾ ਇੱਕ ਵਾਰੀ ਪੁੱਛਣ ਉਹਨਾਂ ਨੂੰ। ਸਾਡੇ ਨਾ ਨਿਆਣੇ ਏਦਾਂ ਕਰਦੇ ਹੁੰਦੇ, ਜੋ ਕੁੱਕਰ 'ਚ ਕੁਝ ਬਣਾਇਆ ਹੋਵੇ ਕਹਿੰਦੇ ਸਾਡੇ ਕੋਲ ਬੰਦ ਨਹੀਂ ਹੁੰਦਾ ਜਾਂ ਖੁੱਲਦਾ ਨਹੀਂ, ਵਿੱਚੋਂ ਢੱਕਣ ਨਹੀਂ ਨਿਕਲਦਾ। ਉਹੀ ਹਾਲ ਇਹਨਾਂ ਦਾ ਲੱਗਦਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਰਫਤਾਰ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਸੇਲ ਤੇ ਸਾਰੇ ਜਾਂਦੇ ਆ, ਪਰ ਬਹੁਤ ਟਾਈਮ ਇਹ ਇਦਾਂ ਦਾ ਹੁੰਦਾ ਜਿੱਥੇ ਲੋਕੀ ਪੈਸੇ ਖਰਾਬ ਕਰਦੇ ਆ ਲੈ ਕੇ ਕੁਛ ਨਹੀਂ। ਪਰ ਇਹ ਏਸ਼ੀਅਨ ਫੂਡ ਨੇ ਸਟੋਰ ਦੀ ਗ੍ਰੈਂਡ ਓਪਨਿੰਗ ਕੀਤੀ ਸੀ, ਉਹਨਾਂ ਨੇ ਚਲੋ ਚੰਗੀ ਸੋਚ ਰੱਖੀ ਸੀ, ਪਰ ਕਿਤੇ ਨਾ ਕਿਤੇ ਮੈਂ ਇਹ ਵੀ ਕਹੂੰਗੀ ਕਿ ਜੇ ਉਹਨਾਂ ਨੇ ਗ੍ਰੈਂਡ ਓਪਨਿੰਗ ਰੱਖੀ ਸੀ, ਉਹਨਾਂ ਨੂੰ ਇੰਨਾ ਕੁ ਤਾਂ ਪਤਾ ਲੱਗ ਹੀ ਗਿਆ ਸੀ ਵੀ ਪਹਿਲਾਂ ਸਾਗ ਵਾਲੀ ਗੱਲ ਵੀ ਹੋਈ ਸੀ, ਨਾਲੇ ਆਪਣੇ ਲੋਕਾਂ ਦਾ ਤਾਂ ਖਾਸ ਕਰਕੇ, ਤੇ ਨਾਲੇ ਉਹਨਾਂ ਨੂੰ ਵੀ ਪਹਿਲਾਂ ਕੋਈ ਗਾਈਡਲਾਈਨ ਇਦਾਂ ਦੀਆਂ ਰੱਖਣੀਆਂ ਚਾਹੀਦੀਆਂ। ਪਰ ਅੰਦਰ ਵੜਦਿਆਂ ਨੂੰ ਉਹ ਸੈਨੀਟਾਈਜ਼ਰ ਦੇ ਰਿਹਾ ਸੀ, ਪਰ ਉਹ ਦੇਣ ਕਿਹਨੂੰ, ਅੰਦਰ ਤਾਂ ਧੱਕੇ ਪੈ ਰਹੇ ਸੀ। ਪਰ ਸਵਾਗਤ ਹੈ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਤੁਸੀਂ ਡਰੋ ਨਾ ਕੁੱਕਰ ਤੋਂ। ਹਾਂਜੀ ਹਾਂ, ਮੇਰੇ ਤੇ 32 ਸਾਲ ਹੋ ਗਿਆ ਕੁੱਕਰ ਮੇਰੇ ਕੋਲ, ਮੈਂ ਉਹਦੇ ਵਿੱਚ ਦਾਲ ਬਣਾਉਣੀ ਆ, ਸਾਂਡੇ ਤੇ ਰੱਖ ਕੇ ਬਾਹਰ ਪਾ। ਸਵਾਦ ਬਣਦੀ ਹੈ ਜੀ ਦਾਲ ਇਹਦੇ ਚ? ਬਹੁਤ ਸਵਾਦ, 1 ਘੰਟੇ ਵਿੱਚ ਬਣ ਜਾਂਦੀ। ਕਿੰਨੀਆਂ ਸੀਟੀਆਂ 'ਚ ਬਣ ਜਾਂਦੀ ਹੈ ਜੀ? ਹੈ ਕਿੰਨੀਆਂ ਸੀਟੀਆਂ ਵੱਜਦੀਆਂ ਜੀ? ਮੈਂ ਤਾਂ ਉਹਦੇ ਟਾਈਮ ਬਾਹਰ ਜਿੱਦਾਂ ਉਹਦੇ ਤਵਾ ਰੱਖਿਆ ਹੋਇਆ ਜਿਹੜਾ ਛੋਟਾ ਹੁੰਦਾ ਇਲੈਕਟ੍ਰਿਕ ਜੀ, ਉਹਦੇ ਉੱਪਰ ਰੱਖਿਆ ਨਹੀਂ ਆ, ਉਹਦੀ ਘੱਟੇ ਹੀਟ ਹੁੰਦੀ, ਘੰਟੇ ਬਾਅਦ ਚੱਕ ਲੈਣੀ ਆ ਬਸ। ਕੀ ਬਾਤ ਹੈ, ਬਹੁਤ ਵਧੀਆ। 1 ਘੰਟੇ 'ਚ ਬਣ ਜਾਂਦਾ। ਮੈਂ ਕੋਈ ਸਾਂਡੇ ਤੇ ਰੱਖਿਆ ਨਹੀਂ, ਸਾਂਡੇ ਤੋਂ ਬਾਅਦ ਚੱਕ ਲੈਣੀ ਜੀ। ਠੀਕ ਹੈ ਜੀ, ਥੈਂਕ ਯੂ ਜੀ। ਤੁਸੀਂ ਤਾਂ ਛੇਰਵਾ ਉਦਾਂ ਤਾਂ ਕੁੱਕਰ ਤੋਂ ਕਹਿੰਦੇ ਤੁਸੀਂ ਡਰ ਜਾਂਦੇ। ਨਹੀਂ, ਕਈ ਕਾਲਰ ਡਰਦੇ ਜੀ, ਉਹ ਕਹਿੰਦੇ ਫਟ ਜਾਂਦਾ ਹੈ। ਮੈਨੂੰ ਤਾਂ ਮੈਂ ਤਾਂ ਦੇਖਿਆ ਨਹੀਂ ਕਦੇ ਫਟਦਾ, YouTube ਤੇ ਦੇਖਾਂਗੇ ਫਟਦਾ। 32 ਸਾਲ ਹੋ ਗਏ ਇੰਡੀਆ ਤੋਂ ਲਿਆਂਦੇ ਨੂੰ। 3 ਲੀਟਰ ਦਾ ਕੁੱਕਰ, ਅਸੀਂ ਛੋਟੀ ਜਿਹੀ ਫੈਮਿਲੀ ਹੈ, ਥੋੜਾ ਜਿਹਾ ਬਣਾਈ ਦੀ ਦਾਲ। ਜੀ ਜੀ ਜੀ, ਥੈਂਕ ਯੂ ਭੈਣ ਜੀ ਤੁਹਾਡਾ, ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਰਫਤਾਰ, ਬੜੀਆਂ ਲੰਬੀਆਂ ਕਹਾਣੀਆਂ, ਮੈਨੂੰ ਲੱਗਦਾ ਹੁਣ ਉਹ ਇਹ 'ਚ ਦਾਰੂ ਵੀ ਕੱਢ ਹੁੰਦੀ ਹੈ ਵੀਰੇ, ਚੱਜ ਦੀ ਗੱਲ ਕਰ ਲਿਆ ਕਰ ਕੋਈ। ਦੇਖਣ ਵਾਲੇ ਜਿੰਨੇ ਵੀ ਦੇਖਦੇ ਗੱਲ ਕੀਤੀ ਸੀ, ਮੈਂ ਕਿਹਾ ਵੀ ਦੇਖੋ ਹੁਣ ਆਪਾਂ ਹੀਰੋ ਆਟੇ ਦੇ ਬੈਗ ਦੇ ਨਾਲ ਇੱਕ ਕੁੱਕਰ ਨਾ ਦੇਣ ਲੱਗ ਪਈ ਹੈ। ਹਾਂ, ਉਹ ਤਾਂ ਫਿਰ ਕਮਾਲ ਦੀ ਗੱਲ ਬਣ ਗਈ। ਹਾਂ, ਹੁਣ ਆਟਾ ਫੜਾਉਣ ਨਾਲ ਇੱਕ ਕੁੱਕਰ ਵੀ ਹੋਵੇ ਨਾ, ਵੀ ਭਾਈ ਗੁੱਡੀ ਵੀ ਤੂੰ ਸੇਲ ਚਾਹੇ ਜਿੰਨੀ ਮਰਜ਼ੀ ਲੱਗੇ, ਤੈਨੂੰ ਜਿੰਨਾ ਮਰਜ਼ੀ ਲਵਾਉਣ, ਤਾਂ ਕੁੱਕਰ ਲੈਣ ਨਹੀਂ ਜਾਣਾ, ਨਾ ਤਾਂ ਕੜਾਹੀ ਲੈਣ ਜਾਣਾ, ਸਾਨੂੰ ਦੱਸਦੀ ਆ ਕੇ। ਜੀ, ਸਹੀ ਗੱਲ ਹੈ। ਪਰ ਇਹ ਦੇਖੋ ਮਜ਼ਾਕ ਆਪਣੇ ਥਾਂ ਆ, ਪਰ ਸਾਨੂੰ ਸਾਰੀਆਂ ਗਾਈਡਲਾਈਨਸ ਦੇਖਣੀਆਂ ਚਾਹੀਦੀਆਂ। ਕੱਢਦੇ ਆ ਇਹਦੇ ਚ ਕੁੱਕਰ ਦੇ ਵਿੱਚ ਦਾਰੂ ਜਿਹੜੀ ਆ, 2 ਬੋਤਲਾਂ ਦਾਰੂ ਦੀਆਂ ਕੁੱਕਰ ਦੇ ਵਿੱਚ ਨਿਕਲ ਆਉਂਦੀਆਂ ਨੇ। ਤੂੰ ਵੀਰੇ ਰੈਸਪੀ ਨਾ ਦੇਣ ਲੱਗ ਪਈ, ਇਹ ਪਰਿਵਾਰਕ ਸ਼ੋਅ ਆ, ਤੂੰ ਹੁਣ ਇਦਾਂ ਦਾ ਮੈਂ ਦੱਸਦਾ। ਨਹੀਂ, ਮੈਂ ਤੁਹਾਨੂੰ ਦੱਸਦਾ, ਢੱਕਣ ਖੋਲ ਕੇ ਇਹਦੇ ਵਿੱਚ ਲਾਣ ਪਾ ਕੇ ਨਾ, ਇਹਦੀ ਆਹ ਟੂਟੀ ਖੋਲ ਕੇ ਇੱਥੋਂ ਇਹਦੇ ਉੱਪਰੋਂ ਇੱਥੋਂ ਦੀ ਲਾ ਕੇ ਪਾਈਪ ਜਿਹੜੀ ਇਹਦੇ ਵਿੱਚ ਦੀ ਆਉਣੀ ਹੈ, ਫਿਰ ਉਹ ਦਾਰੂ ਨਿਕਲਣੀ ਹੈ। ਮੈਂ ਦੇਖੀ ਆ ਦਾਰੂ ਕੱਢਦੇ, ਕਈਆਂ ਨੇ ਫੇਸਬੁੱਕ ਤੇ ਪਾਇਆ। ਸੀਰੀਅਸ ਕਦੀ ਵੀ ਇਹਦੀ ਕਿਸੇ ਗੱਲ ਨੂੰ ਨਾ ਤੁਸੀਂ ਲਿਆ ਕਰੋ, ਕਦੇ ਵੀ ਨਾ ਲਿਆ ਕਰੋ ਤੁਸੀਂ ਸੀਰੀਅਸ, ਖਾਸ ਤੌਰ ਤੇ ਜਦੋਂ ਇਹ ਤੁਹਾਨੂੰ ਕੋਈ ਰੈਸਪੀ ਦੱਸ ਰਹੇ ਹੁੰਦੇ ਆ ਜਾਂ ਬਣ ਜਾਂਦੀਆਂ ਨੇ ਚੋਟੀ ਦੀਆਂ 4 ਬੋਤਲਾਂ ਗੁੜ 5 ਕਿਲੋ ਪਾ ਕੇ। ਜੀ, ਕਦੇ ਵੀ ਕਿਸੇ ਗੱਲ ਤੇ ਯਕੀਨ ਨਾ ਕਰਿਓ, ਐਵੇਂ ਨੁਕਸਾਨ ਕਰ ਬੈਠੋਗੇ ਤੁਸੀਂ ਆਪਣਾ। ਇੰਨੀ ਮਿਹਨਤ ਨਾਲ ਜਿਨ੍ਹਾਂ ਨੇ ਕੁੱਕਰ ਲਿਆਂਦਾ, ਉਹ ਤਾਂ ਜਮਾਂ ਵੀ ਕੋਈ ਐਕਸਪੈਰੀਮੈਂਟ ਇਹਦੇ ਤੇ ਨਾ ਕਰਨ, ਉਹ ਤਾਂ ਸਿਰਫ ਸਾਗ ਬਣਾਉਣ ਨੂੰ ਰੱਖਣ। ਪਰ ਸ਼ਰਮ ਆਉਂਦੀ ਹੈ ਸਾਨੂੰ ਜਦੋਂ ਲੋਕੀ ਟਿਕਟੌਕ ਤੇ ਵੀਡੀਓ ਪਾਉਂਦੇ, ਸੋਸ਼ਲ ਮੀਡੀਆ ਤੇ, ਮੇਨ ਸਟ੍ਰੀਮ ਮੀਡੀਆ ਤੇ
ਪਹਿਲਾਂ ਗੋਰੇ ਇਹ ਸੋਚ ਕੇ ਕਨਫਿਊਜ਼ ਹੋ ਗਏ ਸੀ ਕਿ ਸਾਗ ਇੰਨਾ ਇਹ ਕੀ ਕਰਦੇ ਆ, ਸੈਲਡ ਖਾਂਦੇ ਆ, ਇੰਨਾ ਇਹ ਕਾਹਤੇ ਤੋੜ ਕੇ ਲਿਆਂਦੇ, 2 ਏਕੜ ਉਹਨਾਂ ਦਾ ਖੇਤ ਖਰਾਬ ਕਰਕੇ ਰੱਖਤਾ। ਸਹੀ ਗੱਲ ਸਹੀ। ਤੇ ਹੁਣ ਉਹ ਵਿਚਾਰੇ ਪਰੇਸ਼ਾਨ ਆ ਕਿ ਪ੍ਰੈਸ਼ਰ ਕੁੱਕਰ ਦੇ ਵਿੱਚ ਐਡੀ ਕੀ ਖਾਸੀਅਤ ਸੀ ਕਿ ਇੰਨੇ ਧੱਕੇ ਪਏ। ਔਰ ਸਟੋਰ ਵਾਲੇ ਓਨਰ ਨੇ ਖੁਦ ਰਫਤਾਰ ਪੁਲਿਸ ਨੂੰ ਕਾਲ ਕੀਤੀ, ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਸੀ। ਜਿਵੇਂ ਸਾਡੇ ਇੱਕ ਕਾਲਰ ਨੇ ਦੱਸਿਆ ਕਿ ਉਹਨਾਂ ਦੇ ਤਵੇ ਜਾਂ ਹੋਰ ਚੀਜ਼ਾਂ ਚੁੱਕ ਕੇ ਵੀ ਲੋਕ ਲੈ ਗਏ, ਕਿਉਂਕਿ ਜਦੋਂ ਉੱਥੇ ਹਫੜਾ ਦਫੜੀ ਪੈ ਗਈ ਤੇ ਲੋਕਾਂ ਦਾ ਇਕੱਠ ਹੋ ਗਿਆ। ਇੱਕ ਕੋਈ ਬੱਚੀ ਸੀ, ਮਾਸਕ ਲਾਇਆ ਸੀ, ਛੋਟੀ ਜੀ ਉਮਰ ਦੀ ਸੀ, ਉਹ ਕਹਿੰਦੀ ਅਸੀਂ ਲਾਈਨ 'ਚ ਖੜੇ ਸੀ, ਪਰ ਜਦ ਅਸੀਂ ਦੇਖਿਆ ਕੋਈ ਸੋਸ਼ਲ ਡਿਸਟੈਂਸ ਨਹੀਂ, ਕੁਛ ਨਹੀਂ, ਤੇ ਅਸੀਂ ਉੱਥੋਂ ਪਰੇ ਹੋ ਗਏ ਜੀ। ਔਰ ਉੱਥੇ ਮੀਡੀਆ ਵੀ ਲਾਈਵ ਕਰ ਰਿਹਾ ਸੀ। ਔਰ ਕਈ ਲੋਕ ਕਹਿ ਰਹੇ ਸੀ ਕਿ ਸਟੋਰ ਵਾਲਿਆਂ ਦਾ ਕਸੂਰ ਆ ਵੀ ਉਹਨਾਂ ਨੇ ਫ੍ਰੀ ਚੀਜ਼ਾਂ ਲਾਈਆਂ, ਉਹਨਾਂ ਨੇ ਆਪਣੇ ਸਟੋਰ ਦੀ ਗ੍ਰੈਂਡ ਓਪਨਿੰਗ ਕਰਨੀ ਸੀ, ਪ੍ਰਮੋਸ਼ਨ ਕਰਨੀ ਸੀ। ਸਾਡੀ ਮੋਰਲ ਰਿਸਪੌਂਸਿਬਿਲਟੀ ਬਣਦੀ ਆ ਕਿ ਸਾਡੇ ਪਰਿਵਾਰ 'ਚ ਜੇ ਵਾਕਿਆ ਹੀ ਸਾਨੂੰ ਜ਼ਰੂਰਤ ਆ, ਜੇ ਮੈਨੂੰ ਜ਼ਰੂਰਤ ਆ ਪ੍ਰੈਸ਼ਰ ਕੁੱਕਰ ਦੀ, ਤਾਂ ਮੈਂ ਫੇਰ ਹੀ ਉੱਥੇ ਜਾ ਕੇ ਲਾਈਨ 'ਚ ਲੱਗਾ। ਜੇ ਮੈਂ ਸਿਰਫ ਫ੍ਰੀ ਦਾ ਦੇਖ ਕੇ ਜਾਣਾ ਆ ਤੇ ਕੋਈ ਫਾਇਦਾ ਨਹੀਂ ਸਾਨੂੰ। ਅਸੀਂ ਪਤਾ ਨਹੀਂ ਕਿੱਦਾਂ ਦੇ ਉੱਥੇ ਲੋਕ ਆਏ ਸੀ, ਰੱਬ ਨਾ ਕਰੇ ਕੋਈ ਉੱਥੋਂ ਇਦਾਂ ਦੀ ਗੱਲ ਨਿਕਲ ਆਵੇ, ਕਰੋਨਾ ਦੀ ਕੋਈ ਗੱਲ ਹੋ ਜਵੇ ਤੇ ਉੱਤੋਂ ਦੀ ਹੋਰ ਵਾਧੇ ਦੀ ਬਦਨਾਮੀ ਹੋਣੀ ਆ ਕਿ ਪੰਜਾਬੀ ਕਮਿਊਨਿਟੀ ਨੇ ਕਰੋਨਾ ਜਿਹੜਾ ਫੈਲਾਇਆ। ਆਪਣੇ ਕਰਦੀ ਆਏ ਆ ਕਿਰਾ ਨਾ, ਜਿੱਥੇ ਗੋਰਿਆਂ ਨੂੰ ਦਫਨਾਇਆ ਜਾਂਦਾ, ਜਿੱਥੇ ਕੀ ਹੁੰਦਾ ਕਬਰਿਸਤਾਨ ਕਹਿ ਦਿੰਦੇ ਨੇ, ਗ੍ਰੇਵ। ਹਾਂਜੀ, ਕਬਰਿਸਤਾਨ। ਹਾਂਜੀ, ਜਿੱਥੇ ਉਹਨਾਂ ਦੀਆਂ ਗ੍ਰੇਵ ਹੁੰਦੀਆਂ, ਜਿੱਥੇ ਗ੍ਰੇਵ ਹੁੰਦੇ। ਉਹ ਤੁਹਾਨੂੰ ਪਤਾ ਪਹਿਲਾਂ ਤਾਂ ਡੋਡਿਆਂ ਦਾ ਪਤਾ ਨਹੀਂ ਹੁੰਦਾ, ਪਹਿਲਾਂ ਤਾਂ ਉਹਦੇ ਉੱਤੇ ਚੜਾਉਂਦੇ ਹੁੰਦੇ ਸੀਗੇ, ਜਿਵੇਂ ਲਾ ਲਓ ਵੀ ਬੁੱਕੇ ਜਿਹਾ ਬਣਾਉਣਾ, ਉਹਨਾਂ ਨੇ ਵਿੱਚ 2 ਡੋਡਿਆਂ ਦੇ ਉਹ ਲਾਉਂਦੇ ਸੀਗੇ, ਡਿਫਰੈਂਟ ਜੇ ਲਾ ਕੇ ਨਾ। ਤੇ ਉਹ 2-3 ਜਾਣੇ ਗਏ, ਉਹਨੂੰ ਕਹਿੰਦੇ ਵੀ ਜਿੰਨੇ ਵੀ ਤੇਰੇ ਕੋਲ ਡੋਡੇ ਜਿਹਨੇ ਵੀ ਸਾਰੀ ਦੇ ਦੇ ਸਾਨੂੰ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ ਰਫਤਾਰ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ ਭੈਣ ਜੀ? ਸਤਿ ਸ਼੍ਰੀ ਅਕਾਲ ਬਲਜਿੰਦਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਫਤਾਰ, ਸੱਚ ਹੀ ਕਹਿੰਦੇ ਆ, ਮੈਂ ਬੰਦੇ ਦੇਖੇ ਕੱਢਦੇ ਕੁੱਕਰ ਤੇ ਵੀ ਦੂਜੀ ਦਵਾਈ ਦੇਸੀ। ਬਿਲਕੁਲ ਕੱਢਦੇ ਆ ਜੀ, ਸਲੈਟਲੀ ਲਾ ਕੇ ਇਹਨੂੰ ਹਲਕਾ ਜਿਹਾ ਲਾ ਕੇ ਬੜੀ ਵਧੀਆ ਬਣਦੀ ਜੀ। 1-2 ਬੋਤਲਾਂ ਇੱਕ ਨਿਕਲੇ ਉਹਦੇ ਵਿੱਚੋਂ ਹਲਕੀ ਜੀ, ਇੱਥੇ ਮਿੱਟੀ ਜੀ ਲਾ ਲੈਂਦੇ ਆ ਸਸਤੇ ਪਾ ਜੀ। ਪ੍ਰੋਗਰਾਮ ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਮੈਂ ਸਾਰੇ ਟਿਊਜ਼ਡੇ ਦੇਖਦਾ ਤੁਹਾਡਾ ਪ੍ਰੋਗਰਾਮ, ਵੈਰੀ ਨਾਈਸ ਪ੍ਰੋਗਰਾਮ। ਆਲਵੇਜ਼ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਤੇ ਉਹ ਗੋਰੀ ਕਹਿੰਦੀ ਵੀ 2-3 ਬੰਦੇ ਆਏ ਸੀਗੇ ਪੰਜਾਬੀ ਇੰਡੀਅਨ, ਜਦੋਂ ਕੋਈ ਹੋਰ ਲੇਡੀ ਗਈ ਉਹਨੂੰ ਦੱਸਣ ਲੱਗ ਗਈ, ਕਹਿੰਦੀ ਵੀ ਤੁਹਾਡੀ ਕਮਿਊਨਿਟੀ ਵਿੱਚ ਬਹੁਤ ਸਾਰੇ ਲੋਕ ਮਰ ਗਏ ਇਕੱਠੇ। ਉਹ ਕਹਿੰਦੀ ਵੀ ਨਹੀਂ, ਕਹਿੰਦੀ ਮੈਨੂੰ ਜਿਹੜੇ ਹਿਸਾਬ ਨਾਲ ਡੋਡੇ ਲੈ ਕੇ ਗਏ ਨੇ, ਵੀ ਆਹ ਪੋਪੀ ਫਲਾਵਰ ਲੈ ਗਏ ਨੇ, ਮੈਨੂੰ ਐਂ ਲੱਗਾ ਤੁਹਾਡੀ ਕਮਿਊਨਿਟੀ 'ਚ ਬਹੁਤ ਸਾਰੀਆਂ ਡੈਥਾਂ ਇਕੱਠੀਆਂ ਹੀ ਹੋ ਗਈਆਂ, ਵੀ ਉਹਨਾਂ ਨੇ ਉੱਥੇ ਚੜਾਉਣੇ ਹੋਣਗੇ। ਉਹ ਕਹਿੰਦੀ ਕਮੜੀ, ਉਹਨਾਂ ਨੇ ਚੜਾਉਣੇ ਨਹੀਂ, ਇਹ ਤਾਂ ਖਾਂਦੇ ਆ ਸਾਡੇ ਭੋਰ ਕੇ। ਆਪਣੇ ਲੋਕ ਇਦਾਂ ਵੀ ਬਦਨਾਮੀ ਕਰਾ ਦਿੰਦੇ ਆ ਕਈ ਵਾਰੀ ਇੰਜ ਹੁੰਦਾ, ਸਟੋਰ ਦੇ ਵਿੱਚ ਲਿਮਿਟ ਲੱਗੀ ਹੁੰਦੀ ਆ। ਮੈਂ ਕਈ ਵਾਰੀ ਕਈ ਗੱਲਾਂ ਕਰ ਜਾਂਦੀ ਹੁੰਦੀ ਆ। ਮੇਰੀ ਖਾਸ ਇੱਕ ਦੋਸਤ ਆ, ਉਹਨੂੰ ਅਸੀਂ ਬੜਾ ਛੇੜਿਆ ਜਿਸ ਦਿਨ ਇਹ ਪ੍ਰੈਸ਼ਰ ਕੁੱਕਰ ਦੀ ਗੱਲ ਆਈ ਸੀ। ਤੁਸੀਂ ਵੀ ਉਹਨਾਂ ਨੂੰ ਜਾਣਦੇ ਆ, ਤੁਹਾਡੀ ਵੀ ਉਹਨਾਂ ਨਾਲ ਅਕਸਰ ਲੜਾਈ ਹੁੰਦੀ ਰਹਿੰਦੀ ਹੈ। ਨਾ ਨਹੀਂ ਦੱਸੀਦਾ, ਨਹੀਂ ਕੱਲਾ ਅੱਖਰ ਦੱਸ ਦਿਓ ਜੀ, ਪਤਾ ਲੱਗ ਜੂਗਾ। ਨਾ ਨਹੀਂ ਦੱਸੀਦਾ। ਅੱਛਾ ਜੀ। ਉਹਨਾਂ ਨੇ ਜਦੋਂ ਗੱਲਾਂ ਖਰੀਆਂ ਨੇ ਵੈਸੇ, ਪਰ ਜਦੋਂ ਘੇ ਸੇਲ ਤੇ ਲੱਗਾ ਹੁੰਦਾ ਨਾ, ਸ਼ਾਪਰ ਡਰੱਗ ਮਾਰਟ ਚਲਾਉਂਦੇ ਆ, ਤੇ ਉਹਨਾਂ ਨੇ ਮੇਰੇ ਖਿਆਲ 'ਚ 2 ਟਿੱਕੀਆਂ ਲਾਉਂਦੇ ਹੁੰਦੇ ਉਹ ਘੇ ਦੀਆਂ, ਤੇ ਉਹ 1 ਪਾਉਂਡ ਦੀ ਹੁੰਦੀ ਆ, $3-4 ਦੀ, ਪਤਾ ਨਹੀਂ ਖੈਰ ਕਿੰਨੇ ਦੀ ਹੁੰਦੀ ਆ, ਮੈਂ $4 ਦੀ ਹੁੰਦੀ ਆ ਜੀ, ਜਿੰਨੇ ਦੀ ਵੀ ਹੁੰਦੀ ਆ। ਉਹ ਸੇਲ ਤੇ ਲਾਉਂਦੇ ਆ ਤੇ ਉਹਨੇ ਲਿਮਿਟ ਲਾਈ ਹੁੰਦੀ ਆ ਵੀ ਇਹਨੂੰ 2 ਜਾਂ 3 ਲਿਆ ਸਕਦੇ ਆ। ਤੇ ਉਹ ਕਹਿੰਦੇ ਕਿ ਮੈਂ ਵੱਖ-ਵੱਖ ਕਾਊਂਟਰ ਤੇ 3 ਜਾਂ 4 ਵਾਰੀ ਬਿੱਲ ਕਰਾ ਲੈਂਦੀ ਹੁੰਨੀ ਆ। ਔਰ ਮੈਨੂੰ ਉਹਨਾਂ ਦਾ ਇੱਕ ਦਿਨ ਫੋਨ ਆਇਆ, ਕਹਿੰਦੇ ਕਿ ਸੇਲ ਤੇ ਲੱਗਾ ਆ ਵੀ ਚਲੀਏ। ਮੈਂ ਕਿਹਾ ਜੇ ਆਹ ਦੇਖੋ ਹੱਥ ਜੋੜੇ, ਸਵੇਰੇ ਬੰਦਾ ਛੁੱਟੀ ਵਾਲੇ ਦਿਨ ਘੜੀ 4 ਪਲ ਹੋਰ ਸੌਂ ਲਵੇ 1 ਟਿੱਕੀ ਘੇ ਦੇ ਲਈ, ਹੁਣ ਸਵੇਰੇ ਉੱਠ ਕੇ ਲਾਈਨ 'ਚ ਲੱਗਣਾ। ਮੈਂ ਕਿਹਾ ਨਹੀਂ ਜੀ, ਥੈਂਕ ਯੂ ਵੈਰੀ ਮਚ। ਉਹਦੀ ਡੇਟ ਹੁੰਦੀ ਆ ਮਹੀਨੇ ਦੀ, ਕਈਆਂ ਦੀਆਂ ਮਹੀਨੇ ਦੀਆਂ 2 ਟਿੱਕੀਆਂ ਲੱਗਦੀਆਂ ਨੇ, ਪਰ ਜਦੋਂ ਸੇਲ ਤੇ ਲੱਗਿਆ ਹੁੰਦਾ ਕਿ 20 ਵੀ ਲੈ ਆਉਂਦੇ ਆ, ਉਹ ਮਹੀਨੇ ਬਾਅਦ 18 ਦੀ ਡੇਟ ਲੰਘ ਜਾਂਦੀ ਆ, ਲੱਗਦੀਆਂ 2 ਹੀ ਨੇ। ਓਹੋ 18 ਦੀ ਡੇਟ ਲੰਘ ਗਈ, ਚਲੋ ਘਰ ਵਿੱਚ ਕੈਂਚ ਛੱਡ ਦੋ। ਅੱਛਾ, ਤੁਸੀਂ ਇੱਕ ਗੱਲ ਆ, ਤੁਸੀਂ ਸਾਨੂੰ ਫੋਨ ਕਰਕੇ ਇਹ ਜ਼ਰੂਰ ਦੱਸੋ, ਖਾਸ ਤੌਰ ਤੇ ਮੇਰੀਆਂ ਭੈਣਾਂ, ਜਦੋਂ ਕੋਈ ਚੀਜ਼ ਸੇਲ ਤੋਂ ਲਿਆਂਦੀ ਹੁੰਦੀ ਆ, ਕਿੰਨੀ ਕੋ ਵਰਤੋਂ ਚ ਆਉਂਦੀ ਆ, ਵਾਕਿਆ ਹੀ ਡੇਟ ਲੰਘੀ ਤੇ ਤੁਸੀਂ ਸਿੱਟਦੇ ਆ, ਤੇ ਕਿਹੜੇ ਕੱਪੜੇ ਲੀੜੇ ਇਹੋ ਜਿਹੇ ਆ ਜਿਹੜੇ ਤੁਸੀਂ ਵਰਤੇ ਕਦੇ ਨਹੀਂ, ਬਸ ਸਿਰਫ ਲੈ ਆਂਦੇ ਲੱਗੇ ਸੀ ਪਰ ਉਹ ਸਣੇ ਟੈਗ ਪਏ ਆ, ਤੁਸੀਂ ਵਰਤੇ ਨਹੀਂ, ਜਾਂ ਤੁਸੀਂ ਉਹ ਸਸਤੇ ਦੇਖ ਕੇ ਚੁੱਕ ਲਿਆ ਸੀ, ਬਾਅਦ ਵਿੱਚ ਤੁਹਾਡੇ ਕਿਸੇ ਕੰਮ ਨਹੀਂ ਆਏ ਜੀ। ਸੋ ਇਹ ਗੱਲਾਂ ਹੁੰਦੀਆਂ ਰਫਤਾਰ ਜੀ, ਆਪਾਂ ਲੈ ਆਉਂਦੇ ਆ ਬਹੁਤੀ ਵਾਰੀ ਚੀਜ਼, ਪਰ ਸਾਡੇ ਕੰਮ ਨਹੀਂ ਆਉਂਦੀ। ਇਹ ਲਾਲਚ ਹੁੰਦਾ ਇਨਸਾਨ ਦਾ। ਹੁਣ ਉਹਨਾਂ ਨੇ ਕੜਾਈਆਂ ਵੀ ਲਾਈਆਂ ਸੀ, ਦੁੱਧ ਵਾਲੇ ਪੈਨ ਵੀ ਲਾਏ ਸੀ, ਕੁੱਕਰ ਵੀ ਲਾਏ ਸੀ, ਪਰ ਕੁੱਕਰਾਂ ਨੂੰ ਪਹਿਲੇ 100 ਕਸਟਮਰ ਲਈ ਲਾਏ ਸੀ, ਉਹਦੇ 'ਚ ਹੀ ਇੰਨੀ ਮਿੱਟੀ ਪਲੀਤ ਕਰ ਦਿੱਤੀ ਏਸ਼ੀਅਨ ਫੂਡ ਵਾਲਿਆਂ ਦੀ। ਉਹਨਾਂ ਨੇ ਪੁਲਿਸ ਸੱਦ ਲਈ, ਹੱਥ ਜੋੜੇ। ਸਰਦਾਰ ਬੰਦਾ ਪੁਲਿਸ ਵਾਲਾ ਆਪਣਾ ਦੱਸ ਰਿਹਾ ਆ ਵੀ ਬੱਸ ਕਰੋ ਤੁਸੀਂ, ਹੁਣ ਭਾਈ ਹੋ ਗਈ ਸੇਲ। ਤੇ ਇੱਕ ਬੀਬੀ ਨੇ ਕੱਛ ਦਿੱਤਾ ਏਦਾਂ ਕੁੱਕਰ ਤੇ ਨੱਠੀ ਜਾ ਰਹੀ ਹੈਗੀ ਆ।
ਤੇ ਮੈਨੂੰ ਸੋਚ ਕੇ ਆਇਆ ਵੀ ਅਸੀਂ ਕਿਹਨਾਂ ਗੱਲਾਂ ਪਿੱਛੇ ਅਸੀਂ ਆਪਣੀ ਇੱਜ਼ਤ ਇੰਨੀ ਮਿੱਟੀ 'ਚ ਰੋਲੀ ਜਾਂਦੇ। ਆਪਣੇ ਤੁਸੀਂ ਇੱਥੇ ਵੀ ਦੇਖਿਆ ਹੋਣਾ, ਇੱਕ ਵਾਰੀ ਇੱਥੇ ਕੰਪੀਟੀਸ਼ਨ ਜਿਹਾ ਹੋਇਆ ਸੀਗਾ ਵੀ ਗੁਲਾਬ ਜਾਮਣਾ ਖਾਣੀਆਂ ਨੇ, ਆਪਣਾ ਹੀ ਬੰਦਾ ਸੀ, ਉਹਨੇ ਇਕੱਠੀਆਂ 5-6 ਗੁਲਾਬ ਜਾਮਣਾ ਪਾ ਲਈਆਂ। ਇੱਕ ਨਿੱਕੀ ਜਿਹੀ ਇੱਕ ਖੇਡ ਹੁੰਦੀ ਹੈ, ਇੱਕ ਗੇਮ ਜੀ ਬਣਾਈ ਹੁੰਦੀ ਹੈ ਵੀ ਭਾਈ ਤੁਸੀਂ ਆਓਗੇ ਤਾਂ ਤੁਹਾਨੂੰ ਇੱਕ ਕੁੱਕਰ ਦੇ ਦਾਂਗੇ, ਤੁਸੀਂ ਸ਼ਾਪਿੰਗ ਕਰੋ। ਇਹ ਥੋੜਾ ਵੀ ਤੁਸੀਂ ਹੱਲਾ ਬੋਲ ਕਿੱਥੇ ਚਲੇ ਜਾਓ। ਉਹ ਭਾਈ ਦਾ ਦੇਖ ਲਓ ਕਿੰਨਾ ਨੁਕਸਾਨ ਹੋਇਆ ਸੀਗਾ ਜਿਨ੍ਹਾਂ ਨੇ ਗੁਲਾਬ ਜਾਮਣਾ ਖਾ ਲਈਆਂ ਸੀ। ਉਹ ਇਹੀ ਕੁੱਕਰ ਦਾ ਸੀਗਾ ਵੀ ਤੁਸੀਂ ਆਓ, ਤੁਸੀਂ ਜਦੋਂ ਆ ਕੇ ਸ਼ਾਪਿੰਗ ਕਰੋਗੇ, 300 ਬੰਦਾ ਦਿਹਾੜੀ ਦੇ ਵਿੱਚ 300 ਜਾਂਦਾ ਹੋਣਾ, 300 ਤੱਕ ਉਹਨਾਂ ਨੇ ਰੱਖਿਆ ਸੀਗਾ, ਤੁਸੀਂ ਸ਼ਾਪਿੰਗ ਕਰੋ, ਜਾਂਦੇ ਇੱਕ ਕੁੱਕਰ ਲੈ ਜਾਓ ਜਾਂ ਇੱਕ ਕੜਾਈ ਲੈ ਜਾਓ। ਪਰ ਆਹ ਤਾਂ ਹੱਲਾ ਮਚਾਤਾ ਉਹਨਾਂ ਨੇ। ਇੱਕ ਐਬਸਫੋਰਡ ਦੇ ਵਿੱਚ ਸਟੋਰ ਦੀ ਓਪਨਿੰਗ ਹੋਈ ਸੀ ਤੇ ਉਹਨਾਂ ਦੀ ਓਪਨਿੰਗ ਆਪਣੇ ਉਹ ਸਪਾਂਸਰ ਹੀ ਆ, ਵੈਲ ਉਹਨਾਂ ਨੇ ਸਟੋਰ ਦੀ ਓਪਨ ਕੀਤੀ। ਉਹਨਾਂ ਨੇ ਵੀ ਕੀਤਾ ਸੀ ਕਿ ਪਹਿਲੇ 500 ਕਸਟਮਰ ਨੂੰ ਇੱਕ ਟਿੱਕੀ ਘੇ ਦੀ ਫ੍ਰੀ ਚ ਦੇਣੀ ਸੀਗੀ ਤੇ ਮੈਂ ਦੁਆਬਣ ਆ, ਮੈਂ ਘੇ ਹੀ ਕਹਿਣਾ ਵੀਰੇ, ਜੋ ਮਰਜ਼ੀ ਗੱਲ ਆ, ਸੇਬ ਤੇ ਘੇ ਸਾਡੇ ਚੋਂ ਤੁਸੀਂ ਕੱਢ ਨਹੀਂ ਸਕਦੇ। ਬਾਤ ਦੇਖਿਓ ਸਹੀ ਫਿਰ ਤੁਸੀਂ। ਤੇ ਉਹ ਐਡੀ ਲੰਬੀ ਸਿਆਲਾਂ ਦੇ ਦਿਨ ਸੀ, ਮੈਂ ਤੇ ਸਾਡੇ ਜੱਸੀ ਅਸੀਂ ਇੱਥੋਂ ਐਬਸਫੋਰਡ ਗਏ ਉਸ ਸਟੋਰ ਦੀ ਕਵਰੇਜ ਕਰਨ, ਕਿਉਂਕਿ ਸਾਡੀ ਜੌਬ ਆ, ਕੋਈ ਨਵਾਂ ਸਟੋਰ ਖੁੱਲ ਰਿਹਾ ਸੀ, ਅਸੀਂ ਉੱਥੇ ਗਏ ਕਵਰੇਜ ਕਰਨ। ਤੇ ਮੈਂ ਜਦੋਂ ਲਾਈਨ ਦੇਖੀ, ਇੰਨੀ ਲੰਬੀ ਲਾਈਨ ਲੱਗੀ, ਕਾਦੇ ਲਈ? ਇੱਕ ਟੱਬਰ ਦੇ 4-4 ਜੀ, ਕਾਦੇ ਲਈ? ਸਿਰਫ ਘੇ ਦੀ ਟਿੱਕੀ ਲੈਣ ਆਏ ਸੀ। ਗਰੋਸਰੀ ਕਈਆਂ ਨੇ ਕੋਈ ਨਹੀਂ ਲਈ, ਸਿਰਫ ਇੱਕ ਘੇ ਦੀ ਟਿੱਕੀ ਲਈ। ਅਸੀਂ ਥੋੜਾ ਜਿਹਾ ਸੋਚ ਲਈਏ, ਜਿਹੜੀ ਚੀਜ਼ ਦੀ ਸਾਨੂੰ ਵਾਕਿਆ ਹੀ ਜ਼ਰੂਰਤ ਹੈ ਅਸੀਂ ਜਾਈਏ। ਗੱਲਾਂ ਖਰੀਆਂ ਸ਼ਾਇਦ ਸਾਡੀਆਂ ਗੱਲਾਂ ਅੱਜ ਤੁਹਾਨੂੰ ਅਸੀਂ ਹਾਸਾ ਮਜ਼ਾਕ ਵੀ ਕੀਤਾ, ਪਰ ਇਹਦੇ ਨਾਲ ਸਾਡੀ ਕਮਿਊਨਿਟੀ ਦਾ ਕਿਤੇ ਨਾ ਕਿਤੇ ਅਕਸ ਜਿਹੜਾ ਵਿਗੜ ਰਿਹਾ ਹੈਗਾ ਆਏ ਦਿਨ। ਜੇ ਅਸੀਂ ਗੱਲ ਕਰੀਏ ਹਰਜੀਤ ਸਿੰਘ ਸੱਜਣ ਹੁਣਾਂ ਵਰਗੇ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਆ, ਕਿੱਥੋਂ ਤੱਕ ਪਹੁੰਚ ਕੀਤੀ ਆ ਪੰਜਾਬੀਆਂ ਨੇ। ਸਾਡੇ ਗਾਂਹ ਵਾਲੀ ਪੀੜ੍ਹੀ ਆ, ਸਾਡੇ ਨੌਜਵਾਨ ਬੱਚੇ ਆ, ਸ਼ਰਮ ਮੰਨਦੇ ਆ। ਮੈਨੂੰ ਅੱਜ ਮੇਰੇ ਬੇਟੇ ਨੇ ਕਿਹਾ, ਮੈਂ ਗੱਲ ਕਰ ਰਹੀ ਸੀ ਕੇ-ਮਾਰਟ ਜਦੋਂ ਬੰਦ ਹੋਣਾ ਸੀ, 80% ਸੇਲ ਲੱਗੀ ਸੀ, ਮੇਰਾ ਬੇਟਾ 8 ਸਾਲ ਦਾ ਸੀ, ਮੈਂ ਉਹ ਸੇਲ ਤੇ ਗਈ ਸੀ। ਜਿੱਥੇ ਮੈਂ ਜਾਂਦੀ ਆ ਨਾ ਤੇ ਮੈਂ ਦੱਸਦੀ ਹੁੰਦੀ ਆ, ਮੈਂ ਉਹ ਸੇਲ ਤੇ ਗਈ ਸੀ ਜਦੋਂ ਧੱਕੇ ਪੈਣ ਲੱਗੇ ਸੀ। ਤੇ ਮੈਨੂੰ ਅੱਜ ਵੀ ਯਾਦ ਆ, ਮੈਂ ਆਪਣੇ ਬੱਚੇ ਨੂੰ ਆਪਣੇ ਨਾਲ ਇਦਾਂ ਲਾ ਕੇ ਤੇ ਬਿਲਕੁਲ ਇਦਾਂ ਖੂੰਜੇ 'ਚ ਖੜ ਗਈ ਸੀ। ਲਿਆ ਕੀਤਾ ਕੁਛ ਨਹੀਂ, ਪਰ ਬੱਚੇ ਨੂੰ ਵੀ ਡਰਾਇਆ ਤੇ ਆਪ ਵੀ 4 ਧੱਕੇ ਖਾ ਕੇ ਮੈਂ ਉੱਥੋਂ ਆ ਗਈ ਸੀ। ਤੇ ਘਰੋਂ ਮੈਂ ਗਾਲਾਂ ਵਾਧੇ ਦੀਆਂ ਖਾਧੀਆਂ ਸੀ। ਨਹੀਂ, ਤੁਸੀਂ ਆਲਵੇਜ਼ ਧਿਆਨ ਰੱਖਦੇ ਹੋ। ਇੱਕ ਵਾਰੀ ਆਪਾਂ ਵੀ ਗਏ ਸੀਗੇ ਸਟੋਰ ਤੇ, ਉੱਥੇ ਸ਼ਾਪਿੰਗ ਕਰੀ, ਪਰ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਸੇਲ ਲੱਗੀ ਸੀਗੀ, ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਭਾਈ ਲਾਈਨ ਜਿਹੜੀ ਆ ਬਹੁਤ ਲੰਮੀ ਆ, ਵੀ ਤੁਹਾਨੂੰ 2-3 ਘੰਟੇ ਵੀ ਲੱਗ ਸਕਦੇ ਆ, ਪਰ ਤੁਸੀਂ ਬਹੁਤ ਸਬਰ ਵਾਲੇ ਆ ਜਿਹੜੇ ਤੁਸੀਂ ਕਿਹਾ ਵੀ ਨਹੀਂ ਜੀ ਅਸੀਂ 2-3 ਘੰਟਿਆਂ ਦੀ ਲਾਈਨ 'ਚ ਖੜਾਂਗੇ। ਇਹ ਨਹੀਂ ਗਾ ਵੀ ਤੁਸੀਂ ਲਾਈਨ ਤੋੜ ਕੇ ਮੂਹਰੇ ਚਲੇ ਗਏ ਜਾਂ ਤੁਸੀਂ ਕਿਸੇ ਨੂੰ ਕਿਹਾ ਹੋਵੇ ਵੀ ਸਾਡਾ ਬਿੱਲ ਕਰਾ ਦਿਓ। ਤੁਸੀਂ ਕਿਸੇ ਨੂੰ ਕੁਛ ਨਹੀਂ ਕਿਹਾ ਤੇ ਤੁਸੀਂ ਉਹ ਲਾਈਨ ਦੇ ਵਿੱਚ 3 ਘੰਟੇ ਵੇਟ ਕਰੀ, 3 ਘੰਟੇ ਵੇਟ ਕਰਕੇ ਤੁਸੀਂ ਬਿੱਲ ਕਰਾਇਆ ਜੀ। ਸਬਰ ਹੁੰਦਾ ਨਾ। ਹਾਂ, ਬਹੁਤ ਵੱਡਾ ਸਬਰ। ਇੱਕ ਲਾਸਟ ਕਾਲਰ ਹੈ ਜੀ ਸਾਡੇ ਨਾਲ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਰਫਤਾਰ ਗਿੱਲ ਜੀ, ਭੈਣ ਜੀ ਬਲਜਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਸੋ ਮਚ। ਬੜੇ ਵਧੀਆ ਤੁਹਾਡੀਆਂ ਦੇਖਦੇ ਆ, ਮੈਂ ਅੱਜ ਵੀ ਕੱਲ੍ਹ ਤੁਹਾਡਾ ਉਹ ਦੇਖ ਰਿਹਾ ਸੀ ਜਿਹੜਾ ਰਾਉਂਡ ਅਪ ਚੱਲਦਾ ਰਹਿੰਦਾ ਜੀ, ਰੂਟ ਹੈਨਾ। ਹਾਂਜੀ, ਗੇੜੀ ਰੂਟ ਵਧੀਆ, ਬਹੁਤ ਵਧੀਆ, ਫਨੀ ਹੁੰਦੇ ਆ। ਥੈਂਕ ਯੂ ਸੋ ਮਚ। ਤੁਸੀਂ ਗੱਲ ਚੱਲ ਰਹੀ ਹੈ ਇਸ ਟਾਈਮ ਤੇ ਆਪਣੀ ਉਹ ਪੰਜਾਬੀਆਂ ਦੇ ਰੋਲ ਘਚੋਲ ਦੀ। ਯਾਰ ਬੜਾ ਔਖਾ ਆ, ਕਦੀ ਸਾਗ ਵਾਲੇ ਪਾਸੇ ਨੂੰ ਚਲਾਨ ਕਟਾ ਲੈਂਦੇ, ਆਪਣੇ ਟਿਕਟਾਂ ਲੈ ਲੈਂਦੇ ਆ, ਕਦੀ ਕੋਵਿਡ-19 ਦੇ ਵਿੱਚ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਕਿੰਨਾ ਨਾਮ ਹੈ ਸਾਡਾ ਇੱਥੇ ਪੂਰੀ ਦੁਨੀਆ ਦੇ ਵਿੱਚ, ਤਾਂ ਅਸੀਂ ਕੀ ਨਾਮ ਬਣਾ ਰਹੇ ਹਾਂ। ਅੱਛਾ ਜਸਵਿੰਦਰ ਵੀਰ ਜੀ, ਇੱਕ ਗੱਲ ਆ, ਕੁੱਕਰ ਦੀ ਸੇਲ ਤਾਂ ਚਲੋ ਹੁਣ ਆਪਾਂ ਇਹਨੂੰ ਬੰਦ ਹੀ ਕਰ ਦਈਏ, ਪਰ ਤੁਸੀਂ ਇੱਕ ਪਟੀਸ਼ਨ ਸਾਈਨ ਕਰਾ ਰਹੇ ਹੋ ਸਾਰਿਆਂ ਦੇ ਕੋਲੋਂ, ਜਿਹੜੇ ਇੱਥੇ ਲੋਕ ਵਿਜ਼ਿਟ, ਜਿਹੜੇ LMI, ਜਿਹੜੇ ਆਹ ਵਰਕ ਵੀਜ਼ੇ ਤੇ ਆਏ ਸੀ, ਜਾਂ ਜਿਹੜੇ ਓਪਨ ਵਰਕ ਪਰਮਿਟ ਤੇ ਸੀ, ਜਾਂ ਜਿਹੜੇ ਫਰੰਟ ਲਾਈਨਰ ਵਰਕਰ ਸੀ, ਕੀ ਉਹ ਹੈਗਾ ਹੋ ਰਿਹਾ? ਥੋੜਾ ਉਹਦੇ ਬਾਰੇ ਦੱਸੋਗੇ? ਥੈਂਕ ਯੂ ਸੋ ਮਚ। ਮੈਂ ਜ਼ਰੂਰ ਉਹਦੇ ਬਾਰੇ, ਕਿਉਂ ਅਸੀਂ ਇਸ ਟਾਈਮ ਤੇ ਜਿਹੜਾ ਮੈਨੂਅਲ ਅਸੀਂ ਪਟੀਸ਼ਨ ਸਾਈਨ ਕਰਵਾਈ ਉਹ 4000 ਪਲੱਸ ਹੋ ਗਈ ਆ। ਤੇ ਇਸ ਤੋਂ ਬਾਅਦ ਕਾਫੀ ਸਾਨੂੰ ਕਾਲਸ ਵਗੈਰਾ ਆਈਆਂ ਸੀਗੀਆਂ ਬਾਕੀ ਸਟੇਟਾਂ ਦੇ ਵਿੱਚੋਂ, ਜਿੱਦਾਂ ਆਪਾਂ ਟਰੱਕਿੰਗ ਵੀਰ ਆ, ਉਹ ਜਿਹੜੇ ਕਈ ਅਮਰੀਕਾ ਚਲ ਜਾਂਦੇ, ਕੋਈ ਟੋਰਾਂਟੋ ਚਲ ਜਾਂਦੇ ਆ, ਤਾਂ ਫਿਰ ਉਹਨਾਂ ਦਾ ਰੂਟ ਹੀ ਰਹਿੰਦਾ, ਰੂਟ ਤੇ ਹੀ ਰਹਿੰਦੇ ਜ਼ਿਆਦਾ। ਇਸ ਕਰਕੇ ਉਹਨਾਂ ਦੀ ਪ੍ਰੋਬਲਮ ਆਉਂਦੀ ਸੀਗੀ ਕਿ ਅਸੀਂ ਸਾਈਨ ਕਿੱਦਾਂ ਕਰ ਸਕਦੇ ਹਾਂ। ਬਹੁਤ ਸੀਗੇ ਇੰਟਰਸਟਡ ਇਸ ਚੀਜ਼ ਦੇ ਉੱਤੇ, ਪਰ ਅਸੀਂ ਫਿਰ ਇਹਨੂੰ ਆਨਲਾਈਨ ਕਰ ਦਿੱਤਾ 18 ਅਗਸਤ ਨੂੰ ਇਸ ਟਾਈਮ ਤੇ। ਉਹਦੇ ਵੀ 15000 ਪਲੱਸ ਸਾਈਨ ਹੋ ਚੁੱਕੇ ਨੇ ਜੀ। ਥੈਂਕ ਯੂ ਜੀ ਤੁਹਾਡਾ, ਔਰ ਜਰੂਰ ਅਸੀਂ ਅਪਡੇਟ ਇਹਦੀ ਦਵਾਂਗੇ। ਥੈਂਕ ਯੂ ਸਾਨੂੰ ਫੋਨ ਕਰਨ ਦੇ ਲਈ। ਥੈਂਕ ਯੂ ਸੋ ਮਚ। ਅਸੀਂ ਇੱਕ ਮੈਂ ਹੋਰ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ, 27 ਤਰੀਕ ਨੂੰ ਜੀ 1 ਵਜੇ ਅਸੀਂ ਸੁਖ ਧਾਲੀਵਾਲ ਸਾਹਿਬ ਦੇ ਦਫ਼ਤਰ ਦੇ ਵਿੱਚ ਅਸੀਂ ਪਟੀਸ਼ਨ ਹੈਂਡਓਵਰ ਕਰ ਰਹੇ ਹਾਂ ਉਹਨਾਂ ਨੂੰ, ਐਂਡ ਰਣਦੀਪ ਸਰਾਏ ਜੀ ਦੇ ਦਫ਼ਤਰ ਵਿੱਚ 1 ਵਜੇ ਤੇ ਇਹਨਾਂ ਦੇ ਦਫ਼ਤਰ ਵਿੱਚ ਧਾਲੀਵਾਲ ਸਾਹਿਬ ਦੇ 12 ਵਜੇ ਜੀ।
ਤੇ ਜਗਮੀਤ ਸਿੰਘ ਜੀ ਆਪਣੇ ਜਿਹੜੇ ਐਨਡੀਪੀ ਤੇ ਪ੍ਰਧਾਨ ਨੇ, ਉਹਨਾਂ ਦੇ ਦਫ਼ਤਰ ਵਿੱਚ 3 ਵਜੇ ਅਸੀਂ ਸਬਮਿਟ ਕਰਨੀ ਹੈ 3 ਪਟੀਸ਼ਨਾਂ। ਜੋ ਬਾਕੀ ਦੇ ਜਿਹੜੇ ਜਦੋਂ ਵੀ ਸਾਨੂੰ ਐਮਪੀ ਸਾਹਿਬਾਨ ਜਦੋਂ ਸਾਨੂੰ ਜਾਂ ਟੋਡੋ ਸਾਹਿਬ ਜਾਂ ਆਪਣੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਸਾਨੂੰ ਈਮੇਲ ਆਉਂਦੀ ਕੋਈ ਜਵਾਬ ਹੁੰਦਾ, ਉਹਨਾਂ ਨੂੰ ਵੀ ਅਸੀਂ ਸਬਮਿਟ ਕਰਾਂਗੇ ਜੀ। ਜੀ ਥੈਂਕ ਯੂ ਜੀ ਅਪਡੇਟ ਦੇਣ ਲਈ ਜਸਵਿੰਦਰ ਜੀ, ਥੈਂਕ ਯੂ। ਧੰਨਵਾਦ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਵੈਰੀ ਮਚ। ਸੋ ਰਫਤਾਰ ਜੀ ਆਪਣਾ ਸਮਾਂ ਹੋ ਗਿਆ ਜਾਣ ਦਾ, ਬਿਲਕੁਲ ਧਰੀਏ ਤੇ ਰੰਨੀਏ ਜਾ ਕੇ ਸਾਗ। ਵਾਂਸ ਅਗੇਨ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਗੁਰੂ ਨਾਨਕ ਫੂਡ ਬੈਂਕ ਮੋਦੀਖਾਨਾ, ਜਿੱਥੇ ਤੁਸੀਂ ਅਗਰ ਦਸਵੰਧ ਕੱਢ ਕੇ ਦੇਣਾ ਚਾਹੁੰਦੇ ਹੋ ਤੇ ਇਸ ਵਕਤ ਜਿਹੜੀਆਂ ਚੀਜ਼ਾਂ ਦੀ ਉੱਥੇ ਜ਼ਰੂਰਤ ਹੈ, ਜਿਹਦੇ ਵਿੱਚ ਕਨੋਲਾ ਆਇਲ, ਕੋਈ ਵੀ ਕੁਕਿੰਗ ਆਇਲ ਹੋਵੇ 1 ਲੀਟਰ ਦੀ ਬੋਤਲ ਵਾਲਾ, ਲੂਣ ਦੇ ਡੱਬੇ, ਰੈੱਡ ਚਿੱਲੀ ਪਾਊਡਰ 100 ਗ੍ਰਾਮ ਦੇ ਪੈਕੇਟ, ਹਲਦੀ, ਜੀਰਾ ਤੇ ਗਰਮ ਮਸਾਲਾ ਤੁਸੀਂ ਦੇ ਸਕਦੇ ਹੋ। ਤੇ ਇਸ ਦੇ ਨਾਲ ਨਾਲ ਇੱਕ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ, ਜੈਸ ਸਹੋਤਾ ਜਿਹੜਾ 17 ਸਾਲਾਂ ਦਾ ਬੱਚਾ ਹੈ, ਜੈਸ ਨੇ ਇੱਕ GoFundMe ਪੇਜ ਚਲਾਇਆ ਹੈ, ਉੱਥੇ ਤੁਸੀਂ ਜਾ ਕੇ ਜੈਸ ਦੀ ਹੈਲਪ ਕਰ ਸਕਦੇ ਹੋ। ਸੋ ਸਾਰੀ ਕਮਿਊਨਿਟੀ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਜੈਸ ਨੂੰ ਆਸ਼ੀਰਵਾਦ ਦਿੱਤਾ। ਸੋ ਇਸ ਬੱਚੇ ਨੂੰ ਪਾਵਰ ਵੀਲ ਚੇਅਰ ਚਾਹੀਦੀ ਆ, ਸੋ ਆਓ ਰਲ ਕੇ ਅਸੀਂ ਇਸ ਬੱਚੇ ਦੀ ਵੀ ਮਦਦ ਕਰੀਏ। ਸੋ ਅੱਜ ਵੀਰੇ ਤੇਰੇ ਵੱਸ ਦਾ ਕੰਮ ਨਹੀਂ, ਇਹਨੂੰ ਰਹਿਣ ਦਿਓ, ਇਹਨੂੰ ਰਹਿਣ ਦਿਓ, ਤੁਹਾਡੇ ਵੱਸ ਦਾ ਕੰਮ ਨਹੀਂ, ਇੰਨੀ ਮਹਿੰਗੀ ਚੀਜ਼ ਹੈ, ਖਰਾਬ ਹੋਣ ਦਾ ਡਰ ਆ, ਸ਼ੋਅ 'ਚ ਧਿਆਨ ਦੇ ਲਓ, ਆਪਾਂ ਚੱਲੇ ਆ ਹੁਣ। ਜੀ 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 ਜੀ। ਸੋ ਅੱਜ ਅਸੀਂ ਗੱਲਾਂ ਕੀਤੀਆਂ ਥੋੜੀਆਂ ਜੀਆਂ, ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਕਿ ਸ਼ਾਇਦ ਸਾਨੂੰ ਇਹ ਗੱਲਾਂ ਕਰਨੀਆਂ ਜ਼ਰੂਰੀ ਆ, ਕਿਉਂਕਿ ਇਹ ਗੱਲਾਂ ਸਾਡੀ ਕਮਿਊਨਿਟੀ ਦਾ ਅਕਸ ਖਰਾਬ ਕਰ ਰਹੀਆਂ ਨੇ। ਥੋੜੀ ਬਹੁਤੀ ਸੇਲ ਕਿਤੇ ਲੱਗਦੀ ਹੈ, ਜੇ ਸਾਨੂੰ ਜ਼ਰੂਰਤ ਆ ਤੇ ਅਸੀਂ ਜਾਈਏ, ਪਰ ਪਲੀਜ਼ ਪਲੀਜ਼ ਖਿਆਲ ਰੱਖੋ, ਸਾਡੇ ਬੱਚੇ, ਸਾਡੀ ਆਉਣ ਵਾਲੀ ਜਨਰੇਸ਼ਨ, ਸਾਡੀ ਨੌਜਵਾਨ ਪੀੜ੍ਹੀ ਇਹਨਾਂ ਗੱਲਾਂ ਤੋਂ ਅੱਕੀ ਪਈ ਆ ਕਿ ਅਸੀਂ ਕਰ ਕੀ ਰਹੇ ਹੈਗੇ ਆ। ਸੋ ਸਾਨੂੰ ਥੋੜਾ ਜਿਹਾ ਸੁਹਿਰਦ ਹੋਣਾ ਚਾਹੀਦਾ, ਸਾਨੂੰ ਥੋੜਾ ਜਿਹਾ ਇਸ ਕਮਿਊਨਿਟੀ 'ਚ ਵਿਚਰਦਿਆਂ ਦੂਜੀਆਂ ਕਮਿਊਨਿਟੀਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਉਹ ਸਾਡੇ ਬਾਰੇ ਕੀ ਸੋਚਦੀਆਂ ਹੋਣਗੀਆਂ। ਅਸੀਂ ਏਡੇ ਏਡੇ ਦਾਨੀ ਆ, ਲੰਗਰ ਲਾਉਂਦੇ ਆ, ਤੇ ਅਸੀਂ ਇੱਕ ਪ੍ਰੈਸ਼ਰ ਕੁੱਕਰ ਦੇ ਲਈ ਪੂਰੀ ਦੁਨੀਆ ਦੇ ਵਿੱਚ ਆਪਣੀ ਮਿੱਟੀ ਪਲੀਤ ਕਰਵਾ ਲਈ। ਇਹਨਾਂ ਗੱਲਾਂ ਤੋਂ ਉੱਪਰ ਉੱਠੀਏ। ਤੇ ਜਿਹੜੇ ਸਟੋਰ ਦੇ ਮਾਲਕ ਆ, ਤੁਸੀਂ ਵੀ, ਤੁਹਾਨੂੰ ਵੀ ਹੁਣ ਤਾਂ ਇੱਕ ਲੈਸਨ ਮਿਲ ਗਿਆ ਹੋਊਗਾ ਕਿ ਇਹ ਜਿਹੜੀ ਸੇਲ ਤੁਸੀਂ ਲਾਉਂਦੇ ਆ, ਸੋਚ ਸਮਝ ਕੇ ਅੱਗੇ ਤੋਂ ਲਾਓਗੇ। ਕੋਈ ਖਾਸ ਇਹਦੇ ਤੇ ਰੱਖਿਆ ਕਰੋ ਕਿ ਜੇ $100 ਦੀ ਗਰੋਸਰੀ ਜਾਂ ਤੁਸੀਂ $50 ਦੀ ਗਰੋਸਰੀ ਖਰੀਦੋਗੇ ਤਾਂ ਹੀ ਤੁਹਾਨੂੰ ਚੀਜ਼ ਦਿੱਤੀ ਜਾਵੇਗੀ, ਕਿਉਂਕਿ ਕਹਿੰਦੇ ਉਹਨੂੰ ਘਿਓ ਦਿਓ ਤੇ ਉਹਨੂੰ ਪਚਦਾ ਨਹੀਂ। ਮੈਂ ਘਿਓ ਕਹਿਤਾ ਨਾ, ਵੈਸੇ ਕਹਿੰਦੇ ਹੁੰਦੇ ਨਾ ਉਹਨੂੰ ਘੇ ਦਿਓ ਤੇ ਉਹ ਕਹਿੰਦਾ ਮੇਰੇ ਕੰਨ ਪਾਟਦੇ ਆ। ਬਾਕੀ ਤੁਸੀਂ ਸਾਰੇ ਖੁਦ ਸਿਆਣੇ ਆ ਵੀ ਕਿਹਨੂੰ ਘੇ ਦਿੱਤੇ ਤੇ ਕੰਨ ਪਾਟਦੇ ਆ। ਇਹਦੇ ਨੂੰ ਦੇਈਦਾ ਲੂਣ, ਕਹਿੰਦਾ ਮੇਰੀ ਅੱਖ ਭੰਨਦੇ ਆ ਨਾ, ਲੈ ਦੀਦਾ ਹੁੰਦਾ ਨਾ। ਸੋ ਇਸ ਕਰਕੇ ਤੁਸੀਂ ਖਿਆਲ ਰੱਖਿਓ। ਔਰ ਆਉਣ ਵਾਲੇ ਹਫਤੇ ਫਿਰ ਤੁਹਾਨੂੰ ਮਿਲਾਂਗੇ ਗੱਲਾਂ ਖਰੀਆਂ ਖਰੀਆਂ 'ਚ। ਤੇ ਸਾਡੀਆਂ ਗੱਲਾਂ ਤੋਂ ਜਿਹਨੂੰ ਦੁੱਖ ਲੱਗਾ ਹੋਵੇ, ਮਾਫੀ ਤਾਂ ਅਸੀਂ ਜਮਾਂ ਹੀ ਨਹੀਂ ਮੰਗਣੀ, ਕਿਉਂਕਿ ਗੱਲਾਂ ਤੁਸੀਂ ਕਰਦੇ ਹੀ ਇਦਾਂ ਦੀਆਂ ਤੇ ਸਾਨੂੰ ਕਰਨੀਆਂ ਹੀ ਅੱਗਿਓਂ ਖਰੀਆਂ ਪੈਂਦੀਆਂ। ਸੋ ਅਗਲੀ ਵਾਰ ਫੇਰ ਮਿਲਦੇ ਹਾਂ, ਪਰ ਮੈਂ ਤੁਹਾਨੂੰ ਸਵੇਰੇ ਫੇਰ ਮਿਲਾਂਗੀ ਜੀ। ਖਬਰਸਾਰ ਬਿਹਾਈਂਡ ਦਾ ਨਿਊਜ਼ ਗੁਰਬਾਜ ਸਿੰਘ ਬਰਾੜ ਹੋਣਾ ਦੇ ਨਾਲ ਨਹੀਂ ਹੋਵਾਂਗੀ ਸਵੇਰੇ। ਸਵੇਰੇ ਮੇਰੇ ਨਾਲ ਇੱਕ ਹੋਰ ਗੈਸਟ ਆਉਣਗੇ ਜੀ, ਉਹਨਾਂ ਦੇ ਨਾਲ ਮਿਲਾਂਗੇ। ਗੱਲ ਬਦਲਣੀ ਤਾਂ ਕੋਈ ਤੁਹਾਡੇ ਤੋਂ ਸਿੱਖੇ, ਕੀ ਬਾਤ ਹੈ ਗੁਰੂ ਜੀ। ਸੋ ਚਲਿਏ ਜੀ, ਬਿਲਕੁਲ ਜੀ। ਸੋ ਅਗਲੀ ਵਾਰ ਫੇਰ ਮਿਲਦੇ ਆ ਜੀ, ਪਰ ਤੁਸੀਂ ਰੱਖਿਓ ਖਿਆਲ। ਤੇ ਅਸੀਂ ਥੋੜੀਆਂ ਜਿਹੀਆਂ ਇਹਨਾਂ ਨੂੰ ਕਲਾਸਾਂ ਦੇ ਦਈਏ ਕੁੱਕਰ ਦੀਆਂ, ਪਰ ਵਾਂਸ ਅਗੇਨ ਗੁਰੂ ਨਾਨਕ ਫੂਡ ਬੈਂਕ ਨੂੰ ਤੁਸੀਂ ਕੋਈ ਵੀ ਦਸਵੰਧ ਕੱਢਣਾ ਚਾਹੁੰਦੇ ਹੋ ਤੇ ਕੱਢ ਸਕਦੇ ਹੋ। ਖਿਆਲ ਰੱਖਿਓ, ਗੱਲਾਂ ਖਰੀਆਂ ਖਰੀਆਂ ਦੇਖਦੇ ਰਿਹਾ ਕਰੋ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ।